ਮੈਨੀ ਆਫ ਦ ਸਟੂਡੈਂਟਸ ਜਿਹੜੀਆਂ ਨੇ ਉਹ ਕੰਪਰੋਮਾਈਜ਼ ਕਰਦੀਆਂ ਨੇ ਆਪਦੇ ਹੋਮ ਓਨਰ ਦੇ ਨਾਲ ਰੈਂਟ ਦੇ ਐਕਸਪੈਂਸਿਸ ਹਟਾਉਣ ਵਾਸਤੇ। ਇੰਟਰਨੈਸ਼ਨਲ ਸਟੂਡੈਂਟਸ ਜਿਹੜੀਆਂ ਕੁੜੀਆਂ ਆ ਰਹੀਆਂ, ਮੈਜੋਰਟੀ ਆਫ ਦੈਮ ਜਿਹੜੀਆਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣਾ ਸਰੀਰ ਵੇਚਣ ਦੇ ਜਿਹੜਾ ਇਹ ਬਿਜ਼ਨਸ ਹੈ ਉਹਦੇ ਵੱਲ ਧੱਕਿਆ ਜਾ ਰਿਹਾ ਹੈ। ਹੁਣ ਜਦੋਂ ਇਹੋ ਜਿਹੀ ਗੱਲ ਖਬਰ ਮਿਲਦੀ ਆ ਕਿਸੇ ਬਾਪ ਦੇ ਲਈ, ਉਦੋਂ ਇਹ ਸੁਣਨਾ ਵੀ ਮੇਰੀ ਕੁੜੀ ਨੂੰ ਮੈਂ ਆਪਦੇ ਹੱਥੀਂ ਭੇਜਿਆ ਇਹੋ ਜਿਹੀ ਜਗ੍ਹਾ ਦੇ ਉੱਤੇ ਜਿੱਥੇ ਉਹਦੀ ਇੱਜ਼ਤ ਨੂੰ ਖਤਰਾ, ਉਹਦੇ ਆਪਣੇ ਆਪ ਨੂੰ ਖਤਰਾ, ਉਹਦੇ ਭਵਿੱਖ ਨੂੰ ਖਤਰਾ, ਤਾਂ ਉਹ ਕਿਵੇਂ ਸਹਿਣ ਸਕਦੇ ਨੇ। ਅਤੇ ਉਹ ਮਿਨੀਮਮ ਵੇਜ ਉਹਦੇ ਤੋਂ ਆਲਰੇਡੀ $4 ਘੱਟ ਆ। ਜੇ ਆਪਾਂ ਰੈਸਟੋਰੈਂਟਸ ਜਾਂ ਜੇ ਆਪਾਂ ਕੰਸਟਰਕਸ਼ਨ ਸਾਈਟਸ ਦੀ ਗੱਲ ਕਰੀਏ ਜਿੱਥੇ ਆਪਣੇ ਪੰਜਾਬੀ ਸਟੂਡੈਂਟ ਮੁੰਡੇ ਕੁੜੀਆਂ ਜ਼ਿਆਦਾ ਕੰਮ ਕਰਦੇ ਨੇ, ਉੱਥੇ ਉਹ ਵੇਜ ਆ ਜਿਹੜੀ ਉਹ $8 $9 ਦੀ ਰਹਿ ਜਾਂਦੀ ਹੈ, ਕਿਤੇ ਕਿਤੇ $5  'ਤੇ ਵੀ ਰਹਿ ਜਾਂਦੀ ਹੈ। ਜਦੋਂ $5 ਮਿਲਣੇ ਨੇ ਪਹਿਲਾਂ ਉਹ ਵੀ ਦੱਬੇ ਜਾਣੇ ਨੇ, ਉਹ ਮੈਂਟਲ ਹੈਲਥ ਦੇ ਉੱਤੇ ਬਹੁਤ ਵੱਡਾ ਇਸ਼ੂ ਬਣਦਾ। ਰੈਸਟੋਰੈਂਟਸ ਦੇ ਵਿੱਚ ਕਿਵੇਂ ਹੋ ਰਿਹਾ ਹੁਣ ਇੱਥੇ ਸਰੀ ਦੇ, ਆਪਾਂ ਲੋਕਲ ਦੀ ਗੱਲ ਕਰਾਂਗੇ ਇੱਥੋਂ ਦੇ, ਇੱਥੋਂ ਰੈਸਟੋਰੈਂਟਸ ਦੇ ਵਿੱਚ ਪੰਜਾਬੀ ਕੁੜੀਆਂ ਨੂੰ ਹਾਇਰ ਕੀਤਾ ਜਾਂਦਾ। ਪਹਿਲੇ ਮਹੀਨੇ ਦੀ ਇਨਕਮ ਆ ਜਿਹੜੀ ਉਹ ਹੋਲਡ ਕੀਤੀ ਜਾਂਦੀ ਆ, ਦੂਜੇ ਮਹੀਨੇ ਦੀ ਇਨਕਮ ਤੀਜੇ ਮਹੀਨੇ ਦੇ ਵਿੱਚ ਦਿੱਤੀ ਜਾਂਦੀ ਆ। ਅੱਛਾ, ਸੋ ਤੁਸੀਂ 2.5 ਮਹੀਨੇ 3 ਮਹੀਨੇ ਤੀਜੇ ਮਹੀਨੇ ਦੇ ਐਂਡ 'ਚ ਦਿੱਤੀ ਜਾਂਦੀ ਆ। 18 ਤੋਂ 21 ਸਾਲਾਂ ਦੀ ਉਮਰ ਦਾ ਜਿਹੜਾ ਏਜ ਗਰੁੱਪ ਆਉਂਦਾ, ਉਹ 18 ਤੋਂ 21 ਸਾਲ ਕੱਚੀ ਮਿੱਟੀ ਆ, ਬਿਲਕੁਲ ਕੱਚੀ ਮਿੱਟੀ ਆ। ਉਹਨਾਂ ਦੇ ਜਿਵੇਂ ਦੇ ਤਜਰਬੇ ਹੋਣਗੇ ਉਹਨਾਂ ਦੀ ਜ਼ਿੰਦਗੀ ਵੀ ਅੱਗੇ ਉਵੇਂ ਹੋਣੀ ਆ। ਕਿਸੇ ਸਟੂਡੈਂਟ ਤੋਂ ਰੈਂਟ ਨਹੀਂ ਦਿੱਤਾ ਗਿਆ 1 ਮਹੀਨੇ ਦਾ, ਛੇਤੀ 1 ਤਰੀਕ ਨੂੰ ਦਿੱਤਾ ਨਹੀਂ ਗਿਆ ਹੈਗਾ ਹੋਮ ਓਨਰ ਨੂੰ। ਠੀਕ ਹੈ। ਉਹਦੇ ਵਿੱਚ ਹੁੰਦਾ ਕੀ ਆ, ਹੁਣ ਸਟੂਡੈਂਟ ਆ ਜਿਹੜਾ ਉਹ 20 ਘੰਟੇ ਕੰਮ ਕਰਦਾ, ਉਹਦੇ ਹੋਰ ਖਰਚੇ ਵੀ ਬਹੁਤ ਜ਼ਿਆਦਾ ਨੇ। ਉਹਨੇ 20 ਘੰਟੇ ਕੰਮ ਕੀਤਾ, 20 ਘੰਟੇ ਕੰਮ ਕਰਨ ਤੋਂ ਬਾਅਦ ਜੇ ਉਹਨੂੰ ਉਹਦੇ ਇੰਪਲੋਇਰ ਨੇ ਇਹ ਕਹਿਤਾ ਵੀ ਮੈਂ ਤਾਂ ਤੈਨੂੰ ਪੈਸੇ ਦੇਣੇ ਨਹੀਂ, ਉਹ ਕੁੜੀਆਂ ਸੀਗੀਆਂ ਤੇ ਕੁੜੀਆਂ ਨੂੰ ਮਿਲਣ ਉਹਨਾਂ ਦੇ ਮੇਲ ਫਰੈਂਡ ਆਉਂਦੇ ਸੀਗੇ। ਠੀਕ ਹੈ, ਕਿਉਂਕਿ ਮੇਲ ਫਰੈਂਡ ਹੋਣਾ ਕਾਲਜ ਦੇ ਵਿੱਚ ਆਮ ਗੱਲ ਆਪਾਂ ਨੂੰ ਪਤਾ। ਤੇ ਇੱਥੇ ਗਰੁੱਪ ਅਸਾਈਨਮੈਂਟਸ ਇੱਥੋਂ ਦਾ ਈਕੋ ਸਿਸਟਮ ਆ ਕੈਨੇਡਾ ਦਾ, ਜਦੋਂ ਪੜ੍ਹਦੇ ਆ ਵੀ ਗਰੁੱਪ ਅਸਾਈਨਮੈਂਟਸ ਕਰਨੀਆਂ ਪੈਂਦੀਆਂ ਨੇ। ਜੇ ਹੁਣ ਮੰਨ ਲਓ ਗਰੁੱਪ ਅਸਾਈਨਮੈਂਟਸ ਹੀ ਕਰ ਰਹੇ ਨੇ, ਲੈਟਸ ਸੇ ਵੀ ਆਪਾਂ ਸਿਰਫ ਤੇ ਸਿਰਫ ਇੱਕ ਹੀ ਆਪਾਂ ਮੰਨ ਕੇ ਚੱਲਦਾ ਹਾਈਪੋਥੇਸਿਸ ਕਰਦੇ ਆ ਵੀ ਉਹ ਗਰੁੱਪ ਅਸਾਈਨਮੈਂਟ ਕਰਨ ਵੀ ਇਕੱਠੇ ਬੈਠਦੇ ਨੇ, ਉਹਨਾਂ ਨੇ ਕਹਿਣਾ ਜੀ ਉਹਨਾਂ ਕੋਲ ਤਾਂ ਮੁੰਡੇ ਵੀ ਆਉਂਦੇ ਸੀ। ਜਿੱਥੇ ਕਿ ਆਮ ਲੋਕ ਜਿਹੜੇ ਸੀ ਕੈਨੇਡੀਅਨ ਸ਼ਹਿਰੀ ਸੀ ਉਹ ਡਰਦੇ ਸੀ ਤੇ ਸਟੂਡੈਂਟਸ ਉਸ ਓਪਰਚੁਨਿਟੀ ਦੇ ਵਿੱਚ ਫਰੰਟ ਲਾਈਨ ਤੇ ਕੰਮ ਕਰ ਰਹੇ ਸੀ। ਸ਼ੇਰੀ ਪੰਜਾਬ AM 600 ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਜੀ ਆਇਆਂ ਨੂੰ ਕਹਿੰਦੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋ ਚੁੱਕੇ ਹੋ ਦ ਨਵਜੋਤ ਢਿੱਲੋਂ ਸ਼ੋਅ ਦੇ ਵਿੱਚ। ਅੱਜ ਦੇ ਇਸ ਪ੍ਰੋਗਰਾਮ ਦੇ ਮੈਂ ਸ਼ੁਰੂ ਦੇ ਵਿੱਚ ਹੀ ਦੱਸਣਾ ਚਾਹੁੰਦੀ ਹਾਂ ਕਿ ਇਹ ਪ੍ਰੋਗਰਾਮ ਮੈਂ ਬਹੁਤ ਸਮੇਂ ਤੋਂ ਸ਼ੁਰੂ ਕਰਨਾ ਚਾਹੁੰਦੀ ਸੀ। ਹੁਣ ਨਵੇਂ ਸਾਲ ਦੇ ਵਿੱਚ ਇੱਕ ਨਵੀਂ ਸ਼ੁਰੂਆਤ, ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਬੇਸ਼ੱਕ ਕੋਈ ਖਾਸ ਦਿਨ ਮਿੱਥ ਕੇ ਪ੍ਰੋਗਰਾਮ ਨਹੀਂ ਕਰ ਰਹੀ। ਜਿਵੇਂ ਪਿਛਲੇ ਸਾਲ ਮਾਈ ਮੋਟੀਵੇਸ਼ਨਲ ਮੰਡੇਜ਼ ਆਪਾਂ ਕਰਦੇ ਰਹੇ ਹਾਂ, ਹਰ ਮੰਡੇ ਕਿਸੇ ਨਾ ਕਿਸੇ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਜਾਂਦੀ ਸੀ ਜਿਹਨੂੰ ਸੁਣ ਕੇ ਤੁਸੀਂ ਮੋਟੀਵੇਟ ਹੋਵੋ, ਤੁਸੀਂ ਸੁਣ ਕੇ ਇੰਸਪਾਇਰ ਹੋਵੋ। ਉਸ ਤੋਂ ਬਾਅਦ ਵੰਡਰਫੁਲ ਵੂਮੈਨਸ ਵੈਨਸਡੇਜ਼ ਦਾ ਸਿਲਸਿਲਾ ਲਗਾਤਾਰ ਪਿਛਲੇ 1 ਸਾਲ ਮੈਂ ਚਲਾਉਂਦੀ ਰਹੀ। ਹਰ ਹਫ਼ਤੇ ਬੁੱਧਵਾਰ ਕਿਸੇ ਨਾ ਕਿਸੇ ਨਵੀਂ ਸ਼ਖਸੀਅਤ ਦੇ ਨਾਲ, ਖਾਸ ਕਰਕੇ ਕੁੜੀਆਂ ਅਤੇ ਔਰਤਾਂ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਕੋਈ ਅਚੀਵਮੈਂਟਸ ਕੀਤੀਆਂ, ਮੈਂ ਉਹ ਤੁਹਾਡੇ ਰੂਬਰੂ ਕਰਿਆ ਕਰਦੀ ਸੀ। ਇਸ ਸਾਲ ਮੈਂ ਇਹ ਕਿਹਾ ਸੀ ਕਿ ਮੈਂ ਮਿੱਥ ਕੇ ਕੋਈ ਦਿਨ ਨਹੀਂ ਰੱਖਣੇ, ਕਿਉਂਕਿ ਬਹੁਤ ਵਾਰ ਇਹ ਸਮੱਸਿਆ ਆਉਂਦੀ ਹੈ। ਵੱਡਾ ਚੈਲੰਜ ਮੇਰੇ ਲਈ ਇਹ ਆਉਂਦਾ ਕਿ ਕਈ ਵਾਰ ਮੰਡੇ ਕਿਸੇ ਦੀ ਛੁੱਟੀ ਨਹੀਂ ਹੁੰਦੀ ਜਾਂ ਕੋਈ ਵੈਨਸਡੇ ਅਵੇਲੇਬਲ ਨਹੀਂ ਹੁੰਦਾ। ਸੋ ਜਿਵੇਂ ਜਿਵੇਂ ਮੈਨੂੰ ਜੋ ਵਿਅਕਤੀ ਅਵੇਲੇਬਲ ਹੁੰਦਾ ਗਿਆ, ਮੈਂ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂਗੀ। ਅੱਜ ਇੱਕ ਹੋਰ ਸ਼ੁਰੂਆਤ ਕਰਨ ਲੱਗੀ ਹਾਂ ਮੈਂ, ਔਰ ਇਹ ਰੈਗੂਲਰ ਬੇਸਿਸ 'ਤੇ ਕਰਨਾ ਚਾਹੁੰਦੀ ਹਾਂ ਇਸ ਪ੍ਰੋਗਰਾਮ ਨੂੰ। ਇਸ ਕਰਕੇ ਮੈਂ ਇਹ ਸਾਰੀ ਗੱਲਬਾਤ ਤੁਹਾਡੇ ਨਾਲ ਕਰ ਰਹੀ ਹਾਂ ਕਿ ਥਰੂ ਆਊਟ ਦਾ ਈਅਰ ਮੇਰੀ ਪੂਰੀ ਕੋਸ਼ਿਸ਼ ਹੋਏਗੀ ਕਿ ਜਿਹੜੀ ਅੱਜ ਕਮਿਟਮੈਂਟ ਮੈਂ ਤੁਹਾਡੇ ਨਾਲ ਕਰਨ ਲੱਗੀ ਹਾਂ ਇਹਦੇ 'ਤੇ ਮੈਂ ਖੜੀ ਰਹਾਂ, ਪਰ ਉਹਦੇ ਵਿੱਚ ਅਗੇਨ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਹੈ। ਜਦੋਂ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਚੱਲਦੀ ਹੈ ਤਾਂ ਸਾਡੇ ਕੰਨ ਖੜੇ ਹੋ ਜਾਂਦੇ ਆ, ਕਿਉਂਕਿ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਗੱਲਾਂ ਕੁਝ ਜੋੜ ਲਈਆਂ ਨੇ। ਉਹਨਾਂ ਦੀ ਪਹਿਚਾਣ ਅਤੇ ਉਹਨਾਂ ਦੀ ਸਾਖ ਦੋ ਵੱਖੋ ਵੱਖਰੇ ਮੁੱਦੇ ਨੇ। ਕੋਈ ਵੀ ਵਿਅਕਤੀ ਜਦੋਂ ਆਪਣੀ ਪਹਿਚਾਣ ਦੀ ਗੱਲ ਕਰਦਾ ਹੈ, ਉਹਦੀ ਅਸਲ ਦੇ ਵਿੱਚ ਪਹਿਚਾਣ ਉਹ ਹੈ ਜਿਹਦੇ ਨਾਲ ਉਹ ਆਪਣੇ ਆਪ ਨੂੰ ਪਹਿਚਾਣਦਾ, ਜਿਸ ਤਰ੍ਹਾਂ ਉਹ ਪਹਿਚਾਣਿਆ ਜਾਣਾ ਚਾਹੁੰਦਾ ਹੈ ਕਿ ਮੈਨੂੰ ਲੋਕ ਇਸ ਤਰ੍ਹਾਂ ਪਹਿਚਾਨਣ, ਉਹਦੀ ਅੰਦਰੋਂ ਜਿਹੜੀ ਫੀਲਿੰਗ ਹੈ। ਦੂਸਰੇ ਪਾਸੇ ਜਦੋਂ ਅਸੀਂ ਸਾਖ ਦੀ ਗੱਲ ਕਰਦੇ ਹਾਂ, ਸਾਖ 3 ਤਰੀਕਿਆਂ ਨਾਲ ਹੁੰਦੀ ਹੈ। ਇੱਕ ਤਾਂ ਉਹ ਸਾਖ ਹੈ ਜਿਹੜੀ ਅਸੀਂ ਚਾਹੁੰਦੇ ਹਾਂ ਕਿ ਸਾਡੀ ਪਹਿਚਾਣ ਦੇ ਨੇੜੇ ਹੋਵੇ, ਅਸੀਂ ਉਸ ਤਰ੍ਹਾਂ ਵਿਚਰਦੇ ਹਾਂ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਲੋਕ ਸਾਨੂੰ ਪਹਿਚਾਨਣ, ਉਹ ਸਾਡੀ ਸਾਖ ਬਣੇ। ਦੂਸਰੀ ਚੀਜ਼ ਇਹ ਹੈ ਕਿ ਲੋਕਾਂ ਨੇ ਆਪ ਹੀ ਤੁਹਾਡੀ ਇੱਕ ਪਹਿਚਾਣ ਮਿੱਥ ਲਈ ਹੈ, ਆਪ ਹੀ ਪਹਿਚਾਣ ਮਿੱਥ ਲਈ ਹੈ। ਤੁਸੀਂ ਚਾਹੁੰਦੇ ਨਹੀਂ ਕਿ ਇਸ ਤਰ੍ਹਾਂ ਤੁਹਾਡੀ ਜਿਹੜੀ ਸਾਖ ਹੈ ਉਹ ਬਣੇ।
ਪਰ ਜਿਹੜੀ ਤੀਸਰੀ ਕਿਸਮ ਦੀ ਸਾਖ ਹੈ ਉਹ ਇੱਕ ਸਟਰਗਲ ਦੇ ਵਿੱਚੋਂ ਤੁਹਾਡੀ ਆਪਣੇ ਆਪ ਹੀ ਉਪਜ ਜਾਂਦੀ ਹੈ। ਸੋ ਹੋਰ ਬਹੁਤ ਸਾਰੀਆਂ ਕਿਸਮਾਂ ਹੋ ਸਕਦੀਆਂ। ਜੇ ਤੁਸੀਂ ਇਮੇਜ ਦੀ ਗੱਲ ਕਰਦੇ ਹੋ, ਆਈਡੈਂਟਿਟੀ ਦੀ ਗੱਲ ਕਰਦੇ ਹੋ, ਮੈਂ ਜ਼ਿਆਦਾ ਡੈਪਥ ਦੇ ਵਿੱਚ ਨਹੀਂ ਜਾਣਾ ਚਾਹੁੰਦੀ ਕਿਉਂਕਿ ਅਕਸਰ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਇਹਦੇ ਬਾਰੇ ਗੱਲ ਕਰਦੇ ਰਹਿੰਦੇ ਹਾਂ। ਅੱਜ ਗੱਲ ਕਰਨੀ ਆ ਸਿਰਫ ਇੰਟਰਨੈਸ਼ਨਲ ਸਟੂਡੈਂਟਸ ਦੀ, ਉਹ ਵੀ ਖਾਸ ਕਰਕੇ ਜਿਹੜੇ ਇੰਡੀਆ ਤੋਂ ਆਏ ਹੋਏ ਇੰਟਰਨੈਸ਼ਨਲ ਸਟੂਡੈਂਟਸ ਨੇ, ਕਿਉਂਕਿ ਅਸੀਂ ਵੀ ਉਹਨਾਂ ਦੀ ਸਾਖ ਬਣਾ ਲਈ ਆਪਣੇ ਮਨਾਂ ਦੇ ਵਿੱਚ ਕਿ ਇਹ ਇੰਟਰਨੈਸ਼ਨਲ ਸਟੂਡੈਂਟਸ ਕੌਣ ਨੇ, ਕਿੱਥੋਂ ਆਏ ਨੇ, ਕਿਵੇਂ ਵਿਚਰਦੇ ਨੇ, ਕੀ ਕਰਨਾ ਚਾਹੁੰਦੇ ਆ, ਇਹਨਾਂ ਦਾ ਅਲਟੀਮੇਟ ਗੋਲ ਕੀ ਹੈਗਾ, ਵਗੈਰਾ ਵਗੈਰਾ ਗੱਲਾਂ। ਦੂਸਰੇ ਪਾਸੇ ਉਹ ਇੰਟਰਨੈਸ਼ਨਲ ਸਟੂਡੈਂਟਸ ਆਪਣੀ ਆਈਡੈਂਟਿਟੀ ਐਸਟੈਬਲਿਸ਼ ਕਰਨ ਦੇ ਵਿੱਚ ਲੱਗੇ ਹੋਏ ਆ। ਆਪਾਂ ਥੋੜ੍ਹਾ ਜਿਹਾ ਫ਼ਰਕ ਸਮਝੀਏ ਕਿ ਇੱਕ ਉਹ ਇਮੇਜ ਜਿਹੜੀ ਅਸੀਂ ਬਣਾ ਕੇ ਬੈਠ ਗਏ ਹਾਂ, ਇੱਕ ਉਹ ਆਈਡੈਂਟਿਟੀ ਜਿਹੜੀ ਉਹ ਬਣਾਉਣੀ ਚਾਹੁੰਦੇ ਨੇ। ਉਹਦੇ ਵਿੱਚ ਉਹ ਜ਼ਿਆਦਾ ਉਹਨਾਂ ਦੇ ਲਈ ਵੱਡਾ ਚੈਲੰਜ ਹੈ। ਸਾਡੇ ਲਈ ਤਾਂ ਬਹੁਤ ਸੌਖਾ ਹੈ, ਕਿਸੇ ਦੀ ਇਮੇਜ ਬਣਾ ਦੇਣੀ ਜਾਂ ਕਿਸੇ ਦਾ ਬੁੱਤ ਸ਼ਿਕਨ ਕਰਕੇ ਰੱਖ ਦੇਣਾ, ਇਹ ਬਹੁਤ ਈਜ਼ੀ ਕੰਮ ਹੈ। ਪਰ ਪਹਿਚਾਣ ਬਣਾਉਣੀ ਮਿਹਨਤ ਦਾ ਮਸਲਾ ਹੈ, ਦ੍ਰਿੜਤਾ ਦਾ ਮਸਲਾ ਹੈ। ਇਸ ਸਟਰਗਲ ਦੇ ਦੌਰਾਨ, ਇਸ ਚੈਲੰਜ ਦੇ ਦੌਰਾਨ ਬਹੁਤ ਸਾਰੇ ਸਟੂਡੈਂਟਸ, ਉਹਨਾਂ ਦਾ ਦਿਲ ਵੀ ਟੁੱਟਦਾ ਹੈ ਅਤੇ ਬਹੁਤ ਸਾਰੇ ਉਹ ਵੀ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਨ੍ਹਾਂ ਦੇ ਹੌਸਲੇ, ਜਿਨ੍ਹਾਂ ਦੇ ਇਰਾਦੇ ਹੋਰ ਜ਼ਿਆਦਾ ਦ੍ਰਿੜ ਹੋ ਰਹੇ ਨੇ। ਅਤੇ ਅੱਜ ਜਿਹੜੀ ਸ਼ੁਰੂਆਤ ਮੈਂ ਕਰਨ ਜਾ ਰਹੀ ਹਾਂ ਕਿ ਇਹਨਾਂ ਇੰਟਰਨੈਸ਼ਨਲ ਸਟੂਡੈਂਟਸ ਦੀ ਇਹ ਜਿਹੜੀ ਪਹਿਚਾਣ ਦਾ ਮਸਲਾ ਹੈ, ਸਾਖ ਦਾ ਮਸਲਾ ਹੈ, ਇਹਦੇ ਅੰਡਰਲਾਈਂਗ ਇਸ਼ੂਜ਼ ਕੀ ਹੈਗੇ ਆ, ਇਹਦੇ ਵੱਖ-ਵੱਖ ਪਰਸਪੈਕਟਿਵਸ ਕੀ ਹੈਗੇ ਆ। ਕੀ ਅਸੀਂ ਡੂੰਘਾਈ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ? ਸਾਨੂੰ ਪਤਾ ਲੱਗਾ ਕਿ ਕੁਝ ਮੁੰਡਿਆਂ ਦੀ ਲੜਾਈ ਹੋ ਗਈ ਅਤੇ ਉਸ ਤੋਂ ਬਾਅਦ ਅਸੀਂ ਸਟੇਟਮੈਂਟਸ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਇਹ ਇੰਟਰਨੈਸ਼ਨਲ ਸਟੂਡੈਂਟਸ ਨੇ ਗੰਦ ਪਾਇਆ ਹੋਇਆ, ਇਹਨਾਂ ਨੇ ਇੱਥੇ ਪੰਜਾਬ ਬਣਾ ਕੇ ਰੱਖ ਦਿੱਤਾ, ਜਾਂ ਹੋਰ ਬਹੁਤ ਕੁਝ ਸੌਖਾ ਹੈ ਸਾਡੇ ਲਈ ਇਹ ਕਹਿ ਦੇਣਾ। ਪਰ ਉਹ ਮੁੱਠੀ ਭਰ ਸਟੂਡੈਂਟਸ ਕੌਣ ਸਨ, ਕੀ ਹੋਇਆ, ਅਸੀਂ ਕਿਉਂ ਹੋਇਆ, ਉੱਥੇ ਤੱਕ ਨਹੀਂ ਪਹੁੰਚਣ ਦੀ ਕੋਸ਼ਿਸ਼ ਕਰਦੇ। ਮੈਂ ਮੁੱਠੀ ਭਰ ਇਸ ਲਈ ਕਹਿ ਰਹੀ ਹਾਂ ਕਿ ਬਾਕੀ ਵੀ ਬਹੁਤ ਸਾਰੇ ਸਟੂਡੈਂਟਸ ਨੇ, ਵੱਡੀ ਗਿਣਤੀ ਹੈ ਸਟੂਡੈਂਟਸ ਦੀ, ਪਰ ਇੱਕੋ ਰੱਸੇ ਸਾਰਿਆਂ ਨੂੰ ਬੰਨ੍ਹ ਦੇਣਾ ਅਤੇ ਉਹਨਾਂ ਦੀ ਇੱਕ ਇਮੇਜ ਉੱਤੇ ਟੈਗ ਲਾ ਦੇਣਾ ਅਤੇ ਇਸ ਇਮੇਜ ਨੂੰ ਰਿਮੂਵ ਕਰਨਾ ਵੀ ਹੁਣ ਉਹਨਾਂ ਸਟੂਡੈਂਟਸ ਦੇ ਲਈ ਆਪਣੇ ਆਪ ਦੇ ਵਿੱਚ ਚੈਲੰਜ ਬਣ ਚੁੱਕਾ ਹੈ। ਖੈਰ, ਜੇ ਇਹਦੇ ਬਾਰੇ ਮੈਂ ਗੱਲਾਂ ਕਰਨੀਆਂ ਸ਼ੁਰੂ ਕਰਾਂ, ਮੈਨੂੰ ਲੱਗਦਾ ਕਿ ਐਂਡਲੈਸ ਟਾਕ ਹੋਏਗੀ, ਮੈਂ ਬਹੁਤ ਲੰਬਾ ਸਮਾਂ ਗੱਲਾਂ ਕਰ ਸਕਦੀ ਹਾਂ। ਮੈਂ ਇਸ ਪ੍ਰੋਗਰਾਮ ਦੇ ਵਿੱਚ ਕੁਝ ਉਹਨਾਂ ਸਟੂਡੈਂਟਸ ਨੂੰ ਤੁਹਾਡੇ ਲਈ ਰੈਗੂਲਰ ਬੇਸਿਸ 'ਤੇ ਲੈ ਕੇ ਆਇਆ ਕਰਾਂਗੀ ਜਿਹੜੇ ਆਪਣੀ ਪਹਿਚਾਣ ਬਣਾ ਚੁੱਕੇ ਨੇ, ਆਪਣੀ ਪਹਿਚਾਣ ਨੂੰ ਇੱਕ ਬਿਹਤਰ ਤਰੀਕੇ ਦੇ ਨਾਲ ਤੁਹਾਡੇ ਅੱਗੇ ਐਸਟੈਬਲਿਸ਼ ਕਰ ਚੁੱਕੇ ਨੇ। ਉਹ ਤੁਹਾਡੀਆਂ ਨਜ਼ਰਾਂ ਤੋਂ ਕਿਉਂ ਲੁਕੇ ਹੋਏ ਆ, ਉਹ ਕਿਉਂ ਸਾਹਮਣੇ ਆਉਣੇ ਚਾਹੀਦੇ ਆ? ਉਹ ਇਸ ਲਈ ਵੀ ਸਾਹਮਣੇ ਆਉਣੇ ਚਾਹੀਦੇ ਆ ਕਿ ਜਿਹੜੀ ਇੱਕ ਸਾਖ ਆਪਾਂ ਬਣਾ ਰਹੇ ਹਾਂ, ਮੈਜੋਰਿਟੀ ਆਫ ਦ ਪੀਪਲ ਉਸ ਸਾਖ ਨੂੰ ਵੀ ਧੋਣ ਦੀ ਜ਼ਰੂਰਤ ਹੈ, ਕਿਉਂਕਿ ਉਹ ਸਾਖ ਨਹੀਂ ਇਕੱਲੀ, ਉਹਦੇ 'ਚ ਦਾਗ ਵੀ ਕਾਫੀ ਸ਼ਾਮਿਲ ਨੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਇੱਕ ਕਾਮਯਾਬ ਇੰਟਰਨੈਸ਼ਨਲ ਸਟੂਡੈਂਟ ਨੂੰ ਹੀ ਆਪਣੇ ਨਾਲ ਸ਼ਾਮਿਲ ਕਰਨ ਜਾ ਰਹੀ ਹਾਂ, ਜਿਹੜਾ ਆਇਆ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ 'ਤੇ ਸੀ, ਅੱਜ ਕੱਲ੍ਹ ਆਪਣਾ ਉਹ ਕੰਮ ਕਰ ਰਿਹਾ ਹੈ। ਸਿਰਫ ਇਸ ਕਰਕੇ ਨਹੀਂ ਮੈਂ ਸ਼ਾਮਿਲ ਕਰ ਰਹੀ, ਮੇਰਾ ਪਰਪਜ਼ ਇਹ ਹੈ ਕਿਉਂਕਿ ਇਸ ਸਟੂਡੈਂਟ ਦੇ ਨਾਲ ਬਹੁਤ ਸਾਰੇ ਹੋਰ ਲੋਕ ਜੁੜੇ ਹੋਏ ਨੇ, ਸਟੂਡੈਂਟਸ ਜੁੜੇ ਹੋਏ ਆ, ਉਹਨਾਂ ਦੇ ਮਾਪੇ ਜੁੜੇ ਹੋਏ ਆ। ਇਹਦੇ ਨਾਲ ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਜਿਹੜੀਆਂ ਇਹਨਾਂ ਨੂੰ ਸਮਝਣੀਆਂ ਸੌਖੀਆਂ ਹੋ ਰਹੀਆਂ ਨੇ, ਜਾਂ ਇਹ ਜਿਹੜੀ ਇੱਕ ਆਪਣੀ ਆਈਡੈਂਟਿਟੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ, ਉਹਦੇ ਵਿੱਚ ਇਕੱਠੇ ਹੋ ਕੇ ਕੰਮ ਕਰ ਰਹੇ ਆ। ਇਹਨਾਂ ਨੇ ਬਣਾਈ ਹੋਈ ਹੈ ਟੀਮ ਵੀ ਕੇਅਰ, ਟੀਮ ਵੀ ਕੇਅਰ। ਅਤੇ ਮੇਰੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਜਸਕਰਨ ਬੈਨੀਪਾਲ। ਜਸਕਰਨ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ। ਮਾਫੀ ਚਾਹੁੰਦੀ, ਤੁਹਾਡੀ ਆਵਾਜ਼ ਗਈ ਨਹੀਂ ਔਨ ਏਅਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜਸਕਰਨ। ਬਹੁਤ ਲੰਬੀ ਮੈਂ ਗੱਲਬਾਤ ਕਰ ਦਿੱਤੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਇਹੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ, ਬਰੀਫਲੀ ਜੇ ਤੁਸੀਂ ਦੱਸ ਸਕੋ ਕਿ ਟੀਮ ਵੀ ਕੇਅਰ ਕੀ ਹੈ। ਹਾਂਜੀ, ਸੋ ਟੀਮ ਵੀ ਕੇਅਰ ਦੇ ਵਿੱਚ ਅਸੀਂ 5 ਜਾਣੇ ਜਿਨ੍ਹਾਂ ਨੇ ਔਰਗਨਾਈਜੇਸ਼ਨ ਫਾਰਮ ਕੀਤੀ ਸਤੰਬਰ 2019 ਦੇ ਵਿੱਚ। ਮੈਂ, ਮੇਰੇ ਨਾਲ ਗੁਰਲੀਨ ਕੌਰ ਸਿੱਧੂ, ਪਵਿੱਤਰਜੀਤ ਸਿੰਘ ਸਿੱਧੂ, ਜਸ਼ਨਦੀਪ ਸਿੰਘ ਬਰਾੜ ਅਤੇ ਅਰਵਿੰਦਰ ਸਿੰਘ ਕੰਗ, ਅਸੀਂ 5 ਕੋ-ਫਾਊਂਡਰ ਹਾਂ ਟੀਮ ਵੀ ਕੇਅਰ ਔਰਗਨਾਈਜੇਸ਼ਨ ਦੇ। ਸੋ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਸੀਗੀ ਇੱਕ ਫੇਸਬੁੱਕ ਗਰੁੱਪ ਦੇ ਤੌਰ ਦੇ ਉੱਤੇ, ਜਿਹੜਾ ਹਜੇ ਵੀ ਚੱਲ ਰਿਹਾ, ਟੀਮ ਵੀ ਕੇਅਰ ਨਾਮ ਤੋਂ ਹੀ ਆ। ਉਸ ਗਰੁੱਪ ਦਾ ਸਾਡਾ ਮਕਸਦ ਸੀਗਾ ਕਰਾਊਡ ਸੋਰਸਿੰਗ ਕਰਨੀ ਰਿਸੋਰਸਿਸ ਦੀ,
ਜਿਵੇਂ ਹੁਣ ਅਸੀਂ ਜਦੋਂ ਆਏ ਸੀਗੇ, ਸਾਨੂੰ ਆਉਂਦਿਆਂ ਨੂੰ ਬੇਸਮੈਂਟ ਜਦੋਂ ਲੱਭਣੀ ਹੁੰਦੀ ਸੀਗੀ, ਗੁਰਦੁਆਰਾ ਸਾਹਿਬ ਦੀਆਂ ਐਡਾਂ ਤੋਂ ਬਗੈਰ ਸਾਡੇ ਕੋਲ ਕੋਈ ਹੋਰ ਰਿਸੋਰਸ ਨਹੀਂ ਸੀ। ਜੇ ਆਨਲਾਈਨ ਹੁੰਦੇ ਵੀ ਸੀਗੇ ਤਾਂ ਪਤਾ ਨਹੀਂ ਹੁੰਦਾ ਸੀ ਸਾਡੀ ਕਮਿਊਨਿਟੀ ਦੇ ਵਿੱਚ ਕਿੱਥੇ ਆ ਚੀਜ਼। ਉਹ ਕੋਈ ਜੌਬ ਲੱਭਣੀ ਆ, ਕਿਸੇ ਨੂੰ ਜੌਬ ਚਾਹੀਦੀ ਆ, ਉਹ ਜੌਬ ਲੱਭਣ ਵਾਸਤੇ 2 ਤੋਂ 3 ਮਹੀਨਿਆਂ ਦਾ ਪੀਰੀਅਡ ਦਾ ਬੰਦੇ ਨੂੰ ਵੇਟ ਕਰਨੀ ਪੈਂਦੀ ਸੀ ਜਦੋਂ ਬੰਦਾ ਨਵਾਂ ਆਉਂਦਾ ਸੀ। ਕਿਸੇ ਦਾ ਰੈਜ਼ੂਮੇ ਨਹੀਂ ਉਸ ਸਟੈਂਡਰਡਸ ਦੇ ਮੁਤਾਬਕ ਹੁੰਦਾ ਸੀਗਾ, ਕਰੀਅਰ ਗਾਈਡੈਂਸ ਨਹੀਂ ਪਤਾ ਹੁੰਦੀ ਸੀ ਕਿ ਕੋਈ ਬੰਦਾ ਆਉਂਦਾ, ਮੰਨ ਲਓ ਬੀਟੈਕ ਕਰਕੇ ਆਇਆ, ਕਿ ਕੋਈ ਜਿਵੇਂ ਜਿਹੜੀ ਚੀਜ਼ ਮੇਰੇ ਨਾਲ ਪਰਸਨਲੀ ਹੋਈ ਸੀਗੀ, ਬੀਟੈਕ ਕਰਕੇ ਆਇਆ ਪਰ ਉਹਨੂੰ ਜਦੋਂ ਗਾਈਡੈਂਸ ਮਿਲੀ ਆ ਉਹਨੂੰ ਕਹਿੰਦੇ ਵੀ ਜਾਂ ਤਾਂ ਟਰੱਕ ਚਲਾ ਲਓ ਜਾਂ ਕੰਸਟਰਕਸ਼ਨ ਕਰ ਲਓ, ਇਸ ਚੀਜ਼ ਦੇ ਵਿੱਚ ਬਹੁਤ ਪੈਸਾ, ਮਤਲਬ ਉਵੇਂ ਦੀ ਜਿਹੜੇ ਕਰੀਅਰ ਪਾਥ ਦੇ ਉੱਤੇ ਬੰਦਾ ਤੁਰਿਆ ਆਉਂਦਾ ਉਹਨੂੰ ਉਹੋ ਜਿਹੀ ਗਾਈਡੈਂਸ ਨਾ ਮਿਲਣਾ। ਉਹ ਸਾਰੀਆਂ ਚੀਜ਼ਾਂ ਨੇ ਉਪਜ ਕੀਤੀ ਟੀਮ ਵੀ ਕੇਅਰ ਫੇਸਬੁੱਕ ਗਰੁੱਪ ਦੀ, ਜਿਹੜਾ ਪਹਿਲਾਂ 1 ਹਫ਼ਤੇ ਵਾਸਤੇ ਅਸੀਂ ਨੇ ਕਲੋਜ਼ ਗਰੁੱਪ ਰੱਖਿਆ, ਉਸ ਤੋਂ ਬਾਅਦ ਅਸੀਂ ਓਪਨ ਕਰਤਾ ਤੇ ਹੁਣ ਇਸ ਸਮੇਂ ਆਲ ਓਵਰ ਕੈਨੇਡਾ ਸਾਡੇ ਕੋਲ ਟੀਮ ਵੀ ਕੇਅਰ ਦੇ ਵੋਲੰਟੀਅਰਸ ਵੀ ਨੇ ਤੇ ਟੀਮ ਵੀ ਕੇਅਰ ਦੇ ਨਾਲ ਜਿਹੜੇ ਜੁੜੇ ਹੋਏ ਮੈਂਬਰ ਨੇ ਗਰੁੱਪ ਦੇ, ਉਹਨਾਂ ਦੀ ਗਿਣਤੀ 11,500 ਤੋਂ ਜ਼ਿਆਦਾ। ਉਹਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਵੀ ਨੇ ਜਿਹੜੇ ਆ ਚੁੱਕੇ ਕੈਨੇਡਾ ਦੇ ਵਿੱਚ, ਉਹਦੇ ਵਿੱਚ ਉਹ ਵੀ ਨੇ ਜਿਹੜੇ ਉਹਨਾਂ ਦੇ ਮਾਪੇ ਨੇ, ਤੇ ਉਹਦੇ ਵਿੱਚ ਉਹ ਵੀ ਨੇ ਜਿਹੜੇ ਇੱਥੇ ਕੈਨੇਡਾ ਆਉਣਾ ਚਾਹੁੰਦੇ ਨੇ ਤੇ ਉਹ ਇੱਥੋਂ ਦੇ ਸਿਸਟਮ ਨੂੰ, ਇਕੋ ਸਿਸਟਮ ਨੂੰ ਸਮਝਣਾ ਚਾਹੁੰਦੇ ਨੇ। ਇਸ ਤੋਂ ਬਗੈਰ ਸਾਡੀ ਪ੍ਰੈਜ਼ੈਂਸ ਇੰਸਟਾਗ੍ਰਾਮ ਦੇ ਉੱਤੇ ਵੀ ਹੈਗੀ ਤੇ ਇੰਸਟਾਗ੍ਰਾਮ ਤੇ ਵੀ ਅਗੇਨ ਸਾਡੇ ਕੋਲੇ ਮੋਰ ਦੈਨ 3,000 ਜਿਹੜੇ ਗਰੁੱਪ ਦੇ ਮੈਂਬਰ ਨੇ ਉਹ ਜੁੜੇ ਹੋਏ ਨੇ, ਜਿੱਥੇ ਲੋਕੀ ਆਪਣੀ ਕੁਐਰੀਜ਼ ਲੈ ਕੇ ਆਉਂਦੇ ਨੇ। ਕਿਸੇ ਦਾ ਕੋਈ ਸਪੈਸੀਫਿਕ ਕੇਸ ਹੁੰਦਾ ਜਿਹਦੇ ਵਿੱਚ ਉਹਦੀ ਐਕਸਪਲੋਇਟੇਸ਼ਨ ਹੋਈ ਹੋਵੇ, ਜਿਹਦੇ ਵਿੱਚ ਉਹਨੂੰ ਗਾਈਡੈਂਸ ਚਾਹੀਦੀ ਹੋਵੇ, ਉਹਨਾਂ ਦੇ ਵਿੱਚ ਵੀ ਅਸੀਂ ਹੈਲਪ ਕਰਦੇ ਹਾਂ ਤੇ ਮੈਂਟਲ ਹੈਲਥ ਇਸ਼ੂਜ਼ ਦੇ ਵਿੱਚ ਵੀ ਅਸੀਂ ਹੈਲਪ ਕਰਦੇ ਹਾਂ। ਬਾਕੀ ਸੈਟਲਮੈਂਟ ਸਰਵਿਸਿਜ਼ ਦੇ ਵਿੱਚ ਤਾਂ ਜ਼ਰੂਰ ਅਸੀਂ ਕਰਦੇ ਹਾਂ। ਸੋ ਜਿਹੜਾ ਇਹ ਟੀਮ ਵੀ ਕੇਅਰ ਦਾ ਇਹ ਮਿਸ਼ਨ ਹੌਲੀ ਹੌਲੀ ਜਿਹੜਾ ਚੇਂਜ ਵੀ ਹੁੰਦਾ ਗਿਆ, ਇਹਦੇ ਵਿੱਚ ਐਡੀਸ਼ਨ ਵੀ ਹੁੰਦੀ ਗਈ ਜੀ। ਅਸੀਂ ਜਿਵੇਂ ਜੇ ਤੁਸੀਂ ਜਾਂ ਤੁਹਾਡੇ ਸਰੋਤੇ ਦੇਖਣਗੇ, ਟੀਮ ਵੀ ਕੇਅਰ ਦਾ ਸਾਡਾ ਮੋਟੋ ਰੱਖਿਆ ਰੀਬਿਲਡਿੰਗ ਕਮਿਊਨਿਟੀ ਅਬਰੋਡ। ਇੱਕ ਜੇ ਆਪਾਂ ਮੰਨੀਏ, ਇਹ ਓਨੈਸਟ ਚੀਜ਼ ਆ, ਮੰਨਣ ਵਾਲੀ ਚੀਜ਼ ਆ ਕਿ ਜਿਹੜੇ ਸਾਡੇ ਤੋਂ ਸਟੂਡੈਂਟ ਜਿਹੜਾ ਇੱਕ ਜਦੋਂ ਦੌਰ ਆਇਆ, ਦਬਕਾ ਆਇਆ ਹੈ ਨਾ, ਉਹਦੇ ਤੋਂ 15 ਤੋਂ 20 ਸਾਲ ਪਹਿਲਾਂ ਜਿਹੜੇ ਬੰਦੇ ਇੱਥੇ ਆਏ ਹੋਏ ਨੇ ਪਹਿਲਾਂ, ਜਿਨ੍ਹਾਂ ਦੇ ਆਪਣੇ ਬਿਜ਼ਨਸ ਸੈਟਅਪ ਹੋ ਗਏ, ਮਤਲਬ 15-20 ਸਾਲ ਆਪਾਂ ਇੱਕ ਜਨਰੈਲਿਕ ਸਟੇਟਮੈਂਟ ਕਹਿੰਦੇ, ਉਸ ਤੋਂ ਪਹਿਲਾਂ ਵੀ ਜਿਹੜੇ ਆਏ ਹੋਏ ਨੇ ਉਹ ਤੇ ਜਿਹੜੇ ਸਟੂਡੈਂਟ ਆਏ ਨੇ ਉਹਨਾਂ ਦੇ ਵਿੱਚ ਨਾ ਇੱਕ ਵਰਚੁਅਲ ਪਾੜਾ ਬਣ ਗਿਆ। ਬਿਲਕੁਲ ਵਰਚੁਅਲ ਪਾੜੇ ਦੇ ਵਿੱਚੋਂ ਮਤਲਬ ਇਹ ਜੇ ਆਪਾਂ ਹੋਰ ਤਹਿ ਜਾਈਏ ਨਾ, ਉਹ 2% ਹੀ ਦੋਨੇ ਪਾਸੇ ਨੇ। 2% ਵੀ ਨਹੀਂ ਹੈਗਾ ਨੰਬਰ, 2% ਵੀ ਬਹੁਤ ਵੱਡਾ ਹੋ ਜਾਂਦਾ ਨਾ। ਉਹ ਪੁਆਇੰਟ ਸਮਥਿੰਗ ਆ ਜਿਹੜਾ ਦੋਨੇ ਪਾਸਿਓਂ ਖਰਾਬੀ ਹੋ ਰਹੀ ਆ। ਠੀਕ ਹੈ। ਜੇ ਸਟੂਡੈਂਟ ਵਾਲੇ ਪਾਸੇ ਦੀ ਆਪਾਂ ਗੱਲ ਕਰੀਏ ਤਾਂ ਜੇ ਆਪਾਂ ਹੁਣ ਇੱਥੇ ਆਪਾਂ ਲੋਕਲ ਸਰੀ ਦੀ ਗੱਲ ਕਰੀਏ, ਸਰੀ ਦੇ ਵਿੱਚ ਸਿਨੇਪਲੈਕਸ ਵਾਲਾ ਪਲਾਜ਼ਾ ਜਿਹੜਾ, ਉੱਥੇ 10 ਗੱਡੀਆਂ ਨੇ, 10 ਹੋਣਗੀਆਂ, 15 ਗੱਡੀਆਂ ਹੋਣਗੀਆਂ ਜਿਹੜੀਆਂ ਰੈਗੂਲਰ ਉੱਥੇ ਘੁੰਮਦੀਆਂ ਨੇ। 10-15 ਗੱਡੀਆਂ ਜੇ ਆਪਾਂ ਗਣੀਏ 50 ਜਾਣੇ ਹੋ ਗਏ, ਜੇ ਹਰੇਕ ਗੱਡੀ 'ਚ 5 ਜਾਣੇ ਵੀ ਆਪਾਂ ਸੋਚੀਏ 50 ਜਾਣੇ ਹੋ ਗਏ। ਕੁਛ ਵੀ ਪਰਸੈਂਟੇਜ ਨਹੀਂ ਬਣਦੀ ਹੈਗੀ ਜੇ ਆਪਾਂ ਸਰੀ ਦੇ ਵਿੱਚ ਹੋਰ ਸਟੂਡੈਂਟਾਂ ਦੀ ਗੱਲ ਕਰੀਏ। ਬਿਲਕੁਲ ਸੇਮ ਗੋਜ਼ ਵਿਦ ਜਿਹੜਾ ਦੂਜਾ ਪਾਸਾ, ਦੂਜੇ ਪਾਸੇ ਦੇ ਵਿੱਚੋਂ ਜਿਹੜਾ ਬੰਦੇ ਦੇ ਇੱਕ ਸਟੀਰੀਓਟਾਈਪਿੰਗ ਬਣੀ ਹੋਈ ਹੈ ਵੀ ਇੰਟਰਨੈਸ਼ਨਲ ਸਟੂਡੈਂਟਾਂ ਨੇ ਤਾਂ ਗੰਦ ਪਾਤਾ, ਉਹ ਵੀ ਸੇਮ ਉਹੀ 20-50 ਬੰਦੇ ਨੇ। ਜਿਹੜੇ ਬਾਕੀ ਦੇ ਬੰਦੇ ਨੇ, ਬਾਕੀ ਦੇ ਬੰਦੇ ਉਸ ਚੀਜ਼ ਤੋਂ ਇੰਪੈਕਟ ਲੈਂਦੇ ਨੇ, ਉਹਨਾਂ ਦਾ ਮਾਈਂਡ ਸੈਟ ਇਸ ਤਰੀਕੇ ਨਾਲ ਬਣ ਜਾਂਦਾ ਵੀ ਜਿਹੜੀ ਦੂਜੀ ਧਿਰ ਉਹ ਮਾੜੀ ਆ, ਜਦ ਕਿ ਦੂਜੀ ਧਿਰ ਜਿਹੜੀ ਉਹ ਸਾਡੇ ਆਪਣੇ ਚਾਚੇ, ਤਾਏ, ਮਾਮੇ, ਮਾਸੀਆਂ, ਭੂਆ, ਫੁੱਫੜ ਨੇ ਤੇ ਅਸੀਂ ਉਹਨਾਂ ਦੇ ਬੱਚੇ ਆ। ਉਹ ਜਿਹੜਾ ਰੀਬਿਲਡ ਕਰਨਾ ਨਾ ਕਮਿਊਨਿਟੀ ਨੂੰ, ਜਦੋਂ ਅਸੀਂ ਪੰਜਾਬ ਛੱਡ ਗਏ, ਪੰਜਾਬ ਦੇ ਵੱਖ-ਵੱਖ ਖਿੱਤਿਆਂ 'ਚੋਂ ਅਸੀਂ ਛੱਡ ਗਏ। ਜਦੋਂ ਮੈਂ ਆਇਆ ਸੀ ਨਾ 2015-16 ਦੇ ਵਿੱਚ, ਉਦੋਂ ਮੈਂ ਇਹ ਚੀਜ਼ ਦੇਖੀ ਸੀ ਵੀ ਆਪਣੇ ਪੰਜਾਬੀ ਕਮਿਊਨਿਟੀ ਜਿਹੜੀ ਵੰਡੀ ਹੋਈ ਸੀਗੀ ਮਾਝਾ, ਮਾਲਵਾ, ਦੁਆਬੇ ਦੇ ਵਿੱਚ, ਹੈ ਨਾ। ਮਤਲਬ ਇਹ ਵਰਚੁਅਲ ਪਾੜੇ ਨੇ ਜਿਹੜੇ ਕੋਈ ਮਾਲਵੇ ਵਾਲਾ ਬੰਦਾ ਦੁਆਬੇ ਵਾਲੇ ਨੂੰ ਕੰਮ ਤੇ ਨਹੀਂ ਸੀ ਰੱਖਦਾ। ਅੱਛਾ। ਜੇ ਰੱਖਦਾ ਸੀ ਤਾਂ ਫਿਰ ਉਹ ਬੰਦਾ ਤੰਗ ਕਰਦਾ ਸੀ। ਮਤਲਬ ਐਵੇਂ ਦੀਆਂ ਚੀਜ਼ਾਂ ਨਾਰਮਲੀ ਆਪਾਂ ਸੁਣਦੇ ਸੀਗੇ। ਸੋ ਇਹੀ ਚੀਜ਼ ਹੁਣ ਸਟੂਡੈਂਟ ਵਾਲੇ ਪਾਸੇ ਨੂੰ ਹੋ ਰਹੀ ਹੈ, ਐਕਸਪਲੋਇਟੇਸ਼ਨ ਵਾਲੇ ਪਾਸੇ ਨੂੰ। ਇਹ ਚੀਜ਼ਾਂ ਸਾਨੂੰ ਖਤਮ ਕਰਨ ਦੀ ਲੋੜ ਹੈ। ਜੇ ਹੁਣ ਆਪਾਂ ਗੱਲ ਕਰਦੇ, ਤੁਸੀਂ ਕਹਿੰਦੇ ਸੀ ਮਿਸ਼ਨ ਦੀ, ਹਨਾ, ਸਟਾਰਟਿੰਗ ਹੋਈ ਸੀਗੀ ਸਾਡੀ ਸੈਟਲਮੈਂਟ ਸਰਵਿਸਿਜ਼ ਤੋਂ। ਠੀਕ ਹੈ। ਸੈਟਲਮੈਂਟ ਸਰਵਿਸਿਜ਼ ਤੋਂ ਬਾਅਦ ਦੇ ਵਿੱਚ ਜਿਵੇਂ ਜਿਵੇਂ ਚੀਜ਼ਾਂ ਗਈਆਂ ਅੱਗੇ, ਸਾਨੂੰ ਲੱਗਿਆ ਵੀ ਇੱਕ ਐਡਵੋਕੇਸੀ ਦੀ ਵੀ ਲੋੜ ਆ, ਜਿਹਦੇ ਵਿੱਚ ਆਪਾਂ ਦੋਨੇ ਪੱਖਾਂ ਦੀ ਗੱਲ ਕਰ ਸਕੀਏ। ਸਾਡੇ ਨਾਲ ਉਹ ਬੰਦੇ ਵੀ ਵੋਲੰਟੀਅਰ ਨੇ ਜਿਨ੍ਹਾਂ ਦੇ ਇੱਥੇ ਆਪਣੇ ਬਿਜ਼ਨਸ ਸੈਟਅਪ ਨੇ, ਜਿਨ੍ਹਾਂ ਨੂੰ ਇੱਥੇ ਆਇਆ ਨੂੰ 15-15, 20-20 ਸਾਲ ਹੋ ਗਏ, ਜਿਹੜੇ ਰੈਪੂਟੇਡ ਜੌਬਸ ਦੇ ਉੱਤੇ ਨੇ, ਜਿਹੜੇ ਕਿ ਸਟੂਡੈਂਟ ਨਹੀਂ ਆਏ ਸੀ। ਠੀਕ ਹੈ। ਸਾਡੇ ਨਾਲ ਉਹ ਵੀ ਨੇ ਜਿਹੜੇ ਸਟੂਡੈਂਟ ਆਏ ਸੀਗੇ ਜਾਂ ਸਟੂਡੈਂਟ ਆ ਰਹੇ ਨੇ, ਹਨਾ। ਸੋ ਦੋਵਾਂ ਦੀ ਜਿਹੜੀ ਇੱਕ ਕਮਿਊਨਿਟੀ ਆ ਉਹਨੂੰ ਬਣਾਉਣ ਦਾ ਸਾਡਾ ਮੇਨ ਮੋਟੋ ਆ, ਉਹ ਲਗਾਤਾਰ ਚੱਲਦਾ ਆ ਰਿਹਾ ਜੀ। ਮੈਂ ਗੱਲ ਕੀਤੀ ਸੀ ਥੋੜ੍ਹੀ ਦੇਰ ਪਹਿਲਾਂ ਪਹਿਚਾਣ ਦੀ ਤੇ ਸਾਖ ਦੀ। ਤੁਸੀਂ ਇਹਨੂੰ ਕਿਸ ਢੰਗ ਨਾਲ ਦੇਖਦੇ ਹੋ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ, ਖਾਸ ਕਰਕੇ ਸਾਡੇ ਇੰਡੀਆ ਤੋਂ ਆਏ ਹੋਏ ਆ, ਤੁਸੀਂ ਕਿਹਾ ਕਿ ਕੁਝ ਕੁ ਪਰਸੈਂਟ ਆ ਜਿਹੜੇ ਇਸ ਤਰ੍ਹਾਂ ਕਰਦੇ ਆ, ਜਿਹੜੇ ਖਰਾਬੀ ਕਰਦੇ ਆ, ਪਰ ਦੂਸਰੇ ਪਾਸੇ ਜਿਹੜੀ ਲੋਕ ਇਮੇਜ ਬਣਾ ਲੈਂਦੇ ਆ, ਜਿੱਦਾਂ ਤੁਸੀਂ ਕਿਹਾ ਕਿ ਇੰਪੈਕਟ ਪੈਂਦਾ ਹੈਗਾ, ਉਹਦੇ ਤੋਂ ਉਹ ਪ੍ਰਭਾਵਿਤ ਹੋ ਕੇ ਉਹ ਕਰ ਲੈਂਦੇ ਹੈਗੇ ਆ। ਲੋਕਾਂ ਦੇ ਵਿੱਚ ਕਿਹੋ ਜਿਹੀ ਓਵਰਆਲ ਇਮੇਜ ਹੈ ਤੁਹਾਡੀ ਸਟੂਡੈਂਟਸ ਦੀ? ਜੇ ਆਪਾਂ ਗੱਲ ਕਰੀਏ ਜੀ ਅਗੇਨ ਪਰਸੈਂਟੇਜ ਦੇ ਹਿਸਾਬ ਨਾਲ, ਹੈ ਨਾ, ਹੁਣ
ਜੇ ਤੁਹਾਡੇ ਸਰੋਤੇ ਸਾਡੇ ਟੀਮ ਵੀਕਰ ਫੇਸਬੁੱਕ ਗਰੁੱਪ ਦੇ ਵਿੱਚ ਜਾ ਕੇ ਦੇਖਣਗੇ ਤਾਂ ਉੱਥੇ ਹੁਣ ਅਸੀਂ ਨੇ ਇੱਕ ਮੁਹਿੰਮ ਚਲਾਈ ਹੋਈ ਆ। ਉਸ ਮੁਹਿੰਮ ਦੇ ਵਿੱਚ ਅਸੀਂ ਨੇ ਸਭ ਤੋਂ ਪਹਿਲਾਂ ਜਿਹੜਾ ਉਹਦਾ ਪਾਰਟ ਸੀਗਾ ਉਹਦੇ ਵਿੱਚ 10 ਕੁੜੀਆਂ ਦੀ ਸਟੋਰੀਆਂ ਸ਼ੇਅਰ ਕੀਤੀਆਂ ਸੀਗੀਆਂ। ਅੱਛਾ। ਉਹ 10 ਕੁੜੀਆਂ ਜਿਹੜੀਆਂ ਮਿਹਨਤੀ ਨੇ, ਜਿਨ੍ਹਾਂ ਨੇ ਸਟਰਗਲ ਵੀ ਦੇਖਿਆ, ਜਿਨ੍ਹਾਂ ਨੂੰ ਇਹ ਵੀ ਸੁਣਨ ਨੂੰ ਮਿਲਿਆ ਵੀ ਤੁਸੀਂ ਪਿੰਡ ਮੁੜ ਜਾਓ, ਤੁਸੀਂ ਵਾਪਸ ਚਲੀਆਂ ਜਾਓ, ਜਿਨ੍ਹਾਂ ਦੇ ਆਪਦੇ ਦਿਮਾਗ ਦੇ ਵਿੱਚ 100 ਵਾਰੀ ਖਿਆਲ ਆਇਆ ਹੋਊਗਾ ਵੀ ਅਸੀਂ ਪਿੰਡ ਚਲੇ ਜਾਣਾ, ਪਰ ਉਹਨਾਂ ਨੇ ਆਪਦੇ ਆਪ ਨੂੰ ਉਸ ਤਪਦੀ ਅੱਗ ਦੇ ਵਿੱਚ ਤਪਾਇਆ ਤੇ ਹੁਣ ਇਸ ਸਮੇਂ ਦੇ ਉੱਤੇ ਉਹ ਸਕਸੈਸ ਪਾਈ ਬੈਠੀਆਂ ਨੇ। ਚਾਹੇ ਕਿਸੇ ਨੇ ਕੋਈ ਵਧੀਆ ਜੌਬ ਲਈ ਆ, ਚਾਹੇ ਕਿਸੇ ਨੇ ਕਿਸੇ ਸਪੈਸੀਫਿਕ ਖੇਤਰ ਦੇ ਵਿੱਚ ਕੋਈ ਨਾਮਣਾ ਖੱਟਿਆ, ਹੈ ਨਾ। ਸੋ ਉਹ ਮੇਰੀਆਂ 10 ਸਟੋਰੀਆਂ ਸੀ ਨੇ ਜਿਹੜੀਆਂ ਜਨਰਲ ਆਲ ਓਵਰ ਕੈਨੇਡਾ। ਸੋ ਉਹਨਾਂ ਨੇ ਆਪਣੀ ਪਹਿਚਾਣ ਬਣਾ ਲਈ, ਉਹਨਾਂ ਨੇ ਆਪਣੀ ਪਹਿਚਾਣ ਬਣਾਈ, ਉਹ ਅਸੀਂ ਨੇ ਸ਼ੇਅਰ ਕੀਤੀਆਂ ਜੀ। ਹੁਣ ਉਹਦਾ ਨੈਕਸਟ ਪਾਰਟ ਆ ਜਿਹੜਾ, ਉਹਦਾ ਨੈਕਸਟ ਪਾਰਟ ਦੇ ਵਿੱਚ ਅਸੀਂ ਸਟੇਟਮੈਂਟਸ ਜਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਨ੍ਹਾਂ ਨੂੰ ਜਿਹੜੇ ਰੈਪਿਊਟਡ ਬੰਦੇ ਨੇ ਆਪਣੀ ਕਮਿਊਨਿਟੀ ਦੇ ਵਿੱਚ, ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਪੁੱਛ ਕੇ ਕਿ ਤੁਸੀਂ ਕਿਵੇਂ ਸੋਚਦੇ ਹੋ ਸਟੂਡੈਂਟ ਕੁੜੀਆਂ ਬਾਰੇ। ਸਟੂਡੈਂਟ ਕੁੜੀਆਂ ਦੀ ਹੀ ਸਿਰਫ ਗੱਲ ਕਰ ਰਹੇ ਹਾਂ ਆਪਾਂ ਵੀ ਸਟੂਡੈਂਟ ਕੁੜੀਆਂ ਬਾਰੇ ਤੁਸੀਂ ਕਿਵੇਂ ਸੋਚਦੇ ਹੋ, ਤੇ ਸਾਨੂੰ ਪੋਜ਼ਿਟਿਵ ਰਿਵਿਊ ਮਿਲ ਰਹੇ ਨੇ, ਸਾਰੇ ਦੇ ਸਾਰੇ ਪੋਜ਼ਿਟਿਵ ਰਿਵਿਊਜ਼ ਮਿਲ ਰਹੇ ਨੇ। ਸੋ ਜੇ ਹੁਣ ਆਪਾਂ ਇਸ ਚੀਜ਼ ਨੂੰ ਛਾਨਣੀ ਦੇ ਵਿੱਚੋਂ ਛੰਡ ਕੇ ਦੇਖੀਏ ਇੱਕ ਤਰ੍ਹਾਂ ਨਾਲ, ਜ਼ਿਆਦਾਤਰ ਬੰਦੇ ਤਾਂ ਇਹੀ ਕਹਿ ਰਹੇ ਨੇ ਵੀ ਸਾਰਾ ਕੁਛ ਵਧੀਆ ਹੋ ਰਿਹਾ, ਜ਼ਿਆਦਾਤਰ ਬੰਦੇ ਤਾਂ ਇਹੀ ਚੀਜ਼ ਕਹਿ ਰਹੇ ਨੇ। ਇੱਕ ਹੁੰਦਾ ਨਾ ਜਦੋਂ ਡੋਰ ਖਿੱਚੀ ਜਾਂਦੀ ਆ, ਤਾਂ ਡੋਰ ਖਿੱਚੀ ਜਾਣ ਦੇ ਵਿੱਚ ਖਿੱਚੇ ਜਾਣ ਵਾਲੇ ਬੰਦੇ ਬਹੁਤ ਹੋ ਜਾਂਦੇ ਨੇ, ਜਿਹੜਾ ਇੱਕ ਵਹਾਅ ਦੇ ਵਿੱਚ ਬਹਿ ਜਾਂਦੇ ਹੁੰਦੇ ਨੇ ਵੀ ਜਦੋਂ ਇੱਕ ਵੀਡੀਓ ਆ ਗਈ ਕੋਈ ਜਾਂ ਕੋਈ ਇੱਕ ਇਹੋ ਜਿਹਾ ਇੰਸੀਡੈਂਟ ਹੋ ਗਿਆ, ਆਪਾਂ ਨੂੰ ਕਰਨਾ ਕੀ ਚਾਹੀਦਾ, ਉੱਥੇ ਜਿਹੜੇ ਸਾਡੇ ਜਵਾਕ ਨੇ 18 ਤੋਂ 21 ਸਾਲਾਂ ਦੀ ਉਮਰ ਦਾ ਜਿਹੜਾ ਏਜ ਗਰੁੱਪ ਆਉਂਦਾ, ਉਹ 18 ਤੋਂ 21 ਸਾਲ ਕੱਚੀ ਮਿੱਟੀ ਆ, ਬਿਲਕੁਲ ਕੱਚੀ ਮਿੱਟੀ ਆ। ਉਹਨਾਂ ਦੇ ਜਿਵੇਂ ਦੇ ਤਜਰਬੇ ਹੋਣਗੇ, ਉਹਨਾਂ ਦੀ ਜ਼ਿੰਦਗੀ ਵੀ ਅੱਗੇ ਉਵੇਂ ਹੋਣੀ ਆ। ਜਦੋਂ ਉਹਨਾਂ ਨੂੰ ਇਸ ਤਰੀਕੇ ਨਾਲ ਸਮਝਾਇਆ ਜਾਊਗਾ, ਦੋਨੇ ਪਾਸਿਓਂ ਸਮਝਣ ਵਾਲੇ ਨੂੰ ਵੀ ਉਹ ਤਿਆਰੀ ਕਰਨੀ ਪੈਣੀ ਆ ਪਹਿਲਾਂ ਵੀ ਮੈਂ ਐਕਸੈਪਟੈਂਸ ਦੇ ਰੋਲ ਦੇ ਵਿੱਚ ਆ ਗਿਆ, ਹੈ ਨਾ, ਮੈਂ ਉਹ ਚੀਜ਼ ਲਈ ਓਪਨ ਆ, ਮੈਂ ਸੁਣਨ ਲਈ ਤਿਆਰ ਹਾਂ। ਦੋਨੇ ਪਾਸਿਓਂ ਜਦੋਂ ਉਹ ਚੀਜ਼ ਹੋਊਗੀ, ਬੱਚੇ ਨੂੰ ਇਹ ਲੱਗੂਗਾ ਕਿ ਮੇਰੇ ਮਾਂ-ਬਾਪ ਵਾਂਗੂ ਇਹ ਮੈਨੂੰ ਸਮਝਾ ਰਿਹਾ ਬੰਦਾ, ਤੇ ਬੰਦੇ ਨੂੰ ਇਹ ਲੱਗੂਗਾ ਜਿਹੜੇ ਬੰਦੇ ਕੋਲ ਜਿਹੜਾ ਸਮਝਾਉਣ ਲੱਗਿਆ, ਚਾਹੇ ਉਹਦਾ ਇੰਪਲੋਇਰ ਹੋਵੇ, ਚਾਹੇ ਉਹਦਾ ਕੋਈ ਦੋਸਤ ਮਿੱਤਰ ਹੋਵੇ, ਚਾਹੇ ਕੋਈ ਉੱਦਾਂ ਦੇਖਣ ਸੁਣਨ ਵਾਲਾ ਹੋਵੇ, ਜਦੋਂ ਦੋਨੇ ਪਾਸੇ ਐਕਸੈਪਟੈਂਸ ਹੋ ਜੂਗੀ ਫਿਰ ਚੀਜ਼ਾਂ ਦਾ ਫਰਕ ਪਊਗਾ। ਨਹੀਂ ਫਿਰ ਉਹ ਜਿਹੜੀ ਡੋਰ ਖਿੱਚੇ ਜਾਣ ਨਾਲ ਵਹਾਅ ਦੇ ਵਿੱਚ ਬਹਿਣ ਵਾਲੇ ਨੇ, ਉਹ ਬੰਦੇ ਸਟੀਰੀਓਟਾਈਪਿੰਗ ਕਰਦੇ ਰਹਿਣਗੇ ਜੀ। ਸੋ ਜਿਸ ਕਾਰਨ ਆਪਾਂ ਥੋੜ੍ਹੀ ਜਿਹੀ ਗੱਲਬਾਤ ਕੀਤੀ ਹੈ ਕਿ ਸਟੂਡੈਂਟਸ ਦੀ ਆਪਣੀ ਜਿਹੜੀ ਆਈਡੈਂਟਿਟੀ ਹੈ ਜਿਹੜੀ ਉਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ, ਪਲੱਸ ਜਿਹੜੀ ਇਮੇਜ ਉਹਨਾਂ ਦੀ ਬਣ ਗਈ ਹੈਗੀ ਆ। ਬੇਸ਼ੱਕ ਤੁਸੀਂ ਇਸ ਚੀਜ਼ ਨੂੰ ਕਹਿ ਰਹੇ ਹੋ ਕਿ ਪਰਸੈਂਟੇਜ ਬਹੁਤ ਥੋੜ੍ਹੀ ਹੈ, ਪਰ ਇੱਕ ਓਵਰਆਲ ਜਦੋਂ ਆਪਾਂ ਸੁਣਦੇ ਹਾਂ ਨਾ, ਓਵਰਆਲ ਜਿਹੜੀ ਇਮੇਜ ਹੈਗੀ ਆ, ਕੀ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਜ਼ਿਆਦਾ ਨੈਗੇਟਿਵ ਆ? ਬੇਸ਼ੱਕ ਉਹ ਅੰਸ਼ ਥੋੜ੍ਹੇ ਲੋਕਾਂ ਦਾ ਆ ਜਿਨ੍ਹਾਂ ਕਰਕੇ ਬਣ ਰਹੀ ਹੈਗੀ ਆ, ਕੀ ਖਿਆਲ ਆ ਤੁਹਾਡਾ? ਜੀ ਬਿਲਕੁਲ, ਕਾਰਨ ਮੈਨੂੰ ਇਹ ਲੱਗਦਾ ਵੀ ਤੁਸੀਂ ਬਿਲਕੁਲ ਸਹੀ ਕਿਹਾ ਕਿ ਨੈਗੇਟਿਵ ਇਮੇਜ ਵਾਂਗੂ ਜੇ ਆਪਾਂ ਗੱਲ ਕਰੀਏ, ਨੈਗੇਟਿਵ ਇਮੇਜ ਹੈਗੀ ਆ। ਨੈਗੇਟਿਵ ਇਮੇਜ ਪੱਖੋਂ ਦੇਖਿਆ ਜਾਂਦਾ, ਕਿਉਂਕਿ ਇੱਕ ਜਿਹੜਾ ਮਾਰਜਨ ਆਫ ਐਰਰ ਜਾਂ ਜਿਹਨੂੰ ਆਪਾਂ ਬੈਨੀਫਿਟ ਆਫ ਡਾਊਟ ਕਹਿ ਦਿੰਦੇ ਹਾਂ, ਉਹਦੀ ਗੁੰਜਾਇਸ਼ ਬਿਲਕੁਲ ਹੀ ਨਹੀਂ ਰਹੀ ਹੈਗੀ ਜਿੱਥੇ ਗੱਲ ਆ ਜਾਂਦੀ ਹੈ ਸਟੂਡੈਂਟਸ ਦੀ। ਜਦੋਂ ਹਲਕੀ ਜਿਹੀ ਵੀ ਗੱਲ ਹੋਵੇ, ਕਈ ਵਾਰੀ ਕੀ ਹੁੰਦਾ ਨਾ, ਅਸੀਂ ਪਿੱਛੇ ਨਹੀਂ ਦੇਖਦੇ ਹੈਗੇ ਵੀ ਚੀਜ਼ ਦੇ ਪਿੱਛੇ ਕੀ ਆ। ਲੈਟਸ ਸਪੋਜ਼ ਵੀ ਇੱਕ ਆਪਾਂ ਐਗਜ਼ਾਮਪਲ ਲੈਂਦੇ ਹਾਂ, ਉਹਦੇ ਵਿੱਚ ਕਿਸੇ ਸਟੂਡੈਂਟ ਤੋਂ ਰੈਂਟ ਨਹੀਂ ਦਿੱਤਾ ਗਿਆ 1 ਮਹੀਨੇ ਦਾ, ਛੇਤੀ 1 ਤਰੀਕ ਨੂੰ ਦਿੱਤਾ ਨਹੀਂ ਗਿਆ ਹੈਗਾ ਹੋਮ ਓਨਰ ਨੂੰ, ਠੀਕ ਹੈ। ਉਹਦੇ ਵਿੱਚ ਹੁੰਦਾ ਕੀ ਆ, ਹੁਣ ਸਟੂਡੈਂਟ ਆ ਜਿਹੜਾ ਉਹ 20 ਘੰਟੇ ਕੰਮ ਕਰਦਾ, ਉਹਦੇ ਹੋਰ ਖਰਚੇ ਵੀ ਬਹੁਤ ਜ਼ਿਆਦਾ ਨੇ। ਉਹਨੇ 20 ਘੰਟੇ ਕੰਮ ਕੀਤਾ, 20 ਘੰਟੇ ਕੰਮ ਕਰਨ ਤੋਂ ਬਾਅਦ ਜੇ ਉਹਨੂੰ ਉਹਦੇ ਇੰਪਲੋਇਰ ਨੇ ਇਹ ਕਹਿਤਾ ਵੀ ਮੈਂ ਤਾਂ ਤੈਨੂੰ ਪੈਸੇ ਦੇਣੇ ਨਹੀਂ, ਉਹਨੇ ਪੈਸੇ ਮਾਰ ਲਏ, ਜਾਂ ਉਹਨੇ ਕਹਿਤਾ ਮੇਰੇ ਕੋਲ ਹਜੇ ਪੈਸੇ ਹੈ ਨਹੀਂ ਗੇ, ਅੱਗੇ ਉਹਨੇ ਹੋਮ ਓਨਰ ਨੂੰ ਰੈਂਟ ਦੇਣਾ। ਆਪਾਂ ਨੂੰ ਸਭ ਨੂੰ ਪਤਾ ਵੀ 20 ਘੰਟੇ ਕੰਮ ਕਰਕੇ $1000 ਤੋਂ $1200 ਬਣਦਾ ਬੰਦੇ ਨੂੰ। 1000 ਤੋਂ 1200 ਦੇ ਵਿੱਚ ਇਸ ਟਾਈਮ ਦੇ ਉੱਤੇ ਜੇ ਸਰੀ ਦੀ ਆਪਾਂ ਅਫੋਰਡੇਬਿਲਿਟੀ ਦੀ ਗੱਲ ਕਰੀਏ, ਨਹੀਂ ਅਫੋਰਡੇਬਲ ਹੈਗਾ ਉਸ ਚੀਜ਼ 'ਚ ਰਹਿਣਾ। ਚਾਹੇ ਬੇਸ਼ੱਕ ਅਸੀਂ ਰੈਂਟ 'ਤੇ ਰਹਿ ਰਹੇ ਹਾਂ, ਆਪਣੇ ਖਰਚੇ ਹੈਗੇ ਨੇ। 1000-1200 ਦੇ ਵਿੱਚ ਜਦੋਂ ਅਸੀਂ ਨੇ ਰੈਂਟ ਦੇਣਾ ਹੁੰਦਾ, ਤਾਂ ਜੇ ਉਹੀ ਰੈਂਟ ਨੂੰ ਅੱਗੇ ਤਨਖਾਹ ਨਹੀਂ ਮਿਲੀ ਹੈਗੀ, ਤਾਂ ਉਹ ਰੈਂਟ ਉਸੇ ਦੇ 'ਚੋਂ ਕੱਢ ਕੇ ਤਨਖਾਹ 'ਚ ਹੋਮ ਓਨਰ ਨੂੰ ਦੇਣਾ ਸੀ, ਪਰ ਹੁਣ ਉਹ ਦੇ ਨਹੀਂ ਸਕਦਾ। ਹੁਣ ਹੋਮ ਓਨਰ ਦੇ ਦਿਮਾਗ ਦੇ ਵਿੱਚ ਕੀ ਆ, ਸਟੂਡੈਂਟ ਕਰਦੇ ਹੀ ਐਂ ਹੁੰਦੇ ਨੇ, ਤੁਸੀਂ ਆਪਦਾ ਬੋਰੀਆ ਬਿਸਤਰਾ ਚੱਕੋ, ਨਿਕਲੋ ਇੱਥੋਂ। ਸਹੀ ਗੱਲ, ਸਟੂਡੈਂਟ ਸਾਰੇ ਐਂ ਕਰਦੇ ਨੇ। ਉਹਨੇ ਵਰਡ ਆਫ ਮਾਊਥ ਕਿੱਥੇ ਪਹੁੰਚਾਉਣਾ? ਆਪਦੇ 10 ਫਰੈਂਡ ਸਰਕਲ ਦੇ ਵਿੱਚ। ਉਹ 10 ਫਰੈਂਡ ਸਰਕਲਾਂ ਦੇ ਵਿੱਚੋਂ ਇੱਕ ਗੇਮ ਆ, ਸਾਈਕੋਲੋਜੀਕਲੀ ਚਾਈਨੀਜ਼ ਵਿਸਪਰ ਗੇਮ ਆ, ਵੀ ਜਦੋਂ ਇੱਕ ਤੋਂ ਬੰਦਾ ਦੂਜੇ ਨੂੰ ਗੱਲ ਦੱਸਦਾ, ਦੂਜੇ ਤੋਂ ਤੀਜੇ ਨੂੰ ਗੱਲ ਦੱਸਦਾ, ਉਹ ਗੱਲ ਬਦਲ ਜਾਂਦੀ, ਬਿਲਕੁਲ ਬਦਲ ਜਾਂਦੀ ਆ। ਉਹ ਹੁਣ ਮੰਨ ਕੇ ਚਲੋ, ਹੁਣ ਇਸ ਐਗਜ਼ਾਮਪਲ ਦੇ ਵਿੱਚ ਆਪਾਂ ਥੋੜਾ ਜਿਹਾ ਹੋਰ ਐਡ ਕਰ ਦਈਏ ਵੀ ਉਹ ਕੁੜੀਆਂ ਸੀਗੀਆਂ ਤੇ ਕੁੜੀਆਂ ਨੂੰ ਮਿਲਣ ਉਹਨਾਂ ਦੇ ਮੇਲ ਫਰੈਂਡ ਆਉਂਦੇ ਸੀਗੇ, ਠੀਕ ਹੈ, ਕਿਉਂਕਿ ਮੇਲ ਫਰੈਂਡ ਹੋਣਾ ਕਾਲਜ ਦੇ ਵਿੱਚ ਆਮ ਗੱਲ ਆਪਾਂ ਨੂੰ ਪਤਾ। ਤੇ ਇੱਥੇ ਗਰੁੱਪ ਅਸਾਈਨਮੈਂਟਸ, ਇੱਥੋਂ ਦਾ ਈਕੋ ਸਿਸਟਮ ਆ ਕੈਨੇਡਾ ਦਾ, ਜਦੋਂ ਪੜ੍ਹਦੇ ਆ ਵੀ ਗਰੁੱਪ ਅਸਾਈਨਮੈਂਟਸ ਕਰਨੀਆਂ ਪੈਂਦੀਆਂ ਨੇ ਜੀ। ਜੇ ਹੁਣ ਮੰਨ ਲਓ ਗਰੁੱਪ ਅਸਾਈਨਮੈਂਟਸ ਹੀ
ਕਰ ਰਹੇ ਨੇ, ਲੈਟਸ ਸੇ ਵੀ ਆਪਾਂ ਸਿਰਫ ਤੇ ਸਿਰਫ ਇੱਕ ਹੀ ਆਪਾਂ ਮੰਨ ਕੇ ਚੱਲਦੇ ਹਾਈਪੋਥੇਸਿਸ ਕਰਦੇ ਹਾਂ ਵੀ ਉਹ ਗਰੁੱਪ ਅਸਾਈਨਮੈਂਟ ਕਰਨ ਵੀ ਇਕੱਠੇ ਬੈਠਦੇ ਨੇ, ਉਹਨਾਂ ਨੇ ਕਹਿਣਾ ਜੀ ਉਹਨਾਂ ਕੋਲ ਤਾਂ ਮੁੰਡੇ ਵੀ ਆਉਂਦੇ ਸੀ, ਬਿਲਕੁਲ ਅੱਗੇ ਗੱਲ ਹੋਰ ਜਾਣੀ ਆ, ਉਸ ਤੋਂ ਅੱਗੇ ਗੱਲ ਹੋਰ ਜਾਣੀ ਆ। ਸੋ ਅਸੀਂ ਕਈ ਵਾਰੀ ਨਾ ਪਿੱਛੋਂ ਚੀਜ਼ ਨਹੀਂ ਫੜਦੇ ਹੈਗੇ ਵੀ ਉਹਦੀ ਜੜ ਕੀ ਆ। ਹੁਣ ਜਦੋਂ ਆਪਾਂ ਪੂਰੀ ਇਮੇਜ ਦੀ ਗੱਲ ਕਰਦੇ ਹਾਂ, ਸਟੂਡੈਂਟਸ ਦੀ ਇਮੇਜ ਦੇ ਵਿੱਚ ਉਹੀ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਬੈਨੀਫਿਟ ਆਫ ਡਾਊਟ ਵਾਲਾ ਜਿਹੜੀ ਚੀਜ਼ ਆ ਉਹ ਤਾਂ ਅੰਸ਼ ਖਤਮ ਹੋ ਗਿਆ। ਆਪਣੀ ਕਮਿਊਨਿਟੀ ਦੇ ਵਿੱਚ ਜਿਹੜਾ ਵਰਚੁਅਲ ਪਾੜੇ ਦੀ ਆਪਾਂ ਜਿਹੜੀ ਗੱਲ ਕਰਦੇ ਸੀਗੇ ਉਹ ਕਿਉਂਕਿ ਕਨਵਰਸੇਸ਼ਨ ਨਹੀਂ ਹੁੰਦੀ ਹੈਗੀ ਉਸ ਚੀਜ਼ ਦੇ ਉੱਤੇ, ਕਮਿਊਨੀਕੇਸ਼ਨ ਨਹੀਂ ਹੈਗੀ ਉਸ ਚੀਜ਼ ਦੀ, ਉਹਨੂੰ ਸਮਝਣ ਵਾਸਤੇ ਦੋਨੇ ਧਿਰਾਂ ਨਹੀਂ ਤਿਆਰ ਹੈਗੀਆਂ ਜੀ। ਅੱਛਾ, ਹੁਣ ਤੁਸੀਂ ਗੱਲ ਛੇੜ ਹੀ ਲਈ ਆ, ਮੈਂ ਥੋੜ੍ਹਾ ਲੇਟਰ ਪਾਰਟ ਦੇ ਵਿੱਚ ਇਹਨੂੰ ਡਿਸਕਸ ਕਰਨਾ ਚਾਹੁੰਦੀ ਸੀ। ਤੁਸੀਂ ਗੱਲ ਕੀਤੀ ਹੈ ਕਿ ਵੀ ਜੇ ਗਰਲ ਸਟੂਡੈਂਟਸ ਹੈਗੀਆਂ ਹਾਂਜੀ ਘਰ ਦੇ ਵਿੱਚ ਕਿਤੇ ਰਹਿ ਰਹੀਆਂ ਆ, ਉਹਨਾਂ ਦੇ ਕੋਲ ਮੁੰਡੇ ਆ ਰਹੇ, ਉਹ ਮੁੰਡੇ ਆਉਂਦੇ, ਜਿਹੜੀ ਟਰਮ ਯੂਜ਼ ਕੀਤੀ ਜਾਂਦੀ ਹੈ ਨਾ, ਇਹ ਬੜੀ ਗਲਤ ਜਿਹੀ ਸੈਂਸ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ ਕਿ ਕੁੜੀਆਂ ਦੇ ਕੋਲ ਮੁੰਡੇ ਆਉਂਦੇ ਆ, ਹੈ ਨਾ, ਉਹ ਤੁਸੀਂ ਕੁਝ ਵੀ ਕਰਦੇ ਹੋ ਸਕਦੇ ਹੋ। ਦੂਸਰੀ ਚੀਜ਼, ਪਿਛਲੇ ਦਿਨੀ ਇੱਕ ਰਿਪੋਰਟ ਆਈ ਆ ਸਾਹਮਣੇ, ਸੋਸ਼ਲ ਮੀਡੀਆ 'ਤੇ ਕਾਫੀ ਘੁੰਮ ਰਹੀ ਹੈਗੀ ਆ ਉਹ, ਕਿ ਜਿਹੜੀਆਂ ਕੁੜੀਆਂ ਆ ਇੰਟਰਨੈਸ਼ਨਲ ਸਟੂਡੈਂਟਸ ਆ ਜਿਨ੍ਹਾਂ ਨੂੰ ਟਾਰਗੇਟ ਖਾਸ ਕਰਕੇ ਕੀਤਾ ਗਿਆ, ਉਹਦੇ ਵਿੱਚ ਇੱਕ ਕੋਈ ਸੋਸ਼ਲ ਵਰਕਰ ਆ, ਉਹਨੂੰ ਵੀ ਮੈਨਸ਼ਨ ਕੀਤਾ ਗਿਆ ਕਿ ਵੀ ਉਹ ਵੀ ਇਹ ਗੱਲ ਕੋਟ ਕਰ ਰਹੀ ਹੈਗੀ ਆ ਕਿ ਹੁਣ ਇੰਟਰਨੈਸ਼ਨਲ ਸਟੂਡੈਂਟਸ ਜਿਹੜੀਆਂ ਕੁੜੀਆਂ ਆ ਰਹੀਆਂ, ਮੈਜੋਰਿਟੀ ਆਫ ਦੈਮ ਜਿਹੜੀਆਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣਾ ਸਰੀਰ ਵੇਚਣ ਦੇ ਜਿਹੜਾ ਇਹ ਬਿਜ਼ਨਸ ਹੈ ਉਹਦੇ ਵੱਲ ਧੱਕਿਆ ਜਾ ਰਿਹਾ। ਇਹ ਚੀਜ਼ ਆਈ ਸੀ ਕਿ ਉਹਨਾਂ ਨੂੰ ਫਸਾਇਆ ਵੀ ਜਾ ਰਿਹਾ ਅਤੇ ਕੁਝ ਆਪਣੀ ਮਨਮਰਜ਼ੀ ਦੇ ਨਾਲ ਉਹਦੇ ਵਿੱਚ ਇਨਵੋਲਵ ਹੋ ਰਹੀਆਂ ਅਤੇ ਕਈਆਂ ਨੂੰ ਮਜਬੂਰੀ ਵਾਸਤੇ ਸਾਰਾ ਕੁਝ ਕਰਨਾ ਪੈ ਰਿਹਾ। ਇਹ ਫਿਰ ਉਹੀ ਜੈਨਰਿਕ ਸਟੇਟਮੈਂਟ ਆ ਗਈ ਹੈ। ਹੁਣ ਹਰ ਇੱਕ ਕੁੜੀ ਜਦੋਂ ਇੱਕ ਸਟੂਡੈਂਟ ਹੈ ਜਿਹੜੀ ਉਹ ਵਿਚਰ ਰਹੀ ਹੈ, ਤੁਸੀਂ ਇਹ ਦੇਖੋ, ਕਿਉਂਕਿ ਉਹਨਾਂ ਦੇ ਨਾਲ ਇੱਕ ਇਮੇਜ ਟੈਗ ਹੋ ਚੁੱਕੀ ਹੈ। ਜਦੋਂ ਉਹ ਸੁਸਾਇਟੀ 'ਚੋਂ ਲੰਘ ਰਹੀ ਹੈ, ਉਹ ਸਕਾਈ ਟ੍ਰੇਨ ਸਟੇਸ਼ਨ 'ਤੇ ਹੈ, ਉਹ ਸਕਾਈ ਟ੍ਰੇਨ ਦੇ ਵਿੱਚ ਬੈਠੀ ਹੈ, ਉਹ ਬੱਸ 'ਚ ਬੈਠੀ ਹੈ ਜਾਂ ਕੰਮ 'ਤੇ ਗਈ ਹੈ, ਜਦੋਂ ਇਹ ਇੱਕ ਕੋਈ ਖਬਰ ਪ੍ਰਕਾਸ਼ਿਤ ਹੋ ਗਈ ਹੈ ਔਰ ਉਹਨੂੰ ਇੰਨੇ ਵੱਡੇ ਲੈਵਲ 'ਤੇ ਸ਼ੇਅਰ ਕੀਤਾ ਗਿਆ ਹੈ, ਹੁਣ ਉਸ ਇਮੇਜ ਤੋਂ ਬਚਣਾ ਉਸ ਕੁੜੀਆਂ ਲਈ, ਉਹਨਾਂ ਕੁੜੀਆਂ ਦੇ ਲਈ ਇੱਕ ਬਹੁਤ ਵੱਡੀ ਚੁਣੌਤੀ ਹੈਗੀ ਆ। ਤੁਸੀਂ ਵੀ ਉਹ ਖਬਰ ਪੜ੍ਹੀ ਹੋਏਗੀ, ਤੁਹਾਡੇ ਨਾਲ ਦੀਆਂ ਜਿਹੜੀਆਂ ਕੁੜੀਆਂ ਸਟੂਡੈਂਟਸ ਆ ਉਹਨਾਂ ਨੇ ਵੀ ਪੜ੍ਹੀ ਹੋਏਗੀ, ਮਾਪਿਆਂ ਨੇ ਵੀ ਪੜ੍ਹੀ ਹੋਏਗੀ। ਅੱਜ ਇਸ ਸਾਰੇ ਕਾਸੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਇਮੇਜ ਦੇ ਲਈ ਕਿੱਡਾ ਵੱਡਾ ਖਤਰਾ ਹੈ? ਜੀ, ਸੋ ਮੈਂ ਉਹ ਆਰਟੀਕਲ ਪੜ੍ਹਿਆ, ਉਹ ਆਰਟੀਕਲ ਦੇ ਵਿੱਚ ਜਿੰਨੀਆਂ ਜਨਰਲ ਸਟੇਟਮੈਂਟਸ ਉਸ ਆਰਟੀਕਲ ਦੇ ਵਿੱਚ ਨੇ, ਉਹ ਪਹਿਲਾਂ ਤਾਂ ਜਰਨਲਿਜ਼ਮ ਦੇ ਵਿੱਚ ਉਹ ਨਹੀਂ ਚੀਜ਼ ਆਉਂਦੀ ਹੈਗੀ ਕਿਸੇ ਵੀ ਕਿਸਮ ਦੇ ਨਾਲ, ਕਿਉਂਕਿ ਉਹਦੇ ਵਿੱਚ ਕੀ ਲਿਖੀ ਹੋਈ ਹੈ ਗੱਲ, ਉਹਦੇ ਵਿੱਚ ਇਹ ਲਿਖੀ ਹੋਈ ਆ ਮੈਨੀ ਆਫ ਦਾ ਸਟੂਡੈਂਟਸ ਜਿਹੜੀਆਂ ਨੇ ਉਹ ਕੰਪਰੋਮਾਈਜ਼ ਕਰਦੀਆਂ ਨੇ ਆਪਦੇ ਹੋਮ ਓਨਰ ਦੇ ਨਾਲ ਰੈਂਟ ਦੇ ਐਕਸਪੈਂਸਿਸ ਹਟਾਉਣ ਵਾਸਤੇ। ਮੈਂ ਤੁਹਾਨੂੰ ਕੁਝ ਜਿਹੜੀਆਂ ਸਟੋਰੀਜ਼ ਨੇ ਉਹ ਦੱਸੂਗਾ ਇਸ ਤੋਂ, ਇਹ ਗੱਲਬਾਤ ਦੇ ਵਿੱਚ ਵੀ ਕੁੜੀਆਂ ਕਿਵੇਂ ਕੰਮ ਕਰਦੀਆਂ ਨੇ ਸਪੈਸੀਫਿਕਲੀ ਬਰੈਂਪਟਨ ਏਰੀਆ 'ਚ। ਅਤੇ ਦੂਜੀ ਉਹਦੇ ਵਿੱਚ ਗੱਲ ਲਿਖੀ ਹੋਈ ਸੀਗੀ ਉਹਨਾਂ ਨੇ ਕਿ ਜਿਹੜੀਆਂ ਸਟੂਡੈਂਟ ਕੁੜੀਆਂ ਨੇ ਜੀ, ਉਹ ਸਟੂਡੈਂਟ ਕੁੜੀਆਂ ਪ੍ਰੋਸਟੀਟਿਊਸ਼ਨ ਦੇ ਵਿੱਚ ਪੈ ਰਹੀਆਂ ਨੇ। ਸਟੂਡੈਂਟ ਕੁੜੀਆਂ ਨੂੰ ਧੱਕੇ ਦੇ ਨਾਲ ਜਿਹੜੇ ਪਿੰਪਸ ਨੇ ਉਹ ਲੈ ਕੇ ਜਾਂਦੇ ਨੇ ਆਪਦੇ ਵਰਗਲਾ ਕੇ, ਬਾਅਦ ਦੇ ਵਿੱਚ ਉਹਨਾਂ ਨੂੰ ਇਸ ਕੰਮ ਦੇ ਵਿੱਚ ਫਿਰ ਮੁੜ ਕੇ ਜਿਹੜੀਆਂ ਕੁੜੀਆਂ ਪੰਜਾਬ ਤੋਂ ਆਉਂਦੀਆਂ ਨੇ ਉਹਨਾਂ ਨੂੰ ਵੀ ਉਹ ਕਹਿ ਦਿੰਦੀਆਂ ਨੇ ਵੀ ਇਹ ਸੌਖਾ ਕੰਮ ਹੈ, ਇਸ ਤਰੀਕੇ ਦੇ ਨਾਲ ਆਪਾਂ ਆਪਣੀਆਂ ਫੀਸਾਂ ਕੱਢ ਸਕਦੀਆਂ, ਵੀ ਇਹ ਕੰਮ ਵਧੀਆ ਕੰਮ ਆ, ਵੀ ਇਸ ਤੋਂ ਬਾਅਦ ਵੀ ਕੁਛ ਨਹੀਂ ਹੁੰਦਾ ਕਿ ਆਪਾਂ ਫੀਸਾਂ ਕੱਢ ਲੈਂਦੇ ਫਾਈਨਾਂਸਿਸ ਦੇ ਕਰਕੇ। ਪਹਿਲਾਂ ਤਾਂ ਫਾਈਨਾਂਸਿਸ ਦੀ ਗੱਲ ਨੂੰ ਖੰਡਨ ਕਰਾਂਗੇ ਜੀ। ਸਭ ਤੋਂ ਜ਼ਿਆਦਾ ਇਸ ਚੀਜ਼ ਦੇ ਵਿੱਚ ਜਿਹੜਾ ਰੋਲ ਰਿਹਾ ਹੈ ਨਾ, ਉਹ ਕੈਨੇਡੀਅਨ ਗਵਰਨਮੈਂਟ ਦਾ ਰਿਹਾ, ਵੀ ਉਹਨਾਂ ਨੇ ਕੋਵਿਡ ਕਿਉਂਕਿ ਉਹਨਾਂ ਨੇ ਕੋਵਿਡ ਨੂੰ ਫਾਊਂਡੇਸ਼ਨ ਬਣਾਇਆ ਸੀਗਾ, ਕੋਵਿਡ ਦੌਰਾਨ ਜਿਹੜਾ ਕੈਨੇਡੀਅਨ ਗਵਰਨਮੈਂਟ ਨੇ $2,000 ਦਿੱਤਾ ਜਿਹੜਾ ਐਜ਼ ਅ ਰਿਲੀਫ ਫੰਡ ਜਿਵੇਂ ਆਪਾਂ ਕਹਿ ਲਈਏ ਹੈ ਨਾ, ਉਸ ਚੀਜ਼ ਨੇ ਫਾਈਨਾਂਸਿਸ ਦੇ ਵਿੱਚ ਤਕਰੀਬਨ ਸਾਰੇ ਬੰਦੇ ਕਵਰ ਕਰ ਲਏ ਸੀਗੇ। ਠੀਕ ਹੈ ਜੀ, ਉਹਦੇ ਵਿੱਚ ਕੋਈ ਐਡਾ ਮਸਲਾ ਨਹੀਂ ਆਇਆ ਹੈਗਾ। ਕੰਮ ਦੀ ਗੱਲ ਆ ਜਾਂਦੀ ਆ, ਸਟੂਡੈਂਟਾਂ ਨੇ ਉਸ ਟਾਈਮ ਦੇ ਵਿੱਚ ਜੇ ਆਪਾਂ ਰਿਪੋਰਟ ਦੇਖੀਏ ਜਾਂ ਜੇ ਆਪਾਂ ਗੱਲ ਕਰੀਏ, ਫੁੱਲ ਟਾਈਮ ਜਦੋਂ ਸਟੂਡੈਂਟਸ ਨੂੰ ਇਹ ਕਰਤਾ ਸੀ ਨਾ ਵੀ ਕੋਈ ਬੰਦਿਸ਼ ਨਹੀਂ ਹੈਗੀ ਕੰਮ ਦੀ, 20 ਘੰਟੇ ਵਾਲੀ ਬੰਦਿਸ਼ ਹਟਾਤੀ ਸੀ, ਸਟੂਡੈਂਟਸ ਨੇ 80 70 ਘੰਟੇ ਕੰਮ ਕੀਤਾ, 2 3 ਜੋਬਾਂ ਵੀ ਕੀਤੀਆਂ ਨੇ, ਫੀਸਾਂ ਆਪਣੀਆਂ ਕੱਢੀਆਂ ਨੇ। ਇਹੋ ਜਿਹੇ ਕਿੰਨੇ ਸਟੂਡੈਂਟ ਨੇ ਜਿਹੜੇ ਆਪਾਂ ਗਿਣਾ ਸਕਦੇ ਹਾਂ, ਗੱਲ ਵੀ ਕਰਵਾ ਸਕਦੇ, ਜਿਨ੍ਹਾਂ ਨੇ 3 ਜੋਬਾਂ ਕੀਤੀਆਂ ਨੇ, ਇੱਕ ਜੋਬ ਤੋਂ ਆਉਂਦੇ ਸੀ, ਦੂਜੀ ਤੇ ਜਾਂਦੇ ਸੀ, ਰਾਹ ਦੇ ਵਿੱਚ ਜਾਂਦੇ ਖਾਂਦੇ ਸੀਗੇ। ਜਿੱਥੇ ਕਿ ਆਮ ਲੋਕ ਜਿਹੜੇ ਸੀ ਕੈਨੇਡੀਅਨ ਸ਼ਹਿਰੀ ਸੀ ਉਹ ਡਰਦੇ ਸੀ ਤੇ ਸਟੂਡੈਂਟਸ ਉਸ ਓਪਰਚੁਨਿਟੀ ਦੇ ਵਿੱਚ ਫਰੰਟ ਲਾਈਨ ਤੇ ਕੰਮ ਕਰ ਰਹੇ ਸੀ, ਫਰੰਟ ਲਾਈਨ ਦੇ ਉੱਤੇ ਕੰਮ ਕਰ ਰਹੇ ਸੀ। ਸੋ ਉਹਨਾਂ ਦੀ ਗੱਲ ਨਹੀਂ ਹੁੰਦੀ ਹੈਗੀ ਕਿਤੇ ਵੀ। ਹੁਣ ਮੈਂ ਬਰੈਂਪਟਨ ਦੀ ਇੱਕ ਗੱਲ ਕਰੂੰਗਾ, ਸ਼ੇਅਰ ਕਰੂੰਗਾ, ਹੈ ਨਾ, ਕੁੜੀ ਦੀ ਇੱਕ ਸਟੋਰੀ ਆ। ਉਹ ਕੁੜੀ ਜਦੋਂ ਪੰਜਾਬ ਤੋਂ ਆਈ ਸੀ ਤਾਂ ਉਹ ਡਿਸੇਬਲ ਸੀ, ਉਹ ਤੁਰ ਨਹੀਂ ਸੀ ਸਕਦੀ। ਅੱਛਾ, ਉਹਨਾਂ ਨੇ ਟੀਮ ਵੀਕਰ ਨੂੰ ਅਪਰੋਚ ਕੀਤਾ ਕਿ ਜੋਬ ਵਾਸਤੇ ਸਾਨੂੰ ਲਵਾਓ, ਹੈ ਨਾ, ਅਤੇ ਉਹ ਹੁਣ ਟੀਮ ਵੀਕਰ ਨਾਲ ਵੋਲੰਟੀਅਰ ਵੀ ਕਰ ਰਹੇ ਨੇ। ਅਸੀਂ ਆਪਣੇ ਵੱਲੋਂ ਜਿੱਥੇ ਵੀ ਕਿਤੇ ਜੋ ਕੋਸ਼ਿਸ਼ ਕਰਦੇ ਸੀਗੇ, ਅੱਗੇ ਉਹੀ ਜਵਾਬ ਆਉਂਦਾ ਸੀ ਵੀ ਨਹੀਂ, ਇਹ ਤੋਂ ਕੁੜੀ ਤੋਂ ਕੰਮ ਨਹੀਂ ਹੋਣਾ ਹੈਗਾ ਉਵੇਂ, ਜਦ ਕਿ ਕੈਨੇਡੀਅਨ ਸਟੈਂਡਰਡਸ ਇਹ ਕਹਿੰਦੇ ਨੇ ਕਿ ਕਿਸੇ ਬੰਦੇ ਦੀ ਫਿਜ਼ੀਕਲ ਡਿਸੇਬਿਲਿਟੀ ਕਰਕੇ ਤੁਸੀਂ ਉਹਨਾਂ ਨੂੰ ਜੋਬ ਤੋਂ ਨਹੀਂ ਕਰ ਸਕਦੇ।
ਪਰ ਉਹ ਜੋਬ ਤੋਂ ਨਾ ਹੋ ਜਾਂਦੀ ਸੀਗੀ ਕਿਸੇ ਨਾ ਕਿਸੇ ਹੋਰ ਕਾਰਨ ਦੀ ਵਜ੍ਹਾ ਦੇ ਕੇ, ਪਰ ਸਾਨੂੰ ਪਤਾ ਹੁੰਦਾ ਸੀਗਾ ਵੀ ਕੀ ਗੱਲ ਆ। ਉਹ ਕੁੜੀ ਨੂੰ ਬਹੁਤ ਵਧੀਆ ਇਹ ਚੀਜ਼ ਸੀਗੀ ਵੀ ਉਹਨੂੰ ਇਹ ਕਿਹਾ ਜਾਵੇ ਤੇ ਉਹ ਆਪਦਾ ਮਨ ਸਮਝਾ ਲਵੇ ਵੀ ਮੈਨੂੰ ਪੰਜਾਬ ਵਾਪਸ ਮੁੜਨਾ ਪੈਣਾ, ਵੀ ਮੇਰੇ ਤੋਂ ਇੱਥੇ ਨਹੀਂ ਹੋਣਾ ਹੈਗਾ ਸਰਵਾਈਵ, ਮੇਰੇ ਤੋਂ ਇੱਥੇ ਰਹਿ ਨਹੀਂ ਹੋਣਾ। ਕਿਉਂਕਿ ਪੂਰਾ ਉਹਨੂੰ ਡਿਸਕਰੇਜ ਕੀਤਾ ਗਿਆ, ਉਹਨੂੰ ਬਹੁਤ ਇਹ ਕਹਿਣ ਵਾਲੇ ਸੀਗੇ ਵੀ ਪੰਜਾਬ ਮੁੜ ਜਾਓ, ਪਰ ਉਹ ਕੁੜੀ ਨੇ ਹਿੰਮਤ ਨਹੀਂ ਹਾਰੀ। ਉਹਨੇ ਫਲਾਇਰ ਵੰਡਣੇ ਸ਼ੁਰੂ ਕੀਤੇ ਕਿਸੇ ਰੈਸਟੋਰੈਂਟ ਵਾਸਤੇ। ਅੱਛਾ। ਮਿਨੀਮਮ ਵੇਜ ਦੇ ਉੱਤੇ, ਬਹੁਤ ਥੋੜੇ ਘੰਟੇ ਮਿਲਦੇ ਸੀਗੇ, ਪਰ ਉਹਨੇ ਸਰਵਾਈਵ ਕੀਤਾ। ਉਹਨੇ ਆਪਣੀ ਉਨੀ ਕੁ ਬ੍ਰੈਡ ਐਂਡ ਬਟਰ ਕਮਾਉਣ ਜੋਗੀ ਜਿਹੜੀ ਇਨਕਮ ਸੀਗੀ ਉਹ ਤੋਂ ਕਮਾਉਂਦੀ ਰਹੀ। ਹੁਣ ਉਹ ਕੁੜੀ HR ਡਿਪਾਰਟਮੈਂਟ ਦੇ ਵਿੱਚ ਹਾਇਰਿੰਗ ਮੈਨੇਜਰ ਲੱਗੀ ਹੋਈ ਆ, ਵਧੀਆ ਰੈਪਿਊਟਡ ਕੰਪਨੀ ਦੇ ਵਿੱਚ, GTA ਦੇ ਵਿੱਚ। ਠੀਕ ਹੈ। ਸੋ ਉਹ ਕੁੜੀਆਂ ਵੀ ਨੇ, ਉਹਨਾਂ ਦੀ ਗੱਲ ਕਿੱਥੇ ਹੁੰਦੀ ਆ? ਉਹਨਾਂ ਦੀ ਗੱਲ ਕਿਤੇ ਵੀ ਨਹੀਂ ਹੁੰਦੀ। ਜਿਹੜਾ ਆਰਟੀਕਲ ਛਾਪਣ ਵਾਲਾ ਮੈਗਜ਼ੀਨ ਆ, ਸਭ ਤੋਂ ਪਹਿਲੇ ਨੰਬਰ ਤੇ ਤਾਂ ਉਹ ਮੈਗਜ਼ੀਨ ਆਨਲਾਈਨ ਮੈਗਜ਼ੀਨ ਆ। ਦੂਜੀ ਚੀਜ਼ ਜਿਹੜੀ ਉਹਦੀ ਰਿਪੋਰਟ ਛਪੀ ਆ ਉਹਦੇ ਵਿੱਚ, ਉਹ ਰਿਪੋਰਟ ਦਾ ਜਿਹੜਾ ਸੈਂਪਲ ਸਾਈਜ਼ ਆ, ਕੀ ਸਾਨੂੰ ਪਤਾ ਉਹਨਾਂ ਨੇ ਜਿਹੜਾ ਸੈਂਪਲ ਸਾਈਜ਼ ਲਿਆ ਉਹ ਕਿੱਥੋਂ ਲਿਆ, ਕਿੰਨੇ ਬੰਦਿਆਂ ਦਾ ਸੈਂਪਲ ਸਾਈਜ਼ ਸੀਗਾ, ਕਿੰਨੀਆਂ ਕੁੜੀਆਂ ਉਹਦੇ ਵਿੱਚ ਆਈਆਂ ਨੇ। ਉਹ ਹਮੇਸ਼ਾ ਇਹ ਕਹਿ ਰਹੇ ਨੇ ਸਾਡੇ ਕੋਲ ਰਿਪੋਰਟ ਆ। ਰਿਪੋਰਟ ਕਿੱਥੇ ਆ? ਮੰਨ ਲਓ ਆਪਾਂ ਇੱਥੇ ਵੈਨਕੂਵਰ ਦੀ ਗੱਲ ਕਰ ਰਹੇ ਹਾਂ, ਗ੍ਰੇਟਰ ਵੈਨਕੂਵਰ ਦੇ ਵਿੱਚ ਉਹ ਬੰਦੇ ਵੀ ਨੇ ਜਿਹੜੇ ਵੈਨਕੂਵਰ ਹੇਸਟਿੰਗ ਸਟਰੀਟ ਤੇ ਰਹਿੰਦੇ ਨੇ। ਵੈਨਕੂਵਰ ਦੇ ਵਿੱਚ ਉਹ ਬੰਦੇ ਵੀ ਨੇ ਜਿਹੜੇ ਵਾਈਟ ਰੌਕ ਰਹਿੰਦੇ ਨੇ। ਵੈਨਕੂਵਰ ਦੇ ਵਿੱਚ ਉਹ ਬੰਦੇ ਵੀ ਜਿਹੜੇ ਨਾਰਥ ਵੈਨਕੂਵਰ, ਵੈਸਟ ਵੈਨਕੂਵਰ ਰਹਿੰਦੇ ਨੇ। ਬਿਲਕੁਲ ਸਹੀ ਆ। ਹੁਣ ਜੇ ਆਪਾਂ ਇਹ ਗੱਲ ਕਰੀਏ ਵੀ ਚਲੋ ਆਪਾਂ ਇੱਕ, ਵੈਸੇ ਹੋਣਾ ਨਹੀਂ ਚਾਹੀਦਾ, ਪਰ ਇੱਕ ਇਹ ਚੀਜ਼ ਹੁੰਦੀ ਆ ਵੀ ਅਸੀਂ ਗੋਰਾ ਕਮਿਊਨਿਟੀ ਨੂੰ ਥੋੜ੍ਹਾ ਜਿਹਾ ਆਪਣੇ ਤੋਂ ਉੱਪਰ ਗਿਣਦੇ ਹਾਂ, ਇੱਕ ਸਾਈਕੋਲੋਜੀ ਦੇ ਵਿੱਚ ਆ ਜਾਂਦੀ ਇਹ ਚੀਜ਼। ਹੁਣ ਉਹ ਗੋਰੇ ਵੀ ਨੇ ਜਿਹੜੇ ਹੇਸਟਿੰਗ ਸਟਰੀਟ ਦੇ ਉੱਤੇ ਰਾਤ ਨੂੰ, ਉਹਨਾਂ ਨੂੰ ਇਹ ਹੁੰਦਾ ਹੁੰਦਾ ਵੀ ਸਾਨੂੰ ਰਾਤ ਨੂੰ ਪੀਣ ਜੋਗੀ ਸਿਗਰਟ ਮਿਲ ਜਾਵੇ, ਬਸ ਹੋਰ ਕੁਛ ਨਹੀਂ ਚਾਹੀਦਾ ਹੈਗਾ। ਉਹ ਪੈਸੇ ਮੰਗਦੇ ਫਿਰਦੇ ਹੁੰਦੇ ਨੇ। ਉਹ ਵੀ ਨੇ ਜਿਹੜੇ ਆਪਦੇ ਵਧੀਆ ਜੋਬਾਂ ਕਰ ਰਹੇ ਨੇ। ਸੋ ਸਾਰੀਆਂ ਚੀਜ਼ਾਂ ਨੇ। ਉਹਨਾਂ ਦਾ ਸੈਂਪਲ ਸਾਈਜ਼ ਦਾ ਨਹੀਂ ਪਤਾ, ਉਹਨਾਂ ਨੇ ਸੈਂਪਲ ਕਿੱਥੋਂ ਲਿਆ, ਕਿੰਨਾ ਲਿਆ, ਜਾਂ ਜਿਹੜੀ ਚੀਜ਼ ਹੈਗੀ ਉਹ ਜਨਰਲ ਸਟੇਟਮੈਂਟ ਕਿਵੇਂ ਦੇ ਕੇ। ਸੋ ਜਨਰਲਾਈਜ਼ੇਸ਼ਨਸ ਜਿਹੜੀਆਂ ਡਰਾ ਕੀਤੀਆਂ ਜਾਂਦੀਆਂ ਉਹ ਡੇਂਜਰਸ ਤਾਂ ਹੁੰਦੀਆਂ ਹੀ ਹੁੰਦੀਆਂ ਹੈ ਨਾ, ਕਿਉਂਕਿ ਕੋਈ ਸਪੈਸੀਫਿਕ ਨਹੀਂ ਹੈਗਾ। ਇਸ ਚੀਜ਼ ਨੂੰ ਤੁਸੀਂ ਕੋਈ ਚੈਲੰਜ ਵੀ ਕਰਨ ਜਾ ਰਹੇ ਹੋ? ਕਿਉਂਕਿ ਚਾਹੇ ਹੁਣ ਦੇਖੋ, ਜਿਹੜਾ ਕੋਈ ਇੱਕ ਸਧਾਰਨ ਵਿਅਕਤੀ ਆ, ਉਹ ਇਹ ਵੀ ਨਹੀਂ ਦੇਖ ਰਿਹਾ ਵੀ ਇਹ ਖਬਰ ਕਿੰਨੀ ਕੁ ਔਥੈਂਟਿਕ ਆ। ਇਹ ਤਾਂ ਬਿਲਕੁਲ ਉਸੇ ਤਰ੍ਹਾਂ ਹੀ ਆ ਜਿਵੇਂ ਸੋਸ਼ਲ ਮੀਡੀਆ 'ਤੇ ਕੋਈ ਵੀ ਕੋਈ ਪੋਸਟ ਪਾ ਦੇਵੇ ਅਤੇ ਉਹ ਕਿੱਥੋਂ ਚੱਲ ਕੇ ਆਈ ਆ, ਕਿੱਥੇ ਪਹੁੰਚੀ ਆ। ਕਿਉਂਕਿ ਅੱਜ ਕੱਲ੍ਹ ਮੀਡੀਆ 'ਤੇ ਵੀ ਕੰਟਰੋਲ ਹੈ ਨਹੀਂ। ਮੀਡੀਆ ਇੱਕ ਨਹੀਂ ਹੈ, ਬਹੁਤ ਸਾਰੇ ਇਹੋ ਜਿਹੇ ਮੀਡੀਆ ਵੀ ਆ ਜਿਨ੍ਹਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੈ। ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਸੈਂਸੇਸ਼ਨਲਾਈਜ਼ ਕਰਕੇ ਹੀ ਉਹ ਸਰਵਾਈਵ ਕਰ ਰਹੇ ਆ। ਟੋਰਾਂਟੋ ਦਾ ਇੱਕ ਰੇਡੀਓ ਆਪਾਂ ਸਾਰੇ ਜਾਣਦੇ ਹਾਂ, ਰੇਡੀਓ TV ਚੈਨਲ ਹੈ ਉਹ, ਉਹਦੇ 'ਤੇ ਇਹੋ ਜਿਹੀਆਂ ਹੀ ਗੱਲਾਂ ਜਾਂ ਇਹੋ ਜਿਹੀਆਂ ਸਟੋਰੀਜ਼ ਹੀ ਸਾਹਮਣੇ ਲਿਆਂਦੀਆਂ ਜਾਂਦੀਆਂ, ਕੋਈ ਪੋਜ਼ੀਟਿਵ ਸਟੋਰੀ ਆਉਂਦੀ ਨਹੀਂ ਹੈਗੀ। ਬਹੁਤਾ ਜਿਹੜਾ ਦੇਖਿਆ ਜਾ ਰਿਹਾ ਸਟੂਡੈਂਟਸ ਦੇ ਮਸਲੇ ਦੇ ਉੱਤੇ, ਇਹ ਜਿਹੜੀ ਨੈਗੇਟਿਵ ਜਿਹੜੀ ਪਬਲਿਸਿਟੀ ਕਹਿ ਲਓ ਉਹ ਉਹਨਾਂ ਨੂੰ ਦਿੱਤੀ ਜਾ ਰਹੀ ਆ। ਕਿ ਸਟੂਡੈਂਟ ਕਮਿਊਨਿਟੀ, ਹੁਣ ਤੁਹਾਡੇ ਐਡਾ ਵੱਡਾ ਗਰੁੱਪ ਹੈਗਾ, ਇਸ ਚੀਜ਼ ਨੂੰ ਚੈਲੰਜ ਕਰਨ ਦਾ ਕਿਸੇ ਤਰੀਕੇ ਨਾਲ ਤੁਸੀਂ ਸੋਚ ਰਹੇ ਹੋ? ਕਿਉਂਕਿ ਇਮੇਜ ਨੂੰ ਸੱਟ ਤਾਂ ਲੱਗਦੀ ਹੈ, ਮੰਨੀਏ ਚਾਹੇ ਨਾ ਮੰਨੀਏ। ਜਾਂ ਫਿਰ ਤੁਸੀਂ ਇਹ ਕਹਿਣਾ ਸ਼ੁਰੂ ਕਰ ਦਿਓਗੇ ਕਿ ਵੀ ਡੋਂਟ ਕੇਅਰ? ਜੀ, ਅਸਲ ਦੇ ਵਿੱਚ ਜਿਹੜੀ ਇਹ ਵਾਲੀ ਸਪੈਸੀਫਿਕ ਰਿਪੋਰਟ ਆ, ਅਸੀਂ ਉਹਨਾਂ ਨੂੰ ਫੋਲੋ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਛਾ। ਰੀਜ਼ਨ ਬੀਇੰਗ ਜਿਹੜੇ ਸੋਸ਼ਲ ਵਰਕਰ ਦੀ ਤੁਸੀਂ ਨੇ ਗੱਲ ਕੀਤੀ ਸੀਗੀ, ਉਹ ਹੁਣ ਇੱਥੇ ਹੈ ਨਹੀਂ ਗੇ, ਇੰਡੀਆ ਗਏ ਹੋਏ। ਮੇਰੀ ਵੀ ਗੱਲ ਹੋਈ ਹੈ, ਉਹਨਾਂ ਨੇ 21 ਨੂੰ ਆਉਣਾ। ਜੀ, ਉਹਨਾਂ ਨੇ 21 ਨੂੰ ਆਉਣਾ, ਬਿਲਕੁਲ। ਸੋ ਉਹਨਾਂ ਦੇ ਨਾਲ ਇੰਟਰਵਿਊਜ਼ ਜਾਂ ਉਹਨਾਂ ਦੇ ਨਾਲ ਗੱਲਬਾਤ ਜਾਂ ਉਹਨਾਂ ਦੀ ਜਿਹੜੀ ਰਿਪੋਰਟ, ਉਹ ਰਿਪੋਰਟ ਵੀ ਸਾਨੂੰ ਨਸ਼ਰ ਕਰਨ ਦੀ, ਉਹਨਾਂ ਨੂੰ ਅਸੀਂ ਕਹਿ ਰਹੇ ਹਾਂ ਵੀ ਸਾਨੂੰ ਨਸ਼ਰ ਕਰੋ, ਵੀ ਕਿੱਥੋਂ ਤੁਸੀਂ ਲੈ ਕੇ ਆਏ ਹੋ, ਕਿਹੜਾ ਡੇਟਾ ਤੁਹਾਡੇ ਕੋਲ, ਜਿਸ ਡੇਟੇ ਦੇ ਬਿਨਾਂ। ਕਿਉਂਕਿ ਮੈਂ ਵੀ ਵੇਟ ਹੀ ਕਰ ਰਹੀ ਹਾਂ ਉਹਨਾਂ ਦੀ, ਮੈਂ ਵੀ ਲੈ ਕੇ ਆਉਂਗੀ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ। ਬਿਲਕੁਲ ਤੁਹਾਡਾ ਧੰਨਵਾਦ ਹੋਊਗਾ ਜੇ ਤੁਸੀਂ ਉਹਨਾਂ ਨੂੰ ਲੈ ਆਓਗੇ, ਹੈ ਨਾ, ਕਿਉਂਕਿ ਉਹਨਾਂ ਦੇ ਨਾਲ ਇਹ ਕੁਐਸਚਨ ਹੋਣੀ ਜ਼ਰੂਰੀ ਆ। ਬਿਲਕੁਲ। ਵੀ ਤੁਸੀਂ ਜੇ ਗੱਲ ਕਹਿ ਰਹੇ ਹੋ ਇੰਨੇ ਓਪਨ ਪਲੇਟਫਾਰਮ ਦੇ ਉੱਤੇ ਕਹਿ ਰਹੇ ਹੋ, ਤਾਂ ਉਹਦੇ ਕਿਸ ਬਿਨਾਂ ਦੇ ਉੱਤੇ ਉਹ ਗੱਲ ਹੋ ਰਹੀ ਆ। ਜਿਹੜੀ ਚੀਜ਼ ਹੈਗੀ ਆ ਆਪਣੇ ਦੂਸਰੀ ਵੀ ਉਹਨੂੰ ਅੱਗੇ ਪੰਜਾਬ ਦੇ ਵਿੱਚ ਕਿਵੇਂ ਸਰਕੂਲੇਟ ਕੀਤਾ ਗਿਆ। ਪਹਿਲਾਂ ਇੱਕ ਮੈਗਜ਼ੀਨ ਵੱਲੋਂ ਚੀਜ਼ ਛਾਪੀ ਗਈ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਵੈਲ ਰੈਪਿਊਟਡ ਅਤੇ ਜਿਹੜੇ ਪਬਲਿਸਿਟੀ ਵਾਲੇ ਹੈਗੇ ਨੇ ਸੋਸ਼ਲ ਵਰਕਰ, ਅਗੇਨ ਉੱਥੋਂ ਜਿਹੜੀ ਵਿਮਨ ਸੈਂਟਰ ਨੂੰ ਮਤਲਬ ਰਿਪਰਜੈਂਟ ਕਰਦੇ ਨੇ ਪੰਜਾਬ ਤੋਂ, ਉਹਨਾਂ ਨੇ ਵੀ ਲਾਈਵ ਹੋ ਕੇ ਐਵੇਂ ਗੱਲ ਕਰ ਲਈ। ਹੁਣ ਪੰਜਾਬ ਦੇ ਵਿੱਚ ਫੇਸਬੁੱਕ ਸਾਰਿਆਂ ਕੋਲ ਆ, ਮਾਪਿਆਂ ਕੋਲੇ। ਪੰਜਾਬ ਦੇ ਵਿੱਚ YouTube ਸਾਰਿਆਂ ਕੋਲੇ ਆ, ਉਹ ਚਲਾਉਂਦੇ ਨੇ, ਜਦੋਂ ਸੁਣਦੇ ਨੇ ਗੱਲਬਾਤ ਉਹ ਦੇਖਦੇ ਨੇ। ਉਹ ਇਹ ਅਪੀਲ ਕਰ ਰਹੀ ਆ, ਜਿਹੜੇ ਉੱਥੋਂ ਦੇ ਪੰਜਾਬ ਤੋਂ ਨੇ, ਉਹ ਇਹ ਅਪੀਲ ਕਰ ਰਹੇ ਨੇ ਕਿ ਆਪਣੀਆਂ ਧੀਆਂ ਨੂੰ ਵਾਪਸ ਮੋੜ ਲਓ। ਅੱਛਾ। ਆਪਣੀ ਧੀਆਂ ਜਿਹੜੀਆਂ ਗਈਆਂ ਨੇ, ਤੁਸੀਂ ਉਹਨਾਂ ਨੂੰ ਭੇਜ ਦਿੰਦੇ ਹੋ ਐਵੇਂ ਬਿਨਾਂ ਕਿਸੇ ਪੁੱਛ ਪੜਤਾਲ ਤੋਂ, ਉੱਥੇ ਜਾ ਕੇ ਉਹਨਾਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਆ। ਉੱਥੋਂ ਪੰਜਾਬ ਤੋਂ ਜਦੋਂ ਵਾਪਸ ਫੋਨ ਆਉਂਦਾ ਇੱਥੇ ਜਵਾਕਾਂ ਨੂੰ, ਅਸੀਂ ਜੇ ਕਿਤੇ ਮਾੜੀ ਮੋਟੀ ਸੱਟ ਫੇਟ ਵੀ ਲੱਗਦੀ ਆ, ਉਹ ਵੀ ਘਰੇ ਨਹੀਂ ਦੱਸਦੇ। ਕਿਉਂ ਨਹੀਂ ਦੱਸਦੇ ਹੈਗੇ? ਕਿਉਂਕਿ ਸਾਨੂੰ ਇਹ ਹੁੰਦਾ ਵੀ ਉਹਨਾਂ ਨੇ ਕੁਛ ਨਹੀਂ ਕਰ ਲੈਣਾ, ਉਹਨਾਂ ਤੋਂ ਉਹ ਚੀਜ਼ ਤੇ ਕੋਈ ਵੱਸ ਨਹੀਂ ਚੱਲਣਾ ਹੈਗਾ, ਬਗੈਰ ਚਿੰਤਾ ਦੇ ਉਹਨਾਂ ਨੂੰ ਹੋਰ ਕੁਛ ਨਹੀਂ ਹੋਣਾ ਹੈਗਾ, ਹੈ ਨਾ। ਉਹ ਆਪਣੀ ਸੱਟ ਫੇਟ ਸਾਨੂੰ ਨਹੀਂ ਦੱਸਦੇ ਹੈਗੇ
ਕਿ ਆਹ ਚੀਜ਼ ਹੋ ਗਈ ਸੀ ਜਾਂ ਨਹੀਂ ਹੋਈ ਸੀ, ਹੈ ਨਾ। ਹੁਣ ਜਦੋਂ ਇਹੋ ਜਿਹੀ ਗੱਲ ਖਬਰ ਮਿਲਦੀ ਆ ਕਿਸੇ ਬਾਪ ਦੇ ਲਈ, ਉਦੋਂ ਇਹ ਸੁਣਨਾ ਵੀ ਮੇਰੀ ਕੁੜੀ ਨੂੰ ਮੈਂ ਆਪਦੇ ਹੱਥੀਂ ਭੇਜਿਆ ਇਹੋ ਜਿਹੀ ਜਗ੍ਹਾ ਦੇ ਉੱਤੇ ਜਿੱਥੇ ਉਹਦੀ ਇੱਜ਼ਤ ਨੂੰ ਖਤਰਾ, ਉਹਦੇ ਆਪਣੇ ਆਪ ਨੂੰ ਖਤਰਾ, ਉਹਦੇ ਭਵਿੱਖ ਨੂੰ ਖਤਰਾ, ਤਾਂ ਉਹ ਕਿਵੇਂ ਸਹਿਣ ਸਕਦੇ ਨੇ। ਦੂਜੀ ਗੱਲ ਆ ਜਾਂਦੀ ਜਦੋਂ ਪਰਸਨਲ ਲਾਈਫ ਦੀ ਗੱਲ ਆ ਜਾਂਦੀ ਕੁੜੀਆਂ ਦੀ। ਨੋਰਮਲੀ ਆਪਾਂ ਗੱਲ ਕਰਦੇ ਹਾਂ ਮੁੰਡਿਆਂ ਦੇ ਨਾਲ, ਜਦੋਂ ਪੰਜਾਬ ਦੇ ਵਿੱਚ ਅਸੀਂ ਮੁੰਡਿਆਂ ਦੇ ਨਾਲ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਕਈ ਵਾਰੀ ਇਹ ਜੈਨਰਿਕ ਸਟੇਟਮੈਂਟ ਜੀ ਹੋ ਜਾਂਦੀ, ਅਸੀਂ ਕੈਨੇਡਾ ਵਾਲੀ ਕੁੜੀ ਨਾਲ ਵਿਆਹ ਨਹੀਂ ਕਰਾਉਣਾ। ਬਿਲਕੁਲ, ਇਹ ਸੁਣਨ ਚਾਹੀਏ ਗੱਲਾਂ। ਬਿਲਕੁਲ ਜੀ, ਉਹ ਕਹਿੰਦੇ ਨੇ ਅਸੀਂ ਕੈਨੇਡਾ ਵਾਲੀ ਕੁੜੀ ਨਾਲ ਵਿਆਹ ਨਹੀਂ ਕਰਾਉਣਾ। ਕਿਉਂ ਨਹੀਂ ਕਰਾਉਣਾ? ਕੀ ਪਤਾ ਉੱਥੇ ਕੀ ਕੁਛ ਕੀਤਾ ਹੋਇਆ। ਜਦੋਂ ਇਹੋ ਜਿਹੀ ਕੋਈ ਖਬਰ ਜਾਂਦੀ ਆ ਬਿਨਾਂ ਕਿਸੇ ਸੋਰਸ ਤੋਂ, ਉਹ ਪੱਤਰਕਾਰ ਜੀ ਨੇ ਆਪਣਾ ਨਾਮ ਵੀ ਨਹੀਂ ਲਿਖਿਆ ਹੈਗਾ ਉਸ ਮੈਗਜ਼ੀਨ ਦੇ ਵਿੱਚ ਵੀ ਇਹ ਮੈਂ ਛਾਪ ਰਿਹਾ। ਇਨਵੈਸਟੀਗੇਟਿਵ ਜਰਨਲਿਜ਼ਮ ਹੋਣਾ ਚਾਹੀਦਾ, 100% ਹੋਣਾ ਚਾਹੀਦਾ, ਪਰ ਘੱਟੋ ਘੱਟ ਉਹਦਾ ਜਿਹੜਾ ਛਾਪਣ ਵਾਲਾ ਬੰਦਾ ਉਸ ਚੀਜ਼ ਦੀ ਓਨਰਸ਼ਿਪ ਤਾਂ ਲਵੇ, ਉਸ ਚੀਜ਼ ਨੂੰ ਓਨ ਤਾਂ ਕਰੇ ਕਿ ਇਹ ਮੇਰੇ ਮੂੰਹੋਂ ਨਿਕਲੀ ਹੋਈ ਗੱਲ ਆ, ਮੇਰੀ ਕਲਮ ਚੋਂ ਨਿਕਲੀ ਹੋਈ ਗੱਲ ਆ, ਮੈਂ ਇਸ ਚੀਜ਼ ਨੂੰ ਓਨ ਕਰਦਾ, ਹੈ ਨਾ। ਉਹ ਚੀਜ਼ ਤਾਂ ਹੋਣੀ ਚਾਹੀਦੀ ਆ। ਸੋ ਜਦੋਂ ਉਹ ਚੀਜ਼ ਕੋਈ ਕ੍ਰੈਡੀਬਲ ਸੋਰਸ ਨਹੀਂ ਹੈਗਾ, ਉਹਨੂੰ ਅੱਗੇ ਫੇਸਬੁੱਕ ਦੇ ਉੱਤੇ ਲਾਈਵ ਕੀਤਾ ਗਿਆ ਕਿ ਕਿਉਂਕਿ ਉਹਦਾ ਮੈਗਜ਼ੀਨ ਦਾ ਨਾਮ ਸੀਗਾ ਕੈਨੇਡੀਅਨ ਬਾਜ਼ਾਰ, ਕੈਨੇਡਾ ਦੀ ਗੱਲ, ਉਸ ਚੀਜ਼ ਨੂੰ ਇਸ ਤਰੀਕੇ ਨਾਲ ਪਰਸੀਵ ਕੀਤਾ ਗਿਆ। ਆਪਣੇ ਪੰਜਾਬ ਦੇ ਵਿੱਚ ਜੇ ਦੇਖਿਆ ਜਾਵੇ, ਜੇ ਕੁੜੀਆਂ ਨੇ ਜਿਹੜੀਆਂ ਨੋਰਮਲੀ ਕੁੜੀਆਂ ਮੈਂ ਇਹ ਦੇਖੀਆਂ ਨੇ ਮੈਂ ਖੰਨੇ ਦੇ ਏਰੀਏ ਦੇ ਕੋਲੋਂ ਬਿਲੋਂਗ ਕਰਦਾ, ਜਦੋਂ ਖੰਨੇ ਤੋਂ ਬੱਸ ਆਉਂਦੀ ਹੁੰਦੀ ਸੀਗੀ, ਕੁੜੀ ਨੇ ਇੱਕ ਪਿੰਡ ਪਿੱਛੇ ਆਪਦੇ ਘਰਦਿਆਂ ਨੂੰ ਫੋਨ ਕਰ ਦੇਣਾ ਵੀ ਮੈਂ ਪਿੰਡ ਪਹੁੰਚਣ ਵਾਲੀ ਆ, ਮੈਨੂੰ ਲੈ ਜਾਓ। ਉਹ ਮੋਟਰਸਾਈਕਲ ਤੇ ਕੁੜੀ ਦਾ ਭਰਾ ਜਾਂ ਕੁੜੀ ਦਾ ਪਿਓ ਉਹ ਲੈ ਕੇ ਆਪਦੇ ਘਰ ਤੱਕ ਜਾਂਦੇ, ਤੁਰ ਕੇ ਕੁੜੀਆਂ ਘਰੇ ਨਹੀਂ ਜਾਂਦੀਆਂ। ਜ਼ਿਆਦਾਤਰ ਕੁੜੀਆਂ ਇਸ ਜਿਹੜੇ ਇਕੋ ਸਿਸਟਮ ਤੋਂ ਆਈਆਂ ਹੋਈਆਂ ਨੇ, ਜਦੋਂ ਉਹ ਇੱਥੇ ਆਉਂਦੀਆਂ ਨੇ, ਇੱਥੋਂ ਉਹਨਾਂ ਨੂੰ ਉਹਨਾਂ ਦੇ ਘਰਦਿਆਂ ਨੂੰ ਇਹੋ ਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ, ਤਾਂ ਬੇਸ਼ੱਕ ਜੀ ਉਹਨਾਂ ਦੀ ਮੈਂਟਲ ਹੈਲਥ, ਉਹਨਾਂ ਦੇ ਘਰਦਿਆਂ ਦੀ ਮੈਂਟਲ ਹੈਲਥ ਦੇ ਉੱਤੇ ਅਸਰ ਪੈਂਦਾ ਹੀ ਪੈਂਦਾ। ਜਿਸ ਕਾਰਨ ਆਪਾਂ ਪਿਛਲੇ ਹਿੱਸੇ 'ਚ ਕੁਝ ਜਿਹੜੀ ਕੁੜੀਆਂ ਬਾਰੇ ਖਬਰ ਆਈ ਸੀ, ਖਾਸ ਕਰਕੇ ਬਰੈਂਪਟਨ ਇਲਾਕੇ ਦੇ ਬਾਰੇ ਜ਼ਿਕਰ ਕੀਤਾ ਗਿਆ ਸੀ, ਉਹਦੇ ਬਾਰੇ ਆਪਾਂ ਖੁੱਲ੍ਹ ਕੇ ਗੱਲ ਕੀਤੀ ਹੈ, ਡਿਟੇਲ 'ਚ ਗੱਲ ਕੀਤੀ ਹੈ। ਤੁਸੀਂ ਕਿਹਾ ਕਿ ਅਸੀਂ ਫੋਲੋ ਅਪ ਕਰਾਂਗੇ। ਜਿਹੜੀ ਇਮੇਜ ਦੇ ਨਾਲ ਜੁੜੇ ਹੋਏ ਹੋਰ ਇਸ਼ੂਜ਼ ਨੇ ਜਿਹੜੇ ਤੁਹਾਨੂੰ ਲੱਗਦਾ ਕਿ ਜਿਨ੍ਹਾਂ ਬਾਰੇ ਜ਼ਰੂਰੀ ਤੌਰ 'ਤੇ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ, ਉਹ ਕੀ ਇਸ਼ੂਜ਼ ਹੈਗੇ ਆ ਜਿਨ੍ਹਾਂ ਨੂੰ ਅਸੀਂ ਜੇ ਇਨ ਡੈਪਥ ਸਮਝਣ ਦੀ ਕੋਸ਼ਿਸ਼ ਕਰੀਏ? ਜੀ ਮੈਨੂੰ ਲੱਗਦਾ ਜਦੋਂ ਆਪਾਂ ਗੱਲ ਕਰਦੇ ਹਾਂ ਈਕੋ ਸਿਸਟਮ ਦੀ, ਜਾਂ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਵਿਚਰਨਾ ਕਿਵੇਂ ਆ, ਕਿਵੇਂ ਇੰਟਰਨੈਸ਼ਨਲ ਸਟੂਡੈਂਟ ਇੱਥੇ ਵਿਚਰਦੇ ਨੇ, ਹੈ ਨਾ, ਉਹਨਾਂ ਦੀ ਗੱਲ ਕਰਦੇ ਹਾਂ। ਅਸੀਂ ਇੱਕ ਜਨਰਲ ਸਟੇਟਮੈਂਟ ਦੇ ਦਿੰਦੇ ਹਾਂ ਵੀ ਸਟੂਡੈਂਟਾਂ ਨੇ ਗੰਦ ਪਾਇਆ ਹੋਇਆ, ਇਹਨਾਂ ਨੂੰ ਇੱਥੇ ਰਹਿਣਾ ਸਹਿਣਾ ਨਹੀਂ ਆਉਂਦਾ ਹੈਗਾ। ਜੇ ਹੁਣ ਮੰਨ ਲਓ ਮੈਂ ਕਿਸੇ ਦੇ ਘਰੇ ਜਾਣਾ ਅਤੇ ਮੈਂ ਲੈਟਸ ਸੇ ਵੀ ਇੱਕ ਇਨਵਾਈਟ ਹੀ ਹਾਂ ਡਿਨਰ ਦੇ ਉੱਤੇ, ਅਤੇ ਹੁਣ ਕਿਸੇ ਦੇ ਘਰ ਦੇ ਨਿਯਮ ਨੇ ਵੀ ਉਹਨਾਂ ਨੇ ਵੈਜੀਟੇਰੀਅਨ ਨਹੀਂ ਖਾਣਾ, ਅੱਛਾ, ਉਹਨਾਂ ਨੇ ਨੋਨ ਵੈਜ ਨਹੀਂ ਖਾਣਾ ਹੈਗਾ। ਮੈਨੂੰ ਨਹੀਂ ਪਤਾ, ਮੈਨੂੰ ਕਿੱਥੋਂ ਪਤਾ ਲੱਗੂਗਾ? ਉੱਥੋਂ ਉਹਨਾਂ ਦੇ ਘਰ ਦੇ ਬਸ਼ਿੰਦਿਆਂ ਤੋਂ, ਜਿਹੜੇ ਉਸ ਘਰ ਦੇ ਵਿੱਚ ਪਹਿਲਾਂ ਤੋਂ ਰਹਿ ਰਹੇ ਨੇ। ਇਹ ਕਮਿਊਨਿਟੀ ਦਾ ਫਰਜ਼ ਵੀ ਬਣ ਜਾਂਦਾ ਕਿਤੇ ਨਾ ਕਿਤੇ, ਜਿਹੜੇ ਬੰਦੇ ਆਉਂਦੇ ਨੇ ਉਹਨਾਂ ਨੂੰ ਦੱਸਣ ਬਾਰੇ। ਇਹ ਗਵਰਨਮੈਂਟ ਦਾ ਫਰਜ਼ ਵੀ ਬਣ ਜਾਂਦਾ, ਇਹ ਕਾਲਜਿਸ ਦਾ ਵੀ ਫਰਜ਼ ਬਣ ਜਾਂਦਾ। ਜਦੋਂ ਇੱਕ 2019 ਦੇ ਨੇੜੇ ਇੱਕ ਰਿਪੋਰਟ ਆਈ ਸੀ ਜਿਹਦੇ ਵਿੱਚ BC ਦੀਆਂ ਸਿਰਫ ਤੇ ਸਿਰਫ ਯੂਨੀਵਰਸਿਟੀਜ਼ ਦੀ ਰਿਪੋਰਟ ਸੀਗੀ, ਉਹਦੇ ਵਿੱਚ ਕਾਲਜ ਦਾ ਕਿਸੇ ਦਾ ਕੋਈ ਜ਼ਿਕਰ ਨਹੀਂ ਸੀਗਾ, ਕਿਉਂਕਿ ਕਾਲਜ ਆਪਣੇ ਇੱਥੇ ਬਹੁਤ ਜ਼ਿਆਦਾ ਨੇ। ਪਰ ਆਪਾਂ ਇਕੱਲੀ ਯੂਨੀਵਰਸਿਟੀ ਦੀ ਗੱਲ ਕਰਦੇ ਜਿਹਨਾਂ ਵਿੱਚ SFU ਹੋ ਗਿਆ, ਜਿਹਨਾਂ ਦੇ ਵਿੱਚ BCIT ਹੋ ਗਿਆ, UBC ਹੋ ਗਿਆ, ਇਹੋ ਜਿਹੀਆਂ ਯੂਨੀਵਰਸਿਟੀਜ਼ ਦਾ ਸੀਗਾ ਕਿ ਉਹ ਇੱਕ ਸਾਲ ਦੇ ਵਿੱਚ 300 ਮਿਲੀਅਨ ਸਰਪਲਸ ਦੇ ਵਿੱਚ ਚੱਲਦੇ ਨੇ। ਕਿਉਂ? ਕਿਉਂਕਿ ਇੰਟਰਨੈਸ਼ਨਲ ਸਟੂਡੈਂਟਸ ਆ ਰਹੇ ਨੇ। ਉਹ ਇਕੱਲੇ ਇੰਡੀਆ ਤੋਂ ਜਾਂ ਪੰਜਾਬ ਤੋਂ ਨਹੀਂ ਆਉਂਦੇ, ਹੋਰ ਦੇਸ਼ਾਂ ਤੋਂ ਵੀ ਆਉਂਦੇ ਨੇ, ਬ੍ਰਾਜ਼ੀਲ ਤੋਂ ਵੀ ਆਉਂਦੇ ਨੇ, ਚਾਈਨਾ ਤੋਂ ਵੀ ਆਉਂਦੇ ਨੇ। ਸੋ ਐਜ਼ ਅ ਜੈਨਰਿਕ ਸਟੇਟਮੈਂਟ ਆਪਾਂ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕਰ ਲਈਏ। ਹੁਣ ਪੰਜਾਬ ਦਾ ਈਕੋ ਸਿਸਟਮ ਬਿਲਕੁਲ ਡਿਫਰੈਂਟ ਆ। ਪੰਜਾਬ ਦੇ ਵਿੱਚ ਜਦੋਂ ਜਿਹੜੇ ਵੀ ਕੋਈ ਮੁੰਡੇ ਉੱਥੋਂ ਆਏ ਨੇ, ਆਪਦੀ 20 ਸਾਲ ਤੋਂ ਲੈ ਕੇ 25 ਸਾਲ ਦੀ ਏਜ ਗਰੁੱਪ ਦੇ ਮੁੰਡੇ ਆਏ ਨੇ, ਉਹਨਾਂ ਨੂੰ ਪਤਾ ਵੀ ਇਹ ਨੋਰਮਲਾਈਜ਼ ਆ ਪੰਜਾਬ ਦੇ ਵਿੱਚ ਗੱਡੀਆਂ ਦੇ ਵਿੱਚ ਗੇੜੇ ਮਾਰਨਾ, ਕਿਤੇ ਮੇਲੇ 'ਤੇ ਜਾਣਾ, ਕਿਸੇ ਜਗ੍ਹਾ ਦੇ ਉੱਤੇ ਜਾ ਕੇ ਜਿਵੇਂ ਮੰਡੀਰਪਣਾ ਕਹਿ ਦਿੰਦੇ ਆਪਾਂ ਇਹਨੂੰ, ਸਪੈਸੀਫਿਕ ਜੇ ਅੱਖਰ ਕਹਿਣਾ ਹੋਵੇ ਨਾ, ਉੱਥੋਂ ਦਾ ਪੰਜਾਬ ਦਾ ਈਕੋ ਸਿਸਟਮ ਆ। ਹੁਣ ਜਦੋਂ ਕਿਸੇ ਨੂੰ ਦੱਸਿਆ ਨਹੀਂ ਜਾਊਗਾ, ਕਿਸੇ ਨੂੰ ਕੋਈ ਗਾਈਡਲਾਈਨਸ ਨਹੀਂ ਦਿੱਤੀਆਂ ਜਾਣਗੀਆਂ ਕਿ ਆਹ ਚੀਜ਼ ਦਾ ਨਫਾ, ਆਹ ਚੀਜ਼ ਦਾ ਨੁਕਸਾਨ ਕੀ ਆ, ਉਹਨਾਂ ਨੂੰ ਨਹੀਂ ਪਤਾ ਲੱਗਦਾ। ਇਹ ਛੋਟੀ ਛੋਟੀ ਚੀਜ਼ਾਂ ਹੁੰਦੀਆਂ ਨੇ ਜਿਹੜੀ ਕੜੀ ਨਾਲ ਕੜੀ ਜੁੜਦੀ ਆ। ਪਰ ਕੌਣ ਦੱਸੂਗਾ? ਅਗੇਨ ਇਹ ਕਾਲਜਿਸ ਦਾ ਵੀ ਫਰਜ਼ ਬਣ ਸਕਦਾ। ਕਾਲਜਿਸ ਦੇ ਜਦੋਂ ਕਾਲਜਿਸ ਦੇ ਵਿੱਚ ਓਰੀਐਂਟੇਸ਼ਨ ਹੁੰਦੀ ਆ, ਓਰੀਐਂਟੇਸ਼ਨ ਦੇ ਨਾਮ ਦੇ ਉੱਤੇ ਉਹ ਪਤਾ ਕੀ ਕਰਦੇ, ਉਹ ਬਸ ਐਂ ਕਹਿੰਦੇ ਨੇ ਆਹ ਸਾਡੀ ਕੰਟੀਨ ਆ, ਆਹ ਸਾਡੀ ਲਾਇਬ੍ਰੇਰੀ ਆ, ਆਹ ਤੁਹਾਡੀਆਂ ਕਲਾਸਾਂ ਨੇ, ਬਸ ਪੜ੍ਹੋ। ਸੋ ਓਰੀਐਂਟੇਸ਼ਨ ਕਾਲਜ ਦੇ ਸੰਬੰਧ ਦੇ ਵਿੱਚ ਹੀ ਦਿੰਦੇ ਨੇ ਉਹ। ਬਿਲਕੁਲ, ਉਹਨਾਂ ਦੀ ਲਾਈਫ ਸਟਾਈਲ ਬਾਰੇ ਕੋਈ ਗੱਲਬਾਤ ਕਿਤੇ ਵੀ ਨਹੀਂ ਹੁੰਦੀ। ਹਾਂਜੀ, ਉਹੋ ਜਿਹੀ ਕੁਛ ਵੀ ਨਹੀਂ ਹੁੰਦੀ ਹੈਗੀ। ਉਹੋ ਜਿਹੀ ਜਦੋਂ ਗੱਲਬਾਤ ਨਹੀਂ ਹੁੰਦੀ ਹੈਗੀ ਆਪਣੀ ਭਾਸ਼ਾ ਦੇ ਵਿੱਚ, ਇੱਕ ਤਾਂ ਲੈਂਗੁਏਜ ਦਾ ਬਹੁਤ ਵੱਡਾ ਬੈਰੀਅਰ ਹੋ ਜਾਂਦਾ। ਜੇ ਹੁਣ ਇਹਦੇ ਵਾਸਤੇ ਮਤਲਬ ਜ਼ਿੰਮੇਵਾਰ ਨਹੀਂ ਮੈਂ ਕਹੂੰਗਾ, ਜ਼ਿੰਮੇਵਾਰ ਥੋੜ੍ਹਾ ਜਿਹਾ ਹੋਰ ਅੱਖਰ ਹੋ ਜਾਂਦਾ, ਪਰ ਮੈਂ ਕਹੂੰਗਾ ਵੀ ਜਿਨ੍ਹਾਂ ਨੂੰ ਇਹ ਚੀਜ਼ ਚੱਕਣੀ ਚਾਹੀਦੀ, ਜ਼ਿੰਮੇਵਾਰੀ ਇਹ ਆ ਜਾਂਦੀ ਹੈ, ਪਰ ਨਾ ਕਰਨ ਦੇ ਜ਼ਿੰਮੇਵਾਰ ਨਹੀਂ ਉਹ ਹੈਗੇ
ਜਿਵੇਂ ਗੁਰਦੁਆਰਾਸ ਹੋ ਗਏ। ਪਰ ਅੱਜ ਤੁਸੀਂ ਜਿਹੜੀ ਗੱਲ ਕੀਤੀ ਆ ਵੀ ਲੈਂਗੁਏਜ ਵੀ ਇੱਕ ਬੈਰੀਅਰ ਹੈਗਾ। ਹਾਂਜੀ, ਮੈਂ ਇਸ ਗੱਲ ਤੋਂ ਹੈਰਾਨ ਹਾਂ ਕਿ ਹੁਣ ਉਹ ਤਾਂ ਜ਼ਿਆਦਾਤਰ ਜਿਹੜੇ ਸਟੂਡੈਂਟਸ ਆ ਉਹ ਆਈਲੈਟਸ ਕਰਕੇ ਹੀ ਆਉਂਦੇ ਆ, ਹੈ ਨਾ। ਉਹ ਲੈਂਗੁਏਜ ਬੈਰੀਅਰ ਹੋਣਾ ਨਹੀਂ ਚਾਹੀਦਾ। ਬਿਲਕੁਲ ਜੀ, ਕਿਉਂਕਿ ਉਹ ਸਾਡੀ ਸੈਕਿੰਡ ਲੈਂਗੁਏਜ ਆ, ਸਾਡੀ ਫਸਟ ਲੈਂਗੁਏਜ ਪੰਜਾਬੀ ਆ। ਕਿਤੇ ਨਾ ਕਿਤੇ ਜਦੋਂ ਅਸੀਂ ਕਾਲਜਾਂ ਦੇ ਵਿੱਚ ਵੀ ਪੜ੍ਹਦੇ ਹਾਂ ਵੀ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ ਔਖਾ ਹੁੰਦਾ, ਆਪਣੇ ਆਪ ਨੂੰ ਐਕਸਪ੍ਰੈਸ ਕਰਨਾ ਔਖਾ ਹੁੰਦਾ, ਟਾਈਮ ਲੱਗੂਗਾ। ਬਿਲਕੁਲ ਜੀ, ਟਾਈਮ ਲੱਗਦਾ। ਜਦੋਂ ਹੁਣ ਅਸੀਂ ਆਉਂਦੇ ਹਾਂ, ਸਾਨੂੰ ਆਰਡਰ ਕਰਨ ਦਾ ਨਹੀਂ ਪਤਾ ਹੁੰਦਾ ਕਈ ਵਾਰੀ ਵੀ ਕਿਸੇ ਜਗ੍ਹਾ ਦੇ ਉੱਤੇ ਕਿਵੇਂ ਜਾ ਕੇ ਆਰਡਰ ਕਰਨਾ। ਇਹ ਸਟਾਈਲ ਵਾਲੀ ਚੀਜ਼ਾਂ ਨੇ। ਮੈਨੂੰ ਬੱਸ ਦੇ ਵਿੱਚ ਰੱਸੀ ਖਿੱਚਣ ਦਾ ਨਹੀਂ ਪਤਾ ਸੀਗਾ ਵੀ ਜੇ ਮੈਂ ਰੱਸੀ ਖਿੱਚੂ ਤਾਂ ਬੱਸ ਰੁਕੂਗੀ। ਇਹੋ ਜਿਹੇ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਛੋਟੀਆਂ ਛੋਟੀਆਂ ਹੁੰਦੀਆਂ ਨੇ, ਉਹਨਾਂ ਦੀ ਪਰਸਨੈਲਿਟੀ ਦੇ ਵਿੱਚ ਐਕਸਪ੍ਰੈਸ ਹੋ ਕੇ ਬਾਹਰ ਨਿਕਲ ਕੇ ਆਉਂਦੀਆਂ ਨੇ ਜਦੋਂ ਇਕੱਠੀਆਂ ਹੋ ਜਾਂਦੀਆਂ, ਜਦੋਂ ਪਾਈਲ ਅਪ ਹੋ ਜਾਂਦੀਆਂ ਨੇ। ਬੇਸਿਕ ਚੀਜ਼ਾਂ ਜਿਹੜੀਆਂ ਆਪਾਂ ਗੱਲ ਕਰਦੇ। ਕੁਝ ਕਾਲਰਸ ਨਾਲ ਆਪਾਂ ਗੱਲ ਕਰੀਏ ਜੀ, ਜ਼ਰੂਰ। ਕਾਫੀ ਦੇਰ ਤੋਂ ਹੋਲਡ ਤੇ ਨੇ। ਪਹਿਲੇ ਕਾਲਰ ਮੈਂ ਲੈ ਰਹੀ ਹਾਂ ਪ੍ਰਭਜੋਤ ਕੌਰ ਜੀ। ਹਾਂਜੀ ਪ੍ਰਭਜੋਤ। ਹਾਂਜੀ ਨਵਜੋਤ ਸਤਿ ਸ਼੍ਰੀ ਅਕਾਲ। ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਨਾ ਐਕਚੁਅਲੀ ਇੱਕ ਤੇ ਆ ਕਿ ਜਸਕਰ ਨੇ ਐਫਰਟ ਕੀਤਾ, ਬਹੁਤ ਵਧੀਆ ਆ ਕਿ ਜਿਹੜਾ ਬੱਚਿਆਂ ਦੀ ਹੈਲਪ ਮੈਂ ਤੇ ਇਹ ਕਹਿੰਦੀ ਹਾਂ ਕਿ ਜਿਹੜੇ ਸਟੂਡੈਂਟ ਆਏ ਉਹ ਹੀ ਕਰ ਰਹੇ ਆ ਹੈਲਪ। ਲੋਕਲ ਆਪਣੀ ਕਮਿਊਨਿਟੀ 'ਚ ਕੋਈ ਵੀ ਬੰਦਾ ਐਫਰਟ ਨਹੀਂ ਕਰ ਰਿਹਾ ਕਿ ਆਪਾਂ ਇਹਨਾਂ ਬੱਚਿਆਂ ਨੂੰ ਕਿੱਦਾਂ ਐਕਸਪਲੋਇਟ ਹੋਣ ਤੋਂ ਬਚਾ ਸਕਦੇ, ਇਹਨਾਂ ਨੂੰ ਕਿੱਦਾਂ ਗਾਈਡ ਕਰ ਸਕਦੇ ਹਾਂ। ਇੱਕ ਤੇ ਮੈਂ ਇੱਥੇ ਆ ਕੇ ਨਾ ਇਹ ਗੱਲ ਨੋਟ ਕੀਤੀ ਆ ਕਿ ਜਿਹੜੀ ਮੈਂ ਆਪਣੀ ਸਿੱਖ ਕਮਿਊਨਿਟੀ ਜਿਹੜੀ ਆ ਨਾ, ਉਹ ਕਿਸੇ ਕੁਆਲੀਫਿਕੇਸ਼ਨ ਨੂੰ ਨਹੀਂ ਇੰਟੈਲੀਜੈਂਸ ਹੀ ਸਮਝਦੇ। ਉਹ ਸਮਝਦੇ ਆ ਕਿ ਇੰਗਲਿਸ਼ ਆਉਣਾ ਹੀ ਇੱਕ ਇੰਟੈਲੀਜੈਂਟ ਬੰਦੇ ਦੀ ਨਿਸ਼ਾਨੀ ਆ। ਠੀਕ ਆ, ਹੁਣ ਇੱਥੇ ਆ ਕੇ ਕਿ ਇਹ ਵੱਡੀ ਗੱਲ ਨਹੀਂ ਆ ਕਿ ਜੇ ਤਾਂ ਆਪਾਂ ਨੂੰ ਥੋੜ੍ਹੀ ਵੀ ਇੰਗਲਿਸ਼ ਆਉਂਦੀ ਆ ਆਪਾਂ ਕਰ ਸਕਦੇ ਹਾਂ ਹਰ ਚੀਜ਼, ਪਰ ਜਦੋਂ ਤੁਹਾਡੀ ਸੁਸਾਇਟੀ ਦਾ ਜਾਂ ਆਪਣੀ ਕਮਿਊਨਿਟੀ ਦਾ ਬੰਦਾ ਹੀ ਉੱਥੇ ਹੱਸ ਪੈਂਦਾ ਕਿ ਲੈ ਇਹਨੂੰ ਇੰਗਲਿਸ਼ ਨਹੀਂ ਆਉਂਦੀ। ਸਾਡੇ ਬੱਚੇ ਇੱਥੋਂ ਦੇ ਬੋਰਨ ਆ, ਉਹ ਇੰਗਲਿਸ਼ 'ਚ ਗੱਲ ਕਰਦੇ ਆ। ਉਦੋਂ ਦੁੱਖ ਹੁੰਦਾ ਆ ਕਿ ਇਹਨਾਂ ਲੋਕਾਂ ਲਈ, ਜਾਂ ਤੇ ਮੈਨੂੰ ਲੱਗਦਾ ਕਿ 8-10 ਪੜ੍ਹੇ ਆਏ ਆ, ਇਹਨਾਂ ਦੀ ਸੋਚ ਵਧੀ ਨਹੀਂ ਆ ਕਿ ਉੱਥੇ ਇਹਨਾਂ ਨੂੰ ਇੰਗਲਿਸ਼ ਇਹਨਾਂ ਨੇ ਕਦੀ ਪੜ੍ਹੀ ਨਹੀਂ ਆ। ਬੱਚੇ ਇੱਥੇ ਬੋਰਨ ਕਰ ਲਏ ਆ, ਇੰਗਲਿਸ਼ ਆ ਗਈ ਆ, ਉਹਦੇ ਨਾਲ ਇਹ ਲੋਕ ਉਹਨੂੰ ਹੀ ਇੱਕ ਜਿਹੜਾ ਇੰਟੈਲੀਜੈਂਟ ਹੋਣ ਦਾ ਜਿਹੜਾ ਸਾਈਨ ਸਮਝਦੇ ਆ। ਹਾਂਜੀ ਹਾਂ, ਮੈਂ ਚਾਹੁੰਦੀ ਹਾਂ ਕਿ ਜੇ ਤੁਸੀਂ ਕੁਝ ਸਪੈਸੀਫਿਕਲੀ ਜਿਹੜੀ ਇਮੇਜ ਤੇ ਜਿਹੜੇ ਇਸ਼ੂਜ਼ ਆ ਉਹਨਾਂ ਬਾਰੇ ਹੋਰ ਗੱਲ ਕਰ ਸਕੋ ਖੁੱਲ੍ਹ ਕੇ। ਐਕਚੁਅਲੀ ਨਵਜੋਤ ਦੂਜਾ ਇਹ ਆ ਕਿ ਇਹ ਆਪਣੀ ਹੀ ਸੁਸਾਇਟੀ ਦੀਆਂ ਕ੍ਰੀਏਟ ਕੀਤੀਆਂ ਜਿਹੜੀਆਂ ਧਾਰਨਾਵਾਂ ਆ, ਜਿਹੜਾ ਆਪਾਂ ਬੱਚਿਆਂ ਨੂੰ ਬਲੇਮ ਕਰਕੇ ਇੱਕ ਤੇ ਐਕਸਪਲੋਇਟ ਕਰਦੇ ਆ, ਦੂਜਾ ਉਹਨਾਂ ਨੂੰ ਬਲੇਮ ਕਰਦੇ ਆ। ਠੀਕ ਆ, ਦੋਵੇਂ ਪਾਸੇ ਹੀ ਆਪਾਂ ਸਹੀ ਆ, ਉਹ ਦੋਨੋਂ ਪਾਸੇ ਗਲਤ ਆ। ਜੇ ਐਕਸਪਲੋਇਟ ਹੁੰਦੇ ਆ, ਕਿਸੇ ਨੇ ਗੱਲ ਨਹੀਂ ਕਰਨੀ ਉਹਨਾਂ ਨਾਲ, ਉਹ ਕਿਸੇ ਨਾਲ ਗੱਲ ਨਹੀਂ ਕਰ ਸਕਦੇ। ਠੀਕ ਆ, ਉਹਨਾਂ ਨੂੰ ਜੇ ਆਪਾਂ ਹੀ ਹੁਣ ਪੰਜਾਬੀ ਕਿਸੇ ਇੰਪਲੋਇਰ ਨਾਲ ਕੰਮ ਕਰਦੇ, ਆਪਾਂ ਨੂੰ ਪਤਾ ਕਿ ਉਹਨਾਂ ਨੂੰ ਇੰਸ਼ੋਰੈਂਸ ਵੀ ਨਹੀਂ ਦਿੱਤੀ ਜਾਂਦੀ। ਠੀਕ ਆ, ਹੁਣ PR ਬੰਦਾ ਆ ਜਾਂ ਕੋਈ ਵੀ ਆ, ਉਹ ਜਦੋਂ ਉਸੇ ਸੇਮ ਕੰਪਨੀ 'ਚ ਕੰਮ ਕਰਦਾ, ਆਫਟਰ 3 ਮੰਥਸ ਉਹ ਸਟਾਰਟ ਕਰਦੇ ਆ ਇੰਸ਼ੋਰੈਂਸ ਜੀ। ਠੀਕ ਆ, ਪਰ ਉਹਨਾਂ ਨੂੰ ਕਿ ਨਹੀਂ ਇਹ ਪਹਿਲੀ ਗੱਲ ਇਹ ਐਕਸਪਲੋਇਟੇਸ਼ਨ, ਦੂਜਾ ਵੇਜਿਸ। ਠੀਕ ਆ, ਘੱਟ ਤੋਂ ਘੱਟ ਉਹਨਾਂ ਨੂੰ ਦੇਣੀ ਕਿ ਪਤਾ ਆ ਕਿ ਉਹਨਾਂ ਨੇ ਸਾਡੇ ਤੋਂ ਫਾਈਲ ਲਵਾਉਣੀ ਆ। ਠੀਕ ਆ, ਦੂਜਾ ਇੱਕ ਤੁਹਾਨੂੰ ਜਦੋਂ ਮੈਂ ਇੰਡੀਆ ਦੇ ਵਿੱਚ ਸੀ, ਮੈਂ ਇਹ ਚੀਜ਼ਾਂ ਕਦੀ ਸੋਚ ਵੀ ਨਹੀਂ, ਇਮੈਜਿਨ ਨਹੀਂ ਸੀ ਕੀਤੀਆਂ। ਮੈਂ ਸੋਚਦੀ ਸੀ ਕਿ ਨਹੀਂ ਸਾਰਾ ਕੁਛ ਹੀ ਠੀਕ ਹੀ ਹੁੰਦਾ ਆ, ਪਰ ਜਦੋਂ ਮੈਂ ਇੱਥੇ ਮੂਵ ਹੋਈ ਆ, ਮੈਨੂੰ ਇੱਥੇ ਆ ਕੇ ਲੱਗਿਆ ਕਿ ਨਹੀਂ, ਕਿ ਆਪਣੇ ਲੋਕ ਜਿਹੜੇ ਆ ਨਾ ਇੱਥੇ ਆ ਕੇ ਵੀ ਉਹਨਾਂ ਨੇ ਸੇਮ ਹੀ ਪੰਜਾਬ ਕ੍ਰੀਏਟ ਕੀਤਾ ਆ। ਦੂਜਾ ਇਹ ਆ ਕਿ ਉਹਨਾਂ ਦੇ ਹੱਥ 'ਚ ਅੱਜ ਜਿਹੜੀ ਆ ਕਮਾਂਡ ਆ, ਸਮਝ ਲਓ ਕਿ ਜਿਹੜੇ ਪਹਿਲਾਂ ਦੇ ਆਏ ਆ ਕਮਾਂਡ ਆ, ਉਹ ਜਿੱਦਾਂ ਚਾਹੁਣ, ਭਾਵੇਂ ਸਟੂਡੈਂਟਸ ਆ ਭਾਵੇਂ ਕੋਈ, ਉਹਨਾਂ ਨੂੰ ਆਪਣੀ ਮਰਜ਼ੀ ਨਾਲ ਚਲਾਉਂਦੇ ਆ। ਠੀਕ ਆ, ਤੀਸਰਾ ਇਹ ਆ ਕਿ ਜਿਹੜੀ ਕੁਛ ਚੈਨਲਸ ਨੇ, ਵਾਕਈ ਹੀ ਕੁਛ ਚੈਨਲਸ ਨੇ ਇਹਨਾਂ ਗੱਲਾਂ ਨੂੰ ਇੰਨਾ ਉਛਾਲਿਆ ਆ ਸਿਰਫ ਆਪਣੇ ਮੁਕਾਬਲੇ ਕਿ ਅਸੀਂ ਪੈਸੇ ਕਮਾਈਏ। ਉਹਨਾਂ ਦਾ ਪੈਸੇ ਕਮਾਉਣ ਦਾ ਜਰੀਆ ਸੀ, ਇਹਨਾਂ ਨਹੀਂ ਸੀ ਕਿ ਪਤਾ ਕਿ ਤੁਸੀਂ ਬੱਚਿਆਂ ਦਾ ਜਿਹੜਾ ਫਿਊਚਰ ਆ ਉਹਨਾਂ ਨੂੰ ਉਹ ਫਿਊਚਰ ਹਾਰਡ ਕਰ ਰਹੇ ਜੇ ਆਪਣੇ ਪੈਸੇ ਕਮਾਉਣ ਲਈ। ਮੈਂ ਤਾਂ ਸੋਚਦੀ ਹਾਂ ਕਿ ਇਹਨਾਂ ਲੋਕਾਂ ਨੂੰ ਅਕਲ ਨਹੀਂ ਆ। ਸਾਡੇ ਵੀ ਬੱਚੇ ਆ, ਤੁਸੀਂ ਇਹਨਾਂ ਦੂਜੇ ਦੇ ਬੱਚਿਆਂ ਨੂੰ ਇਹਨਾਂ ਗੱਲਾਂ ਚੁੱਕ ਕੇ, ਕਿਹੜੀ ਗੱਲ ਆ ਕਿ ਜੇ ਬੱਚੇ ਜਿਹੜੇ ਆ ਲੜ ਪੈਣ, ਇੱਥੇ ਕਿਤੇ ਜਿਹੜੇ ਲੋਕ ਆਏ ਉਹਨਾਂ ਦੇ ਬੱਚੇ ਲੜਦੇ ਨਹੀਂ ਆ। ਹੁਣ ਜੇ ਮੇਰੇ ਬੱਚੇ ਇੱਥੋਂ ਦੇ ਬੋਰਨ ਨਹੀਂ ਆ, ਮੇਰੇ ਬੱਚੇ ਇੰਡੀਆ ਦੇ ਬੋਰਨ ਆ, ਇੱਕ 10 ਸਾਲ ਦਾ ਆ ਸੀ, ਇੱਕ 12 ਸਾਲ ਦਾ। ਪਰ ਇਹ ਆ ਕਿ ਮੈਂ ਹੁਣ ਇਹਦੇ ਵਿੱਚ ਇਹ ਆ ਕਿ ਜੇ ਮੇਰੇ ਬੱਚੇ ਇੱਥੇ ਸਟੂਡੈਂਟ ਆਉਂਦੇ, ਉਹਨਾਂ ਦੇ ਨਾਲ ਇਹ ਕੁਛ ਹੁੰਦਾ। ਮੈਂ 16 'ਚ ਆਈ ਹਾਂ, ਮੈਂ ਜਦੋਂ ਵੇਖਿਆ ਗੱਲ ਹੀ ਹਰ ਘਰ 'ਚ ਸਟੂਡੈਂਟਸ ਦੀ ਹੁੰਦੀ ਸੀ।
ਇਹ ਹਰਲ ਫਿਰਦੇ ਆ, ਇਹਨਾਂ ਨੂੰ ਅਕਲ ਨਹੀਂ ਆ। ਮੈਂ ਮੀਨਸ ਇੰਨੀ ਅਜੀਬ ਮੇਰੇ ਤੇ ਉਸ ਚੀਜ਼ ਦਾ ਇੰਪੈਕਟ ਪਿਆ ਕਿ ਮੇਰੇ ਬੱਚਿਆਂ ਨਾਲ ਵੀ ਇਹ ਸਾਰੇ ਇਹ ਲੋਕ ਇਹੋ ਹੀ ਗੱਲਾਂ ਕਰਨਗੇ। ਮੀਨਸ ਮੈਂ ਚਾਹੁੰਦੀ ਹਾਂ ਕਿ ਇਹਨਾਂ ਲਈ ਕੁਛ ਕਰਾਂ, ਮੈਂ ਹੈਲਪ ਵੀ ਕਰੂੰਗੀ ਕਿ ਜੇ ਮੈਂ ਸਟੂਡੈਂਟਸ ਵੀ ਤੇ ਮੈਂ ਜਿਹੜੇ ਨਵੇਂ ਜਿਹੜੇ ਇੱਥੇ ਵਰਕ ਪਰਮਿਟ ਹੋਲਡਰ ਆ ਉਹ ਵੀ ਸੇਮ ਹੀ ਚੀਜ਼ਾਂ ਫੇਸ ਕਰ ਰਹੇ ਆ। ਪ੍ਰਭਜੋਤ, ਮੈਨੂੰ ਲੱਗਦਾ ਹੈ ਕਿ ਵੀ ਵਾਕਈ ਇਹ ਹੁਣ ਸਮਾਂ ਆ ਗਿਆ ਹੈ ਕਿ ਜਦੋਂ ਸਾਨੂੰ ਜਿਹੜੇ ਅਸੀਂ ਲਾਈਕ ਮਾਈਂਡਡ ਲੋਕ ਹੈਗੇ ਆ, ਚਾਹੇ ਅਸੀਂ ਪਹਿਲਾਂ ਦੇ ਆਏ ਹੋਏ ਆ ਚਾਹੇ ਨਵੇਂ ਆਏ ਹੋਏ ਆ, ਇਹ ਜਿਹੜਾ ਪਾੜਾ ਲਗਾਤਾਰ ਵੱਧਦਾ ਜਾ ਰਿਹਾ, ਇਹਨੂੰ ਹੁਣੇ ਇਹਨੂੰ ਭਰਨ ਦੀ ਲੋੜ ਹੈਗੀ ਆ। ਪਰ ਹੁਣ ਵੇਖੋ ਜਿਹੜੀ ਚਾਈਨੀਜ਼ ਕਮਿਊਨਿਟੀ ਉਹਨਾਂ ਦੇ ਬੱਚੇ ਨਹੀਂ ਆਉਂਦੇ, ਸਟੂਡੈਂਟਸ ਉਹ ਵੀ ਆਉਂਦੇ। ਤੁਸੀਂ ਕਦੀ ਵੇਖਿਆ ਕਿਸੇ ਨਿਊਜ਼ ਦੇ ਵਿੱਚ ਜਾਂ ਕਦੀ ਚਾਈਨੀਜ਼ ਨੇ ਕੋਈ ਇਹੋ ਜਿਹੀ ਗੱਲ ਉਛਾਲੀ ਹੋਵੇ? ਹਰ ਸੁਸਾਇਟੀ ਚਾਹੁੰਦੀ ਆ ਕਿ ਜੇ ਸਾਡੇ ਸੁਸਾਇਟੀ 'ਚ ਕੋਈ ਗੱਲ ਹੁੰਦੀ ਆ ਉਹਨੂੰ ਦੱਬਿਆ ਜਾਵੇ ਤਾਂ ਕਿ ਬਦਨਾਮੀ ਨਾ ਹੋਵੇ। ਪਰ ਮੈਂ ਕਹਿੰਦੀ ਸਾਡੀ ਕਮਿਊਨਿਟੀ ਇੱਦਾਂ ਦੀ ਆ ਕਿ ਜਿੰਨਾ ਉਛਾਲੋਗੇ ਉਹਦੇ ਵਿੱਚ ਬੈਨੀਫਿਟ ਕਿਹਦਾ ਆ, ਉਹਨੂੰ ਉਛਾਲੋ। ਇਸ ਤਰ੍ਹਾਂ ਦੇਖੋ ਪ੍ਰਭਜੋਤ, ਥੋੜ੍ਹਾ ਜਿਹਾ ਮੈਂ ਇੱਥੇ ਡਿਸਐਗਰੀ ਕਰਦੀ ਹਾਂ ਕਿ ਦੱਬਣ ਦੇ ਨਾਲ ਸ਼ਾਇਦ ਜਿਹੜੇ ਇਸ਼ੂਜ਼ ਆ ਉਹ ਸੋਲਵ ਨਹੀਂ ਹੁੰਦੇ। ਆਪਾਂ ਜੇ ਉਹ ਇਸ਼ੂ ਸਾਹਮਣੇ ਆਉਂਦਾ ਆ ਉਹਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕਰੀਏ, ਉਹਦੀ ਰੂਟ ਤੱਕ ਜਾਣ ਦੀ ਕੋਸ਼ਿਸ਼ ਕਰੀਏ ਵੀ ਕਿੱਦਾਂ ਆ, ਦੱਬੇ ਤੇ ਤਾਂ ਕੰਮ ਖਰਾਬ ਹੋਊਗਾ। ਇਜ਼ ਦੈਟ ਰਾਈਟ? ਪ੍ਰਭਜੋਤ, ਬਹੁਤ ਸਾਰੇ ਲਿਸਨਰਸ ਗੱਲ ਕਰਨਾ ਚਾਹੁੰਦੇ ਆ। ਥੈਂਕ ਯੂ ਸੋ ਮਚ। ਆਪਾਂ ਗੱਲ ਕਰਦੇ ਰਹਾਂਗੇ, ਪਰ ਜਿਹੜਾ ਕੰਸਰਨ ਹੈ ਤੁਹਾਡਾ, ਮੈਂ ਥੋੜ੍ਹੇ ਜਿਹੇ ਤੁਹਾਡੇ ਪੁਆਇੰਟਸ ਨੋਟ ਕੀਤੇ ਆ, ਜਿਸ ਕਰਨ ਨਾਲ ਵੀ ਮੈਂ ਇਹ ਸ਼ੇਅਰ ਕਰੂੰਗੀ। ਆਪਾਂ ਥੋੜ੍ਹੀ ਸਾਰਿਆਂ ਦੀ ਗੱਲ ਸੁਣ ਲਈਏ। ਥੈਂਕ ਯੂ। ਓਕੇ, ਥੈਂਕ ਯੂ ਸੋ ਮਚ। ਜਿਸ ਕਾਰਨ ਅਗਲੇ ਕਾਲਰ ਲੈ ਲਈਏ ਆਪਾਂ ਜੀ। ਅਜੀਤ ਸਿੰਘ ਜੀ। ਹਾਂਜੀ ਨਵਜੋਤ, ਸਤਿ ਸ਼੍ਰੀ ਅਕਾਲ ਜੀ। ਨਵਜੋਤ, ਜਿਹੜਾ ਨਾ ਵੀ ਸ਼ੁਡਨਟ ਗੈਟ ਇਨਟੂ ਦ ਬਿਕਰਿੰਗ, ਰਾਈਟ? ਅਸੀਂ ਕਰ ਕੀ ਰਹੇ ਹਾਂ? ਅਸੀਂ ਬਿਕਰ ਕਰ ਰਹੇ ਹਾਂ, ਅਸੀਂ ਇੱਕ ਦੂਜੇ ਦੀਆਂ ਬੁਰਾਈਆਂ ਕਰੀ ਜਾ ਰਹੇ ਹਾਂ। ਸਟੂਡੈਂਟ ਬੁਰੇ ਆ, ਸਟੂਡੈਂਟ ਕਹਿ ਰਹੇ ਅਸੀਂ ਇਹਨਾਂ ਕੋਲੋਂ ਸਿੱਖ ਰਹੇ ਹਾਂ। ਕੋਈ ਵੀ ਜਿਹੜਾ ਰੂਟ ਕਾਜ਼ ਹੈਗਾ ਨਾ ਉਹਦੇ ਉੱਪਰ ਕੋਈ ਵੀ ਫੋਕਸ ਨਹੀਂ ਕਰ ਰਹੇ। ਉੱਥੇ ਹੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ। ਔਰ ਮੈਨੂੰ ਕੀ ਲੱਗਦਾ ਐਜ਼ ਅ ਪ੍ਰੈਗਮੈਟਿਕ ਅਪਰੋਚ ਜਿਹੜੀ ਆ ਉਹ ਬੜੀ ਹੀ ਜ਼ਰੂਰੀ ਆ। ਸਟਾਪ ਪਲੇਇੰਗ ਦ ਬਲੇਮ ਗੇਮ ਕਿ ਚਾਈਨੀਜ਼ ਇਹ ਨਹੀਂ ਕਰਦੇ, ਡੋਂਟ ਗੈਟ ਇਨਟੂ ਦੈਟ ਵਨ। ਪ੍ਰੋਬਲਮ ਕੀ ਹੈ ਕਿ ਫਸਟ ਆਫ ਆਲ we have to accept one thing ਕਿ ਇੱਥੇ ਸਟੂਡੈਂਟਸ ਦੀ ਐਕਸਪਲੋਇਟੇਸ਼ਨ ਹੁੰਦੀ ਹੈ। ਐਕਸੈਪਟੈਂਸ ਜ਼ਰੂਰੀ ਹੈ, ਅਵੇਅਰਨੈਸ ਵੀ ਜ਼ਰੂਰੀ ਹੈ। nobody can deny it ਕਿ ਇੱਥੇ ਐਕਸਪਲੋਇਟੇਸ਼ਨ ਨਹੀਂ ਹੁੰਦੀ, ਰਾਈਟ? ਹੁਣ ਉਹ ਐਕਸਪਲੋਇਟੇਸ਼ਨ ਹੁੰਦੀ ਕਿਉਂ ਆ? ਉਹਦਾ ਮੈਨੂੰ ਜੋ ਰੀਜ਼ਨ ਲੱਗਦਾ, ਦੇਖੋ ਹਰ ਇੱਕ ਨੂੰ ਇੱਕ ਅੱਛੇ ਫਿਊਚਰ ਲਈ ਕਿਤੇ ਵੀ ਮੂਵ ਹੋਣ ਦਾ ਰਾਈਟ ਹੈ। ਅਗਰ ਮੈਨੂੰ ਲੱਗ ਰਿਹਾ ਕਿ ਮੇਰੇ ਜਿਹੜੇ ਮੈਂ ਇੱਥੇ ਇੰਡੀਵਿਜੂਅਲੀ ਜਾਂ ਪ੍ਰੋਫੈਸ਼ਨਲੀ ਮੈਂ ਇੱਥੇ I can grow here, obviously I would look for more opportunities. ਮੈਂ ਕਿਤੇ ਹੋਰ ਮੂਵ ਕਰ ਜਾਵਾਂਗਾ, ਮੈਂ ਯੂਰਪ ਮੂਵ ਕਰ ਜਾਵਾਂਗਾ, ਰਾਈਟ? ਸੋ ਅਗਰ ਪੰਜਾਬ ਦੇ ਵਿੱਚ ਸਾਨੂੰ ਪਤਾ ਹੀ ਆ ਕਿ ਹਾਲਤ ਕਿਹੋ ਜਿਹੀ ਹੈਗੀ ਆ, ਉੱਥੇ ਇੰਪਲੋਇਮੈਂਟ ਤਾਂ ਵੈਸੇ ਹੈ ਨਹੀਂ, ਔਰ ਉੱਥੇ ਕੋਈ ਛੋਟਾ ਮੋਟਾ ਕੰਮ ਕਰਨਾ ਵੀ ਨਹੀਂ ਚਾਹੁੰਦਾ, ਇਹ ਵੀ ਫੈਕਟ ਹੈਗਾ। ਸੋ obviously ਇਹ 'ਚ ਕੋਈ ਬੁਰਾਈ ਨਹੀਂ ਕਿ ਅਗਰ ਕੋਈ ਕੈਨੇਡਾ ਆ ਰਿਹਾ, US ਜਾ ਰਿਹਾ ਜਾਂ wherever। ਹੁਣ ਪ੍ਰੋਬਲਮ ਕੀ ਆ ਰਹੀ ਆ ਕਿ ਐਕਸਪਲੋਇਟੇਸ਼ਨ ਕਿਉਂ ਹੋ ਰਹੀ ਆ? ਕਿਉਂਕਿ ਅਸੀਂ ਸਟੂਡੈਂਟ ਨੋ ਡਾਊਟ ਲਾਈਕ ਬਹੁਤ ਹਾਰਡ ਵਰਕ ਕਰਦੇ ਨੇ। ਮੈਂ ਦੇਖੇ ਨੇ ਸਟੂਡੈਂਟ ਜਿਹੜੇ 12 15 ਘੰਟੇ ਵੀ ਕੰਮ ਕਰਦੇ ਨੇ, ਰਾਈਟ? ਨੋਬਡੀ ਕੈਨ ਡਿਨਾਈ ਇਟ। ਬਟ ਪ੍ਰੋਬਲਮ ਉਦੋਂ ਆ ਰਹੀ ਹੈ ਜਦੋਂ ਤੁਹਾਨੂੰ ਪਤਾ ਆ ਕਿ ਅਸੀਂ ਫਾਈਨੈਂਸ਼ੀਅਲੀ ਉਨੇ ਸਾਊਂਡ ਨਹੀਂ ਹੈਗੇ। ਅਸੀਂ ਸਮਹਾਓ ਅਸੀਂ ਡਾਕੂਮੈਂਟੇਸ਼ਨ ਤੱਕ ਕ੍ਰੀਏਟ ਕਰ ਲਏ ਨੇ ਕਿ ਅਸੀਂ 2 ਸਾਲ ਆਪਣੀ ਸਟੱਡੀ ਨੂੰ ਇੱਥੇ ਸਪੋਰਟ ਕਰ ਸਕਦੇ ਹਾਂ ਔਰ ਅਸੀਂ ਇੱਥੇ ਆਉਂਦੇ ਹਾਂ ਐਂਡ ਦੈਨ ਯੂ ਆਰ ਅਲਾਊਡ ਟੂ ਵਰਕ ਓਨਲੀ ਫॉर 20 ਆਵਰਸ। ਹੁਣ ਜਦੋਂ ਸਾਡੇ ਖਰਚੇ ਨਹੀਂ ਪੂਰੇ ਹੋ ਰਹੇ, ਸਾਨੂੰ ਵੀ ਪਤਾ ਹੈ ਕਿ ਇੱਥੇ ਕਿੰਨਾ ਮੁਸ਼ਕਿਲ ਹੈਗਾ ਇੱਥੇ ਰਹਿਣਾ। ਤੁਸੀਂ ਆਪਣੇ ਰੈਂਟ ਪੇ ਕਰਨੇ ਨੇ, ਬਿਲਸ ਪੇ ਕਰਨੇ ਨੇ, ਤੁਹਾਡੇ ਸਮੈਸਟਰ ਫੀ ਹੁੰਦੀ ਆ ਉਹ ਤੁਸੀਂ ਪੇ ਕਰਨੀ ਆ। ਦੇयर ਆਰ ਸੋ ਮੈਨੀ ਥਿੰਗਸ ਟੂ ਡੂ। ਜੀ ਬਿਲਕੁਲ। ਆਬਵੀਅਸਲੀ ਤੁਸੀਂ 20 ਘੰਟੇ ਤੋਂ ਜ਼ਿਆਦਾ ਦੇਖੋਗੇ। ਜਦੋਂ ਤੁਸੀਂ 20 ਘੰਟੇ ਤੋਂ ਜ਼ਿਆਦਾ ਦੇਖੋਗੇ ਯੂ ਆਰ ਆਸਕਿੰਗ ਫॉर ਟਰਬਲ। ਠੀਕ ਹੈ। ਹੁਣ ਜਦੋਂ ਇਹ ਚੀਜ਼ਾਂ ਆਉਂਦੀਆਂ ਨੇ, ਹੁਣ ਮੈਂ ਬੜਾ ਇੱਕ ਵਾਈਡ ਪਰਸਪੈਕਟਿਵ ਦੇਖਣ ਲੱਗਿਆ ਜੀ। ਹੁਣ ਮੈਂ ਆਨਾ ਇਹਨਾਂ ਦੇ ਜਿਹੜਾ ਆਪਾਂ ਬੋਲਦੇ ਆ ਕਿ ਹਾਊ ਡੂ ਯੂ ਕੰਡਕਟ ਯੂਰ ਸੈਲਫ ਇਨ ਦਾ ਸੋਸਾਇਟੀ। ਆਈ ਐਮ ਨਾਟ ਪਲੇਇੰਗ ਐਨੀ ਬਲੇਮ ਗੇਮ, ਰਾਈਟ? ਆਪਣੇ ਲੋਕ ਵੀ ਕਈ ਏਦਾਂ ਦੇ ਹੀ ਨੇ ਜਿਹੜੇ ਇੱਥੇ ਪੁਰਾਣੇ ਰਹਿ ਰਹੇ ਨੇ ਜੀ, ਜਿਨ੍ਹਾਂ ਨੂੰ ਸ਼ਾਇਦ ਸੜਕ ਦੇ ਵਿਚਰਨਾ ਨਹੀਂ ਆਉਂਦਾ। ਆਈ ਐਮ ਨਾਟ ਟਾਕਿੰਗ ਅਬਾਊਟ देयर ਹੋਮਸ। ਉਹ ਘਰ ਦੇ ਵਿੱਚ ਉਹ ਬੜੇ ਅੱਛੇ ਰਹਿ ਰਹੇ ਨੇ। ਹੁਣ ਅਗਰ ਮੈਂ ਲੈਂਗਲੀ ਰਹਿਣਾ, ਮੈਂ ਜਦੋਂ ਵੀ ਆਈ ਐਮ ਔਨ ਦਾ 152nd, ਮੈਂ ਜਦੋਂ ਵੀ ਇੱਧਰ ਨੂੰ ਆਉਂਦਾ ਸਰੀ ਵੱਲ ਨੂੰ, ਮੇਰੇ ਬੱਚੇ ਦੇ ਆਰ ਯੂਨੀਵਰਸਿਟੀ ਜਾਂਦੇ ਨੇ, ਉਹ ਇੱਕਦਮ ਕਹਿੰਦੇ ਨੇ ਡੈਡ ਵੀ ਆਰ ਇਨ ਸਰੀ। ਔਰ ਮੈਂ ਜਦੋਂ ਆਪਣੇ ਨਿਊਟਨ ਦੇ ਵਿੱਚ ਘੁੰਮਦਾ ਆ, ਆਈ ਐਮ ਨਾਟ ਸੇਇੰਗ ਕਿ ਸਭ ਉੱਦਾਂ ਦੇ ਨਹੀਂ, ਬਟ ਜਦੋਂ ਸਾਨੂੰ ਮੈਜੋਰਿਟੀ ਦਿਖਦੀ ਆ ਕਿ ਹਾਊ ਦੇ ਆਰ ਡਰਾਈਵਿੰਗ ਦੇਅਰ ਵਹੀਕਲ,
ਉਹ ਕਿੱਦਾਂ ਉੱਚੀ ਉੱਚੀ ਆਵਾਜ਼ ਵਿੱਚ ਗਾਣੇ ਲੱਗੇ ਹੋਏ ਨੇ। ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਅਸੀਂ ਇੱਥੇ ਅੱਛੇ ਫਿਊਚਰ ਲੈ ਆਏ ਹਾਂ ਔਰ ਅਸੀਂ ਕੰਪਲੇਂਟ ਕਰ ਰਹੇ ਹਾਂ ਕਿ ਇਹ ਲੋਕ ਜਿਹੜੇ ਪੁਰਾਣੇ ਆਏ ਹੋਏ ਨੇ 30 ਸਾਲ ਪੁਰਾਣਾ ਪੰਜਾਬ ਲੈ ਕੇ ਬੈਠੇ ਹੋਏ ਨੇ। ਤੇ ਜਿਹੜੇ ਨਵੇਂ ਸਟੂਡੈਂਟਸ ਆ ਰਹੇ ਇਹਨਾਂ ਨੂੰ ਤਾਂ ਚਾਹੀਦਾ ਕਿ ਫਰੈਸ਼ ਐਨਰਜੀ ਲੈ ਕੇ ਆਉਣ ਇੱਥੇ, ਕਿ ਨੋ ਪੰਜਾਬ ਹੈਜ਼ ਚੇਂਜ। ਉੱਥੇ ਅਸੀਂ ਹੁਣ ਉਹ ਸਟੀਰੀਓਟਾਈਪ ਨਹੀਂ ਰਿਹਾ ਕਿ ਉੱਥੇ ਹੋ ਹੱਲੜ ਮਚ ਰਹੀ ਆ, ਕਾਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਤੁਸੀਂ 6 ਜਣੇ ਬੈਠੇ ਹੋਏ ਕਾਰ ਵਿੱਚ ਹੂ ਹਾ ਕਰ ਰਹੇ ਹੋ। ਨੋ, ਬਟ ਅਗਰ ਤੁਸੀਂ ਉਹੀ ਚੀਜ਼ਾਂ ਇੱਥੇ ਰਿਪੀਟ ਕਰ ਰਹੇ ਹੋ, ਆਈ ਫੀਲ ਬੈਡ ਕਿ ਯਾਰ ਤੁਸੀਂ ਸਾਨੂੰ ਕਿਉਂ ਵਾਈ ਆਰ ਯੂ ਡੂਇੰਗ ਸੋ? ਇਹਦੇ ਸਾਨੂੰ ਕੀ ਮਜ਼ਾ ਆਉਂਦਾ ਹੈ ਕਿ ਤੁਸੀਂ ਉੱਥੇ ਕਾਰ ਨੂੰ ਘੁਮਾਈ ਜਾ ਰਹੇ ਹੋ, ਤੁਹਾਨੂੰ ਇਹ ਨਹੀਂ ਪਤਾ ਕਿ ਲੇਨ ਚੇਂਜ ਕਰਨੀ ਆ। ਐਂਡ ਡੂ ਨਾਟ ਪਤਾ ਕੀ ਸਮੱਸਿਆ ਕੀ ਆ ਰਹੀ ਅਜੀਤ ਜੀ, ਮਾਫੀ ਚਾਹੁੰਦੀ ਮੈਂ ਤੁਹਾਨੂੰ ਕੱਟ ਰਹੀ ਹਾਂ ਕਿਉਂਕਿ ਮੇਰੇ ਕੋਲ ਸਮਾਂ ਉਨਾ ਕੀ ਆ। ਬਹੁਤ ਸਾਰੇ ਲਿਸਨਰਸ ਆ ਜਿਹੜੇ ਇਸ ਵੇਲੇ ਲਾਈਨ 'ਚ ਨੇ, ਗੱਲ ਕਰਨਾ ਚਾਹੁੰਦੇ ਆ। ਮੈਂ ਇੱਕ ਬੇਨਤੀ ਕਰਦੀ ਹਾਂ ਕਿ ਥੋੜਾ ਜਿਹਾ ਜਿਹੜਾ ਵੀ ਐਂਗਲ ਹੈ ਤੁਹਾਡਾ ਉਹਨੂੰ ਛੋਟਾ ਰੱਖਣ ਦੀ ਕੋਸ਼ਿਸ਼ ਕਰਿਓ ਆਪਣੀ ਗੱਲ ਨੂੰ। ਅਜੀਤ ਜੀ ਇਹ ਗੱਲਾਂ ਕੀਤੀਆਂ, ਜਿਸ ਕਾਰਨ ਨੇ ਪਹਿਲਾਂ ਵੀ ਗੱਲਾਂ ਕੀਤੀਆਂ, ਚੱਕਰ ਇਹ ਆਇਆ ਕਿ ਜਿਸ ਵੇਲੇ ਅਸੀਂ ਜੈਨਰਲਾਈਜ਼ੇਸ਼ਨਸ ਡਰਾ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜੇ ਤੁਸੀਂ ਇੱਕ ਗਰੁੱਪ ਦੇਖ ਲਿਆ ਉਸ ਤੋਂ ਬਾਅਦ ਅਸੀਂ ਕਹਿ ਦਿੱਤਾ ਕਿ ਸਟੂਡੈਂਟਸ ਇੱਦਾਂ ਦੇ ਹੀ ਕੰਮ ਕਰਦੇ ਆ, ਇਹ ਸਾਰਿਆਂ ਦਾ ਇਹੀ ਕੰਮ ਹੈ। ਸਮੱਸਿਆ ਇਹ ਆ ਰਹੀ ਹੈ ਕਿ ਉਹ ਕਿੰਨੇ ਕੁ % ਲੋਕ ਹੈਗੇ ਆ ਜਿਨ੍ਹਾਂ ਕਰਕੇ ਬਾਕੀਆਂ ਨੂੰ ਵੀ ਭੁਗਤਣਾ ਪੈ ਰਿਹਾ। ਨਵਜੋਤ, ਦੋ ਚੀਜ਼ਾਂ ਨੇ ਇਹਦੇ ਵਿੱਚ। ਇੱਕ ਤਾਂ ਇਹ ਵਾਲੀ ਚੀਜ਼ ਕਿਉਂਕਿ ਇਹ ਐਵੀਡੈਂਟ ਆ, ਇਹ ਦਿਖਦੀ ਆ, ਰਾਈਟ? ਜਿਹੜੀ ਦਿਖੇਗੀ ਉਹ ਬੋਲੂਗਾ ਕੋਈ। ਅਗਰ ਮੈਨੂੰ ਦਿਖ ਰਿਹਾ ਕਿ ਮੈਂ ਸਰੀ ਚ ਆ ਕੇ ਇਹ ਸਟੂਡੈਂਟ ਆ ਕਰ ਰਹੇ ਨੇ, ਆਈ ਵੁੱਡ ਸਪੀਕ ਆਊਟ। ਸੈਕੰਡ ਥਿੰਗ, ਜਿਹੜੀ ਇੰਪਲੋਇਮੈਂਟ ਹੈਗੀ ਆ ਨਾ, ਹੁਣ ਬੜਾ ਮੈਂ ਬਰੀਫਲੀ ਆਈ ਟਰਾਈ ਟੂ ਰੈਪ ਇਟ ਅਪ ਕਿ ਹੁਣ ਕੀ ਹੋ ਰਿਹਾ ਕਿ ਜਿਹੜੇ ਕਈ EMPLOYERS ਨੇ ਇਦਾਂ ਦੇ ਨੇ, ਕਿਉਂਕਿ ਜਿਹੜੇ ਇੱਥੇ ਦੇ ਬੋਰਨ ਬੱਚੇ ਨੇ ਉਹ ਦੇ ਆਰ ਇਨਵੋਲਵ ਇਨ ਸੋ ਮੈਨੀ ਥਿੰਗਸ, ਲਾਈਕ ਉਹ ਕੋਈ ਸਪੋਰਟਸ ਐਕਟੀਵਿਟੀ ਦੇ ਵਿੱਚ ਆ, ਕੋਈ ਕਿਤੇ ਆ। ਉਹ EMPLOYER ਇੱਥੇ ਦੇ ਬੱਚਿਆਂ ਨੂੰ ਲੈਣਾ ਹੀ ਨਹੀਂ ਚਾਹੁੰਦਾ, ਉਹ ਕਹਿੰਦਾ ਕਿ ਇਹ ਅਵੇਲੇਬਲ ਨਹੀਂ ਹੈਗੇ। ਸੈਕੰਡ ਥਿੰਗ, ਜਿਹੜੇ ਇੱਥੇ ਦੇ ਬੋਰਨ ਬੱਚੇ ਨੇ ਉਹਨਾਂ ਨੂੰ ਸੀਟਸ ਨਹੀਂ ਮਿਲਦੀਆਂ, ਇਹ ਵੀ ਇੱਕ ਪ੍ਰੋਬਲਮ ਆ ਜਾਂਦੀ। ਐਂਡ ਦ ਲਾਸਟ ਥਿੰਗ ਹੈ, ਜਿਹੜੀ ਆਪਾਂ ਨਾ ਗੱਲ ਕਰਦੇ ਹਾਂ ਲੈਂਗੁਏਜ ਇਜ਼ ਅ ਬੈਰੀਅਰ। ਲੈਂਗੁਏਜ ਇਜ਼ ਅ ਬੈਰੀਅਰ ਓਨਲੀ ਫॉर ਜਿਹੜੇ ਸਟੂਡੈਂਟ ਪੰਜਾਬ ਤੋਂ ਆ ਰਹੇ ਨੇ। ਆਈ ਡੋਂਟ ਨੋ ਫॉर ਸਮ ਰੀਜ਼ਨ। ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਜਿਹੜੇ ਸਾਊਥ ਇੰਡੀਆ ਤੋਂ ਆਏ ਹੋਏ ਨੇ, ਬੰਬੇ ਤੋਂ ਆਏ ਹੋਏ ਨੇ, ਦਿੱਲੀ ਤੋਂ ਆਏ ਹੋਏ ਨੇ। they have no problem at all। ਔਰ ਆਪਣੇ ਬੱਚੇ ਜਿਹੜੇ ਪੰਜਾਬ ਤੋਂ ਆ ਰਹੇ ਨੇ, they like ਉਹਨਾਂ ਕੋਲ IELTS ਹੁੰਦੀ ਹੈ 7.5 8, but still ਉਹ ਇੱਥੇ ਇੱਕ ਸਟੋਰ ਤੇ ਕਮਿਊਨੀਕੇਟ ਨਹੀਂ ਕਰ ਪਾਉਂਦੇ। that means there is something wrong। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਜੀਤ ਸਿੰਘ ਜੀ ਗੱਲ ਕਰਨ ਦੇ ਲਈ। ਬਹੁਤ ਸਾਰੀਆਂ ਗੱਲਾਂ ਪ੍ਰਭਜੋਤ ਕਰਕੇ ਗਏ ਆ ਤੇ ਅਜੀਤ ਸਿੰਘ ਹੁਣੇ ਵੀ ਕਾਫੀ ਇਸ਼ੂਜ਼ ਨੂੰ ਟੱਚ ਕੀਤਾ ਹੈਗਾ। ਮੈਂ ਚਾਹੁੰਦੀ ਹਾਂ ਕਿ ਜੇ ਤੁਸੀਂ ਉਹ ਆਪਣਾ ਪਰਸਪੈਕਟਿਵ ਦੱਸ ਗਏ ਆ, ਤੁਸੀਂ ਸਟੂਡੈਂਟਸ ਦੇ ਪਰਸਪੈਕਟਿਵ ਤੋਂ ਇਹਨਾਂ ਇਸ਼ੂਜ਼ ਬਾਰੇ ਗੱਲ ਕਰ ਸਕੋ। ਮੈਂ ਦੋਵਾਂ ਦੀ ਗੱਲ ਨੂੰ ਇੱਕ ਛੋਟੀ ਗੱਲ ਦੇ ਵਿੱਚ ਨਿਬੇੜਨ ਦੀ ਕੋਸ਼ਿਸ਼ ਕਰੂੰਗਾ ਕਿ ਦੋਵਾਂ ਦੇ ਆਪੋ ਆਪਣੇ ਤਜਰਬੇ ਨੇ। ਹਰੇਕ ਬੰਦਾ ਜਿਵੇਂ ਕਹਿੰਦੇ ਆਪਣੇ ਤਜਰਬਿਆਂ ਦਾ ਕੈਦੀ ਹੁੰਦਾ ਨੇ, ਉਹਨੇ ਜਿਹੜੇ ਆਸੇ ਪਾਸੇ ਦੇ ਆਪਦੇ ਉਹਦੇ ਡਿਸੀਜ਼ਨ ਨੇ ਉਹ ਸਾਰੇ ਉਸ ਤਰੀਕੇ ਦੇ ਨਾਲ ਦੇਖ ਕੇ ਕਰਨੇ ਹੁੰਦੇ ਨੇ। ਜਿਹੜੇ ਪਹਿਲੇ ਕਾਲਰ ਸੀ ਆਪਣੇ ਪ੍ਰਭਜੋਤ ਭੈਣ, ਉਹਨਾਂ ਨੇ ਗੱਲ ਕੀਤੀ ਸੀਗੀ ਕਿ ਸਟੂਡੈਂਟਸ ਦੀ ਕੋਈ ਹੈਲਪ ਨਹੀਂ ਕਰ ਰਿਹਾ ਹੈਗਾ, ਕੋਈ ਵੀ ਬੰਦਾ, ਹੈ ਨਾ, ਕੋਈ ਵੀ ਬੰਦਾ ਉਹਨਾਂ ਦੀ ਹੈਲਪ ਨਹੀਂ ਕਰ ਰਿਹਾ। ਉਹ ਕਹਿੰਦੇ ਵੀ ਆਪਣੀ ਇੱਕ ਦੂਜੇ ਦੀ ਇਹ ਲੱਗੇ ਹੋਏ ਕਰਨ, ਹੋਰ ਕੋਈ ਨਹੀਂ ਕਰ ਰਿਹਾ। ਹਾਂਜੀ, ਵੀ ਹਾਂ ਇਹ ਆਪਣੀ ਇੱਕ ਦੂਜੇ। ਸੋ ਇਹਨੂੰ ਥੋੜ੍ਹਾ ਜਿਹਾ ਮੈਂ ਮਤਲਬ ਗੱਲ ਕਹਿਣੀ ਚਾਹੂੰਗਾ ਕਿਉਂਕਿ ਆਪਣੇ ਨਾਲ ਕਈ ਇਹੋ ਜਿਹੇ ਵੋਲੰਟੀਅਰਸ ਨੇ ਜਿਹੜੇ ਇੱਥੇ ਪੁਰਾਣੇ ਆਏ ਹੋਏ ਨੇ। ਅਗੇਨ ਜਿਹੜੇ ਬੰਦੇ ਇਨੀਸ਼ੀਏਟਿਵ ਲੈਣਾ ਚਾਹੁੰਦੇ ਨੇ ਕਿ ਅਸੀਂ ਹੈਲਪ ਕਰੀਏ, ਸਾਡੇ ਆਪਣੇ ਬੱਚੇ ਨੇ, EMPLOYER ਵੀ ਹੈਗੇ ਨੇ ਉਹਨਾਂ ਦੇ ਵਿੱਚ, ਉਹਨਾਂ ਦੇ ਵਿੱਚ ਮੀਡੀਆਸ ਦੇ ਵਿੱਚ ਵੀ ਹੈਗੇ ਨੇ, ਉਹਨਾਂ ਦੇ ਵਿੱਚ ਪੋਲੀਟੀਸ਼ੀਅਨਸ ਵੀ ਹੈਗੇ ਨੇ, ਉਹਨਾਂ ਦੇ ਵਿੱਚ ਉਹ ਵੀ ਨੇ ਜਿਹੜੇ ਬੰਦੇ ਇੱਥੋਂ ਦੇ ਬੋਰ ਨੇ। ਅੱਛਾ, ਸਾਡੇ ਨਾਲ ਇੱਕ ਐਬਸਫੋਰਡ ਤੋਂ ਆਰਗੇਨਾਈਜੇਸ਼ਨ ਨਹੀਂ, ਉਹਨਾਂ ਦੀ ਅਸਲ ਦੇ ਵਿੱਚ ਥੀਏਟਰ ਦੀ ਟੀਮ ਆ, ਉਹ ਇੱਕ ਮੂਵੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਜਿਹਦੇ ਵਿੱਚ ਮੈਂਟਲ ਹੈਲਥ ਦੀ ਗੱਲ ਕਰ ਰਹੇ, ਇੰਟਰਨੈਸ਼ਨਲ ਸਟੂਡੈਂਟ, ਬੇਸਿਕਲੀ ਮੈਨ, ਵੀ ਮੁੰਡਿਆਂ ਦੀ ਮੈਂਟਲ ਹੈਲਥ ਦੇ ਬਾਰੇ ਕੀ ਗੱਲਬਾਤ ਹੈ। ਕਿਉਂਕਿ ਆਪਾਂ ਹੁਣ ਨਿੱਦਾਂ ਸੁਣਦੇ ਰਹਿੰਦੇ ਹਾਂ ਕਿ ਸੁਸਾਈਡ ਦੀਆਂ ਖਬਰਾਂ ਵੱਧਦੀਆਂ ਰਹਿੰਦੀਆਂ ਨੇ। ਹੁਣ ਉਹ ਚੀਜ਼ ਦੀ ਜੜ ਕੀ ਆ ਜਿਹੜੀ ਅਜੀਤ ਬਾਈ ਜੀ ਨੇ ਗੱਲ ਕੀਤੀ ਸੀਗੀ, ਉਹਦੇ ਵਿੱਚ ਜੇ ਜੜ ਦੀ ਆਪਾਂ ਗੱਲ ਕਰੀਏ, ਪੜਚੋਲ ਕਰੀਏ, ਤਾਂ ਐਕਸਪਲੋਇਟੇਸ਼ਨ, ਵਰਕ ਐਕਸਪਲੋਇਟੇਸ਼ਨ ਸਭ ਤੋਂ ਵੱਡਾ ਮੇਜਰ ਪਾਰਟ ਆ ਉਹਦੇ 'ਚ। ਜਦੋਂ ਅਸੀਂ ਆਉਂਦੇ ਹਾਂ ਐਜ਼ ਅ ਸਟੂਡੈਂਟ ਇੱਥੇ, ਤਾਂ 20 ਘੰਟੇ ਕੰਮ ਕਰਨ ਨੂੰ ਮਿਲਦੇ ਨੇ ਸਾਨੂੰ। ਉਹ 20 ਘੰਟਿਆਂ ਦੇ ਵਿੱਚ ਗੁਜ਼ਾਰਾ ਨਹੀਂ ਹੁੰਦਾ, ਇਹ ਆਪਾਂ ਨੂੰ ਮੰਨਣ ਦੀ ਲੋੜ ਆ। 20 ਘੰਟੇ ਜਿੱਥੇ ਆਪਣੀ ਮਿਨੀਮਮ ਵੇਜ ਆ $15 ਮੈਨੂੰ ਲੱਗਦਾ 80-85 ਸੈਂਟ ਕੁਛ ਇੱਥੇ ਹੁਣ ਮਿਲਦੀ ਹੈ ਇਸ ਟਾਈਮ। ਜੇ ਆਪਾਂ ਗੂਗਲ ਦੇ ਉੱਤੇ ਮਾੜਾ ਜਿਹੀ ਕਰ ਲਈਏ ਵੀ ਜਿਹੜੀ ਸਸਟੇਨੇਬਲ ਵੇਜ ਆ ਵੈਨਕੂਵਰ ਏਰੀਆ ਦੇ ਵਿੱਚ ਆਪਾਂ ਕਰੀਏ ਤਾਂ $19 ਜਾਂ $20 ਦੇ ਨੇੜੇ ਤੇੜੇ ਆਉਂਦੀ ਆ। ਅਤੇ ਉਹ ਮਿਨੀਮਮ ਵੇਜ ਉਹਦੇ ਤੋਂ ਆਲਰੇਡੀ $4 ਘੱਟ ਆ। ਜੇ ਆਪਾਂ ਰੈਸਟੋਰੈਂਟਸ ਜਾਂ ਜੇ ਆਪਾਂ ਕੰਸਟਰਕਸ਼ਨ ਸਾਈਟਸ ਦੀ ਗੱਲ ਕਰੀਏ ਜਿੱਥੇ ਆਪਣੇ ਪੰਜਾਬੀ ਸਟੂਡੈਂਟ ਮੁੰਡੇ ਕੁੜੀਆਂ ਜ਼ਿਆਦਾ ਕੰਮ ਕਰਦੇ ਨੇ, ਉੱਥੇ ਉਹ ਵੇਜ ਆ ਜਿਹੜੀ ਉਹ $8 $9 ਦੀ ਰਹਿ ਜਾਂਦੀ ਆ, ਕਿਤੇ ਕਿਤੇ $5 ਤੇ ਵੀ ਰਹਿ ਜਾਂਦੀ ਆ। ਜਦੋਂ $5 ਮਿਲਣੇ ਨੇ ਪਹਿਲਾਂ, ਉਹ ਵੀ ਦੱਬੇ ਜਾਣੇ ਨੇ। ਉਹ ਮੈਂਟਲ ਹੈਲਥ ਦੇ ਉੱਤੇ ਬਹੁਤ ਵੱਡਾ ਇਸ਼ੂ ਬਣਦਾ ਉਹ ਚੀਜ਼ ਦਾ।
ਉਹ ਚੀਜ਼ ਬੈਰੀਅਰ ਬਣਦੀ ਆ ਅੱਗੇ ਕਮਿਊਨੀਕੇਸ਼ਨ ਕਰਨ ਵਾਸਤੇ। ਅੱਗੇ ਜਦੋਂ ਹੁਣ ਕੋਈ ਬੰਦਾ ਇਹ ਸੋਚਦਾ ਨਾ, ਆਪਣੇ ਜਦੋਂ ਛੋਟੇ ਹੁੰਦੇ ਨੇ ਸਾਨੂੰ ਜਵਾਕਾਂ ਨੂੰ ਇਹ ਸਿਖਾਇਆ ਜਾਂਦਾ ਆਪ ਤੋਂ ਵੱਡੇ ਦੀ ਕਦਰ ਕਰਨੀ ਆ, ਆਪ ਤੋਂ ਵੱਡੇ ਦੀ ਇੱਜ਼ਤ ਕਰਨੀ ਆ, ਆਪ ਤੋਂ ਵੱਡੇ ਦੇ ਕਹੀ ਗੱਲ ਮੰਨਣੀ ਆ। ਸਟੂਡੈਂਟ ਜਦੋਂ ਇੱਥੇ ਆਉਂਦਾ, ਜਿਹੜਾ ਉਹ 18 ਤੋਂ 21 ਸਾਲ ਦਾ ਏਜ ਗਰੁੱਪ ਆ, ਉਹਨੇ ਆਪਦੇ ਮਾਂ-ਬਾਪ ਤੋਂ ਹੀ ਸਿੱਖਿਆ ਵੀ ਜਿਹੜੇ ਭਾਈ ਤੇਰੇ ਤੋਂ ਵੱਡੇ ਨੇ ਉਮਰ ਦੇ ਵਿੱਚ, ਤੂੰ ਉਹਨਾਂ ਦੇ ਪੈਰੀਂ ਹੱਥ ਲਾਉਣੇ, ਤੂੰ ਉਹਨਾਂ ਦੀ ਇੱਜ਼ਤ ਕਰਨੀ ਆ। ਕਰਨ ਵਾਲੇ ਵੀ ਹੁੰਦੇ ਨੇ, ਨਹੀਂ ਕਰਨ ਵਾਲੇ ਵੀ ਹੁੰਦੇ ਨੇ। ਅਗੇਨ ਉਹ ਹਰੇਕ ਦੇ ਆਪਦੇ ਤਜਰਬੇ ਨੇ। ਮੈਂ ਇਹ ਨਹੀਂ ਕਹਿੰਦਾ ਵੀ 100% ਦੇ 100% ਸਾਰੇ ਕਰਦੇ ਨੇ, ਪਰ ਜਿਹੜੇ ਕਰਦੇ ਨੇ, ਜਦੋਂ ਕੁੜੀਆਂ ਇੱਥੇ ਆਉਂਦੀਆਂ ਨੇ ਉਹਨਾਂ ਨੂੰ ਕਿਹਾ ਜਾਂਦਾ ਵੀ ਭਾਈ ਪੀਜ਼ਾ ਸਟੋਰ ਦੇ ਉੱਤੇ ਲੱਗੀ ਹੋਈ ਆ ਕੁੜੀ, ਪੀਜ਼ਾ ਸਟੋਰ ਵਾਲੀ ਕੁੜੀ ਦੇ ਉੱਤੋਂ, ਕਿਉਂਕਿ ਜਦੋਂ ਆਪਾਂ ਹੋਰ ਕਮਿਊਨਿਟੀ ਦੀ ਗੱਲ ਕਰਦੇ ਹਾਂ, ਜਿਹੜੀ ਕੁੜੀ ਨੂੰ ਆਪਾਂ ਇਹ ਕਿਹਾ ਹੋਊਗਾ ਨਾ ਕੈਸ਼ੀਅਰ ਦੀ ਜੋਬ ਕਰਨੀ ਆ, ਉਦੋਂ ਤੋਂ ਤੁਸੀਂ ਦੂਜਾ ਕੰਮ ਨਹੀਂ ਕਰਾ ਸਕਦੇ, ਕੁੱਕ ਵਾਲਾ ਕੰਮ ਨਹੀਂ ਕਰਵਾ ਸਕਦੇ, ਕਿਉਂਕਿ ਉਹ ਇੰਪਲੋਇਮੈਂਟ ਸਟੈਂਡਰਡਸ ਦੇ ਵਿੱਚ ਉਹ ਚੀਜ਼ ਨਹੀਂ ਆਉਂਦੀ ਹੁੰਦੀ ਵੀ ਮੈਨੂੰ ਹਾਇਰਿੰਗ, ਮੇਰੀ ਜੋਬ ਡਿਊਟੀ ਸੀਗੀਆਂ ਜਿਹੜੀਆਂ ਉਹ ਕੈਸ਼ੀਅਰ ਦੀਆਂ ਸੀਗੀਆਂ, ਮੈਂ ਕੈਸ਼ੀਅਰ ਦਾ ਕੰਮ ਹੀ ਕਰਨਾ। ਪਰ ਇਸ ਤਰ੍ਹਾਂ ਹੋ ਰਿਹਾ, ਪਰ ਐਵੇਂ ਹੁੰਦਾ ਆਪਣੇ ਇੱਥੇ ਇਹ ਚੀਜ਼ਾਂ ਹੁੰਦੀਆਂ ਨੇ ਤੇ ਕਰੀ ਵੀ ਜਾਂਦੇ ਨੇ, ਸਾਰਾ ਕੁਝ ਹੋਈ ਜਾਂਦਾ ਆਪਣੀ ਕਮਿਊਨਿਟੀ ਦੇ ਵਿੱਚ, ਉਹ ਚੀਜ਼ ਕਰ ਰਹੇ ਨੇ, ਹੈ ਨਾ। ਚਲੋ ਉਹ ਹਰੇਕ ਬੰਦੇ ਦੀ ਜੋਬ ਦਾ ਇਨਵਾਇਰਮੈਂਟ ਆ ਗਿਆ, ਪਰ ਜਦੋਂ ਗੱਲ ਆ ਜਾਂਦੀ ਹੈ ਵੇਜਸ ਦੇਣ ਦੀ, ਉੱਥੇ ਐਕਸਪਲੋਇਟੇਸ਼ਨ ਹੁੰਦੀ ਆ, ਬੈਨੀਫਿਟਸ ਦੇ ਵਿੱਚ ਐਕਸਪਲੋਇਟੇਸ਼ਨ ਹੁੰਦੀ ਆ, ਉਹ ਚੀਜ਼ਾਂ ਨਹੀਂ ਦਿੱਤੀਆਂ ਜਾਂਦੀਆਂ, ਉਹ ਦਿੱਤੇ ਬਿਨਾਂ ਸਰ ਜਾਂਦਾ। ਤਾਂ ਕਰਕੇ ਇੰਪਲੋਇਰਸ ਨੂੰ ਇਹ ਹੁੰਦਾ ਵੀ ਅਸੀਂ ਉਹ ਮੁੰਡੇ ਕੁੜੀਆਂ ਨੂੰ ਹਾਇਰ ਕਰੀਏ, ਉਹ ਮੁੰਡਿਆਂ ਨੂੰ ਰਿਕਰੂਟ ਕਰੀਏ, ਕੁੜੀਆਂ ਨੂੰ, ਜਿਹੜੇ ਬੰਦੇ ਅੱਗੇ ਜਾ ਕੇ ਸਾਨੂੰ ਇੱਕ ਤਾਂ ਉਹ ਸਾਡੇ ਦੇਣਦਾਰ ਹੋਣ, ਕਿਉਂਕਿ ਅਸੀਂ ਉਹਨਾਂ ਨੂੰ ਜੋਬ ਲੈਟਰ ਅਵੇਲੇਬਲ ਕਰਾਉਣੇ ਨੇ, ਦੂਜਾ ਜੇ ਜੋਬ ਲੈਟਰ ਅਵੇਲੇਬਲ ਕਰਾਉਣੇ ਉਹਦੇ ਵੀ ਪੈਸੇ ਲੈਣੇ ਨੇ। ਉਹ ਐਕਸਪੀਰੀਅੰਸ ਜਿਹੜਾ ਮੈਂ ਆਪਦੇ ਕੰਮ ਦੇ ਉੱਤੇ ਕੰਮ ਕਰਕੇ ਗੇਨ ਕੀਤਾ, ਮੈਨੂੰ ਉਹਦਾ ਇੱਕ ਲੈਟਰ ਲਿਖਾਉਣ ਵਾਸਤੇ ਵੀ ਜੇ ਮੈਨੂੰ $5,000 $10,000 ਦੇਣਾ ਪਵੇ, ਉਹ ਕਿਤੋਂ ਵੀ ਨਿਆਂ ਵਾਲੀ ਗੱਲ ਨਹੀਂ ਹੈਗੀ। ਲੈਂਗੁਏਜ ਬੈਰੀਅਰ ਦੀ ਗੱਲ ਕੀਤੀ ਸੀਗੀ ਬਾਈ ਜੀ ਨੇ, ਇੱਕ ਲੈਂਗੁਏਜ ਬੈਰੀਅਰ ਹੁੰਦਾ ਜੀ। ਲੈਂਗੁਏਜ ਬੈਰੀਅਰ ਅਸੀਂ ਦੇਖਦੇ ਹਾਂ ਚਾਈਨੀਜ਼ ਕਮਿਊਨਿਟੀ ਦੇ ਵਿੱਚ ਬਹੁਤ ਵੱਡਾ ਲੈਂਗੁਏਜ ਬੈਰੀਅਰ ਹੁੰਦਾ। ਡਿਪੈਂਡ ਕਰਦਾ ਹੁੰਦਾ ਅਸੀਂ ਪੰਜਾਬ ਦੇ ਵਿੱਚ ਕਿਸ ਈਕੋਸਿਸਟਮ, ਕਿਸ ਐਨਵਾਇਰਨਮੈਂਟ ਦੇ ਵਿੱਚ ਰਹਿ ਕੇ ਆ। ਜਿੱਥੇ ਪਿੰਡਾਂ ਦੀ ਗੱਲ ਆ ਜਾਂਦੀ ਆ, ਪਿੰਡਾਂ ਦੇ ਵਿੱਚ ਸਾਇੰਸ ਜੇ ਇੰਗਲਿਸ਼ ਮੀਡੀਅਮ ਦੇ ਵਿੱਚ ਵੀ ਤੁਸੀਂ ਪੜ੍ਹ ਰਹੇ ਹੋ, ਪੰਜਾਬੀ 'ਚ ਐਕਸਪਲੇਨ ਕੀਤੀ ਜਾਂਦੀ ਆ। ਸੋ ਲੈਂਗੁਏਜ ਬੈਰੀਅਰ ਦਾ ਮਤਲਬ ਇਹ ਨਹੀਂ ਹੈ ਕਿ ਵੀ ਉਹ ਐਕਸਪਲੋਇਟੇਸ਼ਨ ਦਾ ਤੁਸੀਂ ਜਸਟੀਫਿਕੇਸ਼ਨ ਕੋਈ ਉਸ ਚੀਜ਼ ਦੀ ਹੋਵੇ, ਹੈ ਨਾ। ਨਹੀਂ, ਉਹ ਚੀਜ਼ ਮੈਂ ਲਿੰਕ ਨਹੀਂ ਕਰ ਰਿਹਾ, ਮੈਂ ਮਤਲਬ ਸਿਰਫ ਤੇ ਸਿਰਫ ਐਡਰੈਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਬਾਈ ਜੀ ਨੇ ਗੱਲ ਕੀਤੀ ਸੀ ਵੀ ਲੈਂਗੁਏਜ ਬੈਰੀਅਰ ਸਿਰਫ ਪੰਜਾਬੀਆਂ ਦਾ। ਮੈਨੂੰ ਇਹ ਲੱਗ ਰਿਹਾ ਸੀ ਵੀ ਇਨਡਾਇਰੈਕਟਲੀ ਇਹ ਕਹਿ ਰਹੇ ਸੀ ਵੀ ਦੇयर ਇਜ਼ ਸਮਥਿੰਗ ਫਿਸ਼ੀ ਇਨ ਆਇਲਟਸ, ਵੀ ਜਦੋਂ ਆਇਲਟਸ ਦੇ ਬੈਂਡ ਖਰੀਦੇ ਜਾਂਦੇ ਨੇ ਜਾਂ ਆਇਲਟਸ ਦਾ ਪੇਪਰ ਖਰੀਦਿਆ ਜਾਂਦਾ। ਆਇਲਟਸ ਦਾ ਜਦੋਂ ਪੇਪਰ ਦੀ ਜਿਹੜੀ ਗੱਲ ਹੁੰਦੀ ਆ, ਲੋਕ ਬਹੁਤ ਕਹਿੰਦੇ ਨੇ ਵੀ ਉਹਦਾ ਬੈਂਡ ਖਰੀਦ ਲਏ, ਉਹ ਕਿਤੇ ਵੀ ਚੀਜ਼ ਸਾਬਤ ਨਹੀਂ ਹੁੰਦੀ ਹੈਗੀ। ਕੋਈ ਵੀ ਬੰਦਾ ਉਹ ਚੀਜ਼ ਨੂੰ ਪ੍ਰੂਵ ਨਹੀਂ ਕਰ ਸਕਦਾ ਵੀ ਇਹ ਬੰਦੇ ਨੇ ਬੈਂਡ ਖਰੀਦੇ ਨੇ। ਤੁਸੀਂ PDF ਡਾਕੂਮੈਂਟ ਪ੍ਰਿੰਟ ਜ਼ਰੂਰ ਕਰ ਸਕਦੇ ਹੋ, ਪਰ ਜਦੋਂ ਫਾਈਲ ਲਾਉਨੇ ਆ, ਸਾਰਾ ਕੁਛ ਹੁੰਦਾ, A to Z ਕਾਗਜ਼ ਡਾਕੂਮੈਂਟੇਸ਼ਨ ਦੇਖੀ ਜਾਂਦੀ ਆ, ਉਹ ਕਿਤੇ ਵੀ ਜਿਹੜਾ ਤੁਹਾਡਾ ਜਾਲੀ ਬਣਿਆ ਹੋਇਆ ਕਾਗਜ਼ ਆ, ਹੋ ਸਕਦਾ ਕੇਸ ਇੱਕ ਅੱਧਾ ਨਿਕਲ ਗਿਆ ਹੋਵੇ, ਪਰ ਜ਼ਿਆਦਾਤਰ ਉਹ ਨਹੀਂ ਨਿਕਲਦੇ ਹੈਗੇ ਜੀ ਕੇਸ। ਅੱਛਾ, ਜਿੰਨੇ ਵੀ ਲਿਸਨਰਸ ਨੇ, ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਜੇ ਉਹ ਆਪਣੀ ਗੱਲ ਛੋਟੀ ਤੋਂ ਛੋਟੀ ਰੱਖ ਸਕਣ, 30-35 ਸੈਕਿੰਡ ਦੇ ਵਿੱਚ ਉਹ ਆਪਾਂ ਜ਼ਰੂਰ ਮੈਂ ਕਾਲਸ ਲਵਾਂਗੀ। ਕਾਫੀ ਦੇਰ ਤੋਂ ਹੋਲਡ ਤੇ ਨੇ ਪਰਮਿੰਦਰ ਸਵੈਤ ਜੀ। ਹਾਂ ਨਵਜੋਤ, ਬਹੁਤ ਵਧੀਆ ਤੁਸੀਂ ਇਹ ਲਿਆਂਦਾ ਬੱਚਿਆਂ ਦਾ ਇਹ ਜਿਹੜਾ ਮਸਲਾ ਦਿਨੋਂ ਦਿਨ ਵੱਧ ਰਿਹਾ ਜਾਂ ਕਿਵੇਂ, ਪਰ ਮੈਂ ਤਾਂ ਜਿਹੜੀਆਂ ਨਜ਼ਰਾਂ ਨਾਲ ਮੈਂ ਸਟੂਡੈਂਟਸ ਨੂੰ ਦੇਖਦੀ ਹਾਂ, ਮੈਂ ਤਾਂ ਇਹ ਦੇਖਦੀ ਹਾਂ ਵੀ ਇਹ ਵਿਚਾਰੇ ਬਹੁਤ ਹੀ ਮਿਹਨਤੀ ਨੇ, ਬਹੁਤ ਜ਼ਿਆਦਾ। ਜਿਹੜੀਆਂ ਕੁੜੀਆਂ ਨੂੰ ਅਸੀਂ ਉੱਥੋਂ ਪਾਣੀ ਦਾ ਗਲਾਸ ਨਹੀਂ ਇਹਨਾਂ ਬੱਚਿਆਂ ਤੋਂ ਲੈ ਕੇ ਪੀਂਦੇ, ਮਾਪੇ ਇੰਨਾ ਉਹ ਕਰਦੇ ਆ ਵੀ ਨਾ ਸਾਡੇ ਬੱਚੇ ਪੜ੍ਹ ਲੈਣ ਹਰ ਵਕਤ, ਤੇ ਉਹ ਇੱਥੇ ਆ ਕੇ ਇੰਨੀ ਸਖਤ ਮਿਹਨਤ ਕਰਦੇ ਨੇ ਤੇ ਇੰਨਾ ਆਲਾ ਦੁਆਲਾ ਜਿਹੜਾ ਉਹਨਾਂ ਨੂੰ ਮੇਰਾ ਖਿਆਲ ਆ ਬਦਨਾਮ ਕਰ ਰਿਹਾ, ਉਹ ਜ਼ਿਆਦਾ ਕੰਮ ਆ। ਇਹ ਮੇਰਾ ਖਿਆਲ ਆ ਸਾਡੀ ਸ਼ਾਇਦ ਉਦਾਂ ਹੀ ਮੈਨੂੰ ਲੱਗਦਾ ਵੀ ਇੱਥੇ ਦੀ ਕੈਨੇਡੀਅਨ ਕਮਿਊਨਿਟੀ 'ਚ ਹੀ ਕਹਿ ਸਕਦੇ ਆ ਇਨਸਿਕਿਉਰਿਟੀ ਹੈ। ਪਰਮਿੰਦਰ ਜੀ, ਕਿਸੇ ਤਰ੍ਹਾਂ ਦੀ ਇਨਸਿਕਿਉਰਿਟੀ ਹੈ? ਨਹੀਂ, ਮੈਨੂੰ ਤਾਂ ਲੱਗਦਾ ਵੀ ਅਸੀਂ ਇੱਕ ਦੂਜੇ ਨੂੰ ਸੁਣ ਕੇ ਹੀ ਕਹੀ ਜਾਂਦੇ ਆ। ਬਹੁਤਾ ਕੁਛ ਦੇਖਣ ਦੇ ਵਿੱਚ ਨਹੀਂ ਇੰਨਾ ਆਉਂਦਾ ਵੀ ਕੋਈ ਇਹੋ ਜਿਹੀਆਂ ਗੱਲਾਂ ਸਾਡੇ ਸਾਹਮਣੇ ਤਾਂ ਕਦੇ ਕੁਛ ਇਹੋ ਜਿਹਾ ਨਹੀਂ ਆਇਆ। ਕਿਉਂਕਿ ਠੀਕ ਆ, ਹੁਣ ਜੇ ਬੱਚੇ ਗੰਦ ਪਾਉਂਦੇ ਆ, ਕਹਿੰਦੇ ਆ ਗੰਦ ਸਾਡੇ ਬੱਚੇ ਪਾਉਂਦੇ ਨੀ ਗੇ, ਪਾਉਂਦੇ ਆ, ਪਰ ਅਸੀਂ ਉਹਨਾਂ ਨੂੰ ਲੁਕਾਉਂਦੇ ਆ, ਉਹਨਾਂ ਨੂੰ ਦੱਸਣਾ ਨਹੀਂ ਜਾ ਕੇ। ਉਹ ਕਿਸੇ ਨੇ ਉਹਨਾਂ ਨੂੰ ਭੰਡੀ ਪ੍ਰਚਾਰ ਨਹੀਂ ਕਰਨਾ, ਅਗਲੇ ਨੇ ਕਹਿਣਾ ਤੁਹਾਡੇ ਕਰਦੇ ਹੋਣਗੇ, ਹਨਾ। ਅਸੀਂ ਦੂਜੇ ਤੇ ਜਿਹੜੀਆਂ ਉੱਚਾਂ ਲਾਉਣੀਆਂ ਨੇ ਉਹ ਮੈਨੂੰ ਲੱਗਦਾ ਜ਼ਿਆਦਾ ਉਹ ਕਰਦੇ ਆ। ਪਰ ਮੈਂ ਤਾਂ ਇਹਨਾਂ ਕੁੜੀਆਂ ਦੇ, ਇਹਨਾਂ ਮੁੰਡਿਆਂ ਦੇ ਜਿਹੜੀ ਏਦਾਂ ਮੈਂ ਮਹਿਸੂਸ ਕਰਦੀ ਹਾਂ ਵੀ ਇਹ ਬਹੁਤ ਜ਼ਿਆਦਾ ਲਾਈਫ ਦੇ ਵਿੱਚ ਸਟਰਗਲ ਕਰ ਰਹੇ ਆ। ਅਸੀਂ ਲੋਕ ਆਏ, ਸਾਡੇ ਨਾਲ ਵੀ ਇਹ ਗੱਲਾਂ ਹੁੰਦੀਆਂ ਸੀ ਜਦੋਂ ਕੰਮਾਂ ਤੇ ਜਾਂਦੇ ਸੀ ਨਾ। ਉਹ ਜਿਹੜੇ ਪਹਿਲਾਂ ਆਏ ਹੁੰਦੇ ਸੀਗੇ, ਉਹ ਜਿਵੇਂ ਹੁਣ ਇੱਥੇ ਫਾਰਮਾਂ ਦੇ ਵਿੱਚ ਹੀ ਹੁਣ ਕੋਈ ਵੱਡੀਆਂ ਜੋਬਾਂ ਵਾਲੇ ਜਿਹੜੇ ਉੱਥੋਂ ਕਰਦੇ, ਕੋਈ ਥਾਣੇਦਾਰ ਆ ਗਿਆ ਜਾਂ ਕਿਵੇਂ ਆ, ਉਹ ਬਿਲਕੁਲ ਅਨਪੜ੍ਹ ਬੰਦੇ ਜਿਹੜੇ ਉੱਥੇ ਕੰਮ ਕਰਦੇ ਆ, ਬੇਰੀਆਂ ਤੋੜਦੇ ਆ, ਜੇ ਉਹ ਜਾ ਕੇ ਅੱਛਾ ਉਹ ਥਾਣੇਦਾਰ ਆ, ਉਹ ਜਿਹੜੇ ਵੀ ਏਦਾਂ ਦੇ ਉਹਨਾਂ ਨੂੰ ਕਮੈਂਟ ਕਰਨਗੇ ਵੀ ਇਹਦੇ ਨਾਲ ਉੱਥੇ ਦੀ ਜੋਬ ਦਾ ਇੱਥੇ ਦੇ ਨਾਲ ਕੰਸਰਨ ਕੀ ਆ।
ਪਰ ਜਿਵੇਂ ਅਗਲੇ ਨੂੰ ਲਾ ਕੇ ਰੱਖਣਾ, ਅਗਲੇ ਦੀ ਬੇਇੱਜ਼ਤੀ ਕਰਨ ਤੱਕ ਜਾਂਦੇ ਆ, ਉਦਾਂ ਹੀ ਲੋਕਾਂ ਦਾ ਸੁਭਾਅ ਹੈ। ਅਸੀਂ ਇਹ ਨਹੀਂ ਸੋਚ ਰਹੇ ਵੀ ਸਾਡੇ ਜਿਹੜੇ ਬਜ਼ੁਰਗ ਇੱਥੇ ਆਏ ਸੀ ਉਹਨਾਂ ਨੂੰ ਐਡਾ ਤਸ਼ੱਦਦ ਇੱਥੇ ਇਹੀ ਨਸਲਵਾਦ ਨਹੀਂ ਜਿੱਦਾਂ ਉਹਨਾਂ ਨੂੰ ਸਹਿਣਾ ਪਿਆ। ਪਰਮਿੰਦਰ ਜੀ, ਇਹ ਇੱਕ ਤਰੀਕੇ ਦੇ ਨਾਲ ਇਹ ਵੀ ਜਿਹੜਾ ਇੱਕ ਭੇਦਭਾਵ ਵੀ ਅਸੀਂ ਕਰ ਰਹੇ ਹਾਂ। ਉਸ ਵੇਲੇ ਨਸਲਵਾਦ ਦਾ ਨਾਮ ਦਿੰਦੇ ਸੀ, ਹੁਣ ਇਹ ਇੱਕ ਵੱਖਰੀ ਤਰ੍ਹਾਂ ਦਾ ਭੇਦਭਾਵ ਹੈ। ਇਜ਼ ਦੈਟ ਰਾਈਟ? ਭੇਦਭਾਵ ਖੜਾ ਕੀਤਾ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਓਕੇ ਜੀ, ਓਕੇ ਬਾਏ। ਅਗਲੇ ਸਾਡੇ ਲਿਸਨਰ ਨੇ। ਹਾਂਜੀ, ਹੈਲੋ ਜੀ। ਹੈਲੋ, ਤੁਸੀਂ ਔਨ 에ਅਰ ਹੋ ਜੀ? ਹਾਂਜੀ, ਮੈਂ ਔਨ 에ਅਰ? ਬਿਲਕੁਲ, ਤੁਸੀਂ ਔਨ 에ਅਰ ਹੋ। ਹਾਂਜੀ, ਨਮਸਕਾਰ ਨਵਜੋਤ ਜੀ। ਨਮਸਕਾਰ ਜੀ। ਗੱਲ ਛੋਟੀ ਰੱਖਿਓ ਪਲੀਜ਼। ਠੀਕ ਹੈ ਜੀ। ਮੈਂ ਤਾਂ ਦੋ ਕੀ ਗੱਲਾਂ ਕਹਿਣੀਆਂ। ਦੇਖੋ, ਆਪਾਂ ਮੰਨਦੇ ਆ 5-7% ਬੰਦੇ ਜਿਹੜੇ ਵੀ ਕਹਿ ਰਹੇ ਨੇ ਹੋਣਗੇ, ਸਟੂਡੈਂਟ ਵੀ ਗਲਤੀਆਂ ਕਰਦੇ ਨੇ, ਉਹੀ ਇਹਨਾਂ ਦੇ ਬੱਚੇ ਵੀ ਕਰਦੇ ਨੇ। ਤੇ ਜਿਹੜੇ ਬਜ਼ੁਰਗ ਇੱਥੇ ਸਾਡੇ ਨੇ, ਇਹਨਾਂ ਨੂੰ ਇੱਕ ਸਾਂਝ ਬਣਾਉਣੀ ਚਾਹੀਦੀ ਹੈ ਕਿ ਨਫ਼ਰਤ ਨਾ ਵਧਾਉਣ, ਕਿਉਂਕਿ ਇਹ ਕੱਲ ਨੂੰ ਤੁਹਾਡੇ ਹੀ ਪੈਣੀਆਂ ਨੇ ਨਫ਼ਰਤ। ਭਾਈਚਾਰੇ ਜੇ ਵਧਾਓਗੇ ਤੁਸੀਂ ਇਹਨਾਂ ਨਾਲ ਹੀ ਰਹਿਣਾ, ਹਨਾ। ਤੁਸੀਂ ਗੋਰਿਆਂ ਨਾਲ ਤਾਂ ਵਿਚਰਨਾ ਨਹੀਂ। ਇਹੀ ਸਟੂਡੈਂਟ ਨੇ ਕੱਲ ਨੂੰ ਇਹਨਾਂ ਵੀ ਵੱਡੇ ਹੋਣਾ, ਇਹਨਾਂ ਦੇ ਭਾਈਚਾਰਾ ਤੁਸੀਂ ਸਾਰੀਆਂ ਸਾਂਝੀਆਂ ਥਾਵਾਂ ਤੇ ਆਉਣਾ ਜਾਣਾ, ਹਨਾ। ਤੁਸੀਂ ਐਵੇਂ 5% ਬੰਦਿਆਂ ਦੀਆਂ ਸਾਰੀ ਕਮਿਊਨਿਟੀ ਤੇ ਸਾਰੇ ਸਟੂਡੈਂਟਾਂ ਤੇ ਸਾਰੇ ਜਵਾਕਾਂ ਤੇ ਪਾ ਕੇ ਉਹ ਪਾੜਾ ਵਧਾ ਰਹੇ ਹੋ, ਤੇ ਸਾਰਿਆਂ ਨੂੰ ਭੁਗਤਣਾ ਪੈਂਦਾ, ਹਨਾ। ਗਲਤੀਆਂ ਤੁਹਾਨੂੰ ਪਤਾ, ਅਬਿਊਜ਼ ਆ ਵੀ ਕਰਦੇ ਹੀ ਨੇ ਜਿਹੜੇ ਇੱਥੇ ਨੇ, ਅਬਿਊਜ਼